ਅੱਜ ਪੰਜਾਬ ਕਿਸਾਨ ਦੀ ਅਗਰ ਤੁਸੀਂ ਇਨਕਮ ਦੇਖੋ, ਐਵਰੇਜ ਇਨਕਮ ਸਾਰੇ ਦੇਸ਼ ਦੇ ਪਰਿਪੇਖ ਵਿੱਚ, ਤਾਂ ਪੰਜਾਬ ਅੱਜ ਨੰਬਰ 2 ਤੇ ਹੈ। ਲੇਕਿਨ ਪੰਜਾਬ ਨੰਬਰ 2 ਤੇ ਆਂਦਾ, ਪੰਜਾਬ ਦੀ ਜਿਹੜੀ ਐਵਰੇਜ ਇਨਕਮ ਹੈ ਕਿਸਾਨ ਦੀ, ਉਹ 25,000 ਰੁਪਏ ਹਰ ਮਹੀਨੇ ਦੇ ਆਸ-ਪਾਸ ਹੈ ਜੀ। ਤੁਹਾਡੀ ਗੱਲ ਸੁਣ ਕੇ ਮੇਰੀ ਸਮਝ ਤੋਂ ਬਾਹਰ ਹੋ ਰਹੀ ਗੱਲ ਹੈ। ਇੱਕ ਪੰਜਾਬ ਸਰਕਾਰ 'ਚ ਰੈਗੂਲਰ ਪੀਐਨ ਚਪੜਾਸੀ, ਉਹਦੀ ਤਨਖਾਹ ਵੀ 25,000 ਤੋਂ ਵੱਧ ਹੈ। ਜਿਹੜਾ ਥੋੜਾ ਪੁਰਾਣਾ ਹੋਊਗਾ 50,000 ਹੋਊਗੀ ਜੀ। ਇਹਦਾ ਮਤਲਬ ਵੀ ਇੱਕ ਕਿਸਾਨ ਦੀ ਹੈਸੀਅਤ ਪੀਐਨ ਦੇ ਬਰਾਬਰ ਵੀ ਨਹੀਂ। ਇੱਕ ਬਹੁਤ ਵੱਡਾ ਸੰਕਟ ਪੰਜਾਬ 'ਚ ਆ ਗਿਆ, ਪਾਣੀ ਦਾ ਸੰਕਟ ਆ ਗਿਆ। ਇੱਕ ਤੇ ਜ਼ਹਿਰੀਲਾ ਹੋ ਗਿਆ, ਇੱਕ ਡੂੰਘਾ ਬਹੁਤ ਹੋ ਗਿਆ, ਤੇ ਖਤਰਨਾਕ ਅੰਕੜੇ ਸਾਹਮਣੇ ਆ ਰਹੇ ਵੀ ਕੁਝ ਸਾਲਾਂ ਬਾਅਦ ਤੇ ਪਾਣੀ ਪੀਣ ਨੂੰ ਨਹੀਂ ਲੱਭਣਾ ਪੰਜਾਬ 'ਚ। 5 ਕੰਪਨੀਆਂ ਹੈਗੀਆਂ, 5 ਕੰਪਨੀਆਂ ਜਿਹੜਾ ਕਿ ਜਿੰਨਾ ਦੁਨੀਆ 'ਚ ਅੱਜ ਪਾਣੀ ਇਸਤੇਮਾਲ ਹੋ ਰਿਹਾ ਜਾਂ ਕਿਸੇ ਵੀ ਉਸ ਲੈਵਲ ਤੇ, ਉਹ ਉਨਾ ਪਾਣੀ ਉਹਨਾਂ ਕੋਲ ਜਾ ਰਿਹਾ। ਤਾਂ ਮਹਾਰਾਸ਼ਟਰ ਵਿੱਚ ਸੁੱਕਾ ਪਿਆ ਸੀਗਾ, ਤਾਂ ਗੱਲ ਹੋਈ ਸੀਗੀ ਕਿ ਬੰਬੇ ਦਾ ਜਿਹੜਾ IPL ਮੈਚ ਹੋ ਰਿਹਾ ਹੈ, ਉਹ ਕਿੰਨਾ ਪਾਣੀ ਉਹ ਕਰ ਰਿਹਾ ਹੈਗਾ। ਜਿੰਨਾ ਵਿਚਾਰੇ ਕਿਸਾਨਾਂ ਨੂੰ ਪਾਣੀ ਚਾਹੀਦਾ ਸੀ, ਉਹ ਤਾਂ ਇੱਕ IPL ਮੈਚ ਹੀ 'ਚ ਖਤਮ ਹੋ ਜਾਂਦਾ ਹੈ। ਕਿ ਅਸੀਂ ਪੰਜਾਬ ਨੂੰ ਇੱਕ ਜੰਕਯਾਰਡ ਬਣਾ ਰਹੇ ਹਾਂ ਮਸ਼ੀਨਾਂ ਦਾ। ਅੱਜ ਤਾਂ ਪ੍ਰੋਬਲਮ ਤੁਹਾਡੇ ਕੋਲ ਸਟਬਲ ਬਰਨਿੰਗ ਦੀ, ਤੁਸੀਂ ਅਗਰ ਕਹਿ ਲਓ ਇੱਕ ਇਨਵਾਇਰਮੈਂਟਲ ਇਸ਼ੂ ਹੈ। ਤੁਸੀਂ ਇਹ ਸੋਚੋ, ਜਿੱਥੇ ਮਸ਼ੀਨਾਂ ਖੜੀਆਂ ਹੈਗੀਆਂ ਜਿਨ੍ਹਾਂ ਦਾ ਯੋਗਦਾਨ ਸਿਰਫ 1 ਮਹੀਨਾ ਜਾਂ 15 ਦਿਨ ਦਾ ਹੈਗਾ, ਉਹ ਜੰਕਯਾਰਡ ਨਹੀਂ ਬਣੇਗਾ। ਪੰਜਾਬ ਦੁਨੀਆ ਨੂੰ ਜਾਂ ਦੇਸ਼ ਨੂੰ ਕਣਕ ਐਕਸਪੋਰਟ ਕਰਦਾ ਹੈ, ਠੀਕ ਹੈ। 48% ਇਸ ਬਾਰੇ ਦਾ ਡਾਟਾ ਜਿਹੜਾ ਕਹਿ ਰਿਹਾ ਇਸ ਤਰੀਕੇ ਨਾਲ ਹੈ ਕਿ 48% ਪੰਜਾਬ ਤੋਂ ਆ ਰਿਹਾ ਜਿਹੜਾ ਸਰਪਲਸ ਹੈਗਾ ਵੀਟ। ਸਰ ਇੰਟਰਸਟਿੰਗਲੀ ਜਿਹੜਾ ਸਾਡਾ ਆਟਾ ਹੈ, ਉਹ ਤਾਂ ਮੱਧ ਪ੍ਰਦੇਸ਼ ਤੋਂ ਆ ਰਿਹਾ। ਸ਼ੀਸ਼ਾ ਬੋਲਦਾ ਸੱਚ। ਅੱਜ ਫਿਰ ਖੇਤੀ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਖੇਤੀ ਕਰਨ ਵਾਲੇ ਕਰਜ਼ਾਈ ਨੇ, ਖੇਤੀ ਕਰਨ ਵਾਲੇ ਖੁਦਕਸ਼ੀਆਂ ਕਰ ਰਹੇ ਨੇ। ਔਰ ਇਸੇ ਦੌਰਾਨ ਮਾਨ ਸਰਕਾਰ ਨੇ ਖੇਤੀ ਨੀਤੀ ਬਣਾਉਣ ਦਾ ਫੈਸਲਾ ਕੀਤਾ। ਉਹਦੇ 'ਤੇ ਬੜੇ ਸੁਝਾਅ ਦਿੱਤੇ ਜਾ ਰਹੇ ਨੇ। ਪਰ ਅੱਜ ਅਸੀਂ ਬੇਨਤੀ ਕਰਕੇ ਕੌਮਾਂਤਰੀ ਖੇਤੀ ਮਾਹਰ ਦਵਿੰਦਰ ਸ਼ਰਮਾ ਜੀ ਨੂੰ ਬੁਲਾਇਆ। ਉਹ ਤੁਹਾਡੇ ਰੂਬਰੂ ਕਰਦੇ। ਮੈਂ ਘੱਟ ਬੋਲੂੰਗਾ, ਉਹਨਾਂ ਨੂੰ ਕਹੂੰਗਾ ਵੀ ਜਿੰਨਾ ਵੱਧ ਤੋਂ ਵੱਧ ਤੁਸੀਂ ਕਿਸਾਨਾਂ ਨੂੰ ਗਿਆਨ ਦੇ ਸਕਦੇ ਜੇ ਦਿਓ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਕੁਛ ਤੁਸੀਂ ਖੇਤੀ ਬਾਰੇ ਗੱਲਾਂ ਕੀਤੀਆਂ ਨੇ। ਕਈ ਤੁਹਾਡੀਆਂ ਭਵਿੱਖਬਾਣੀਆਂ ਜਿਹੜੀਆਂ ਨੇ ਉਹ ਬੜੀਆਂ ਸਾਕਾਰ ਵੀ ਹੋਈਆਂ ਨੇ। ਹੁਣ ਖੇਤੀ ਨੀਤੀ ਪੰਜਾਬ ਸਰਕਾਰ ਬਣਾ ਰਹੀ ਹੈ। 2 ਸ਼ਬਦਾਂ 'ਚ ਸ਼ੁਰੂਆਤ ਕਰੀਏ। ਸਭ ਤੋਂ ਜ਼ਰੂਰੀ ਸੁਝਾਅ ਕੀ ਹੈ ਤੁਹਾਡਾ? ਦੇਖੋ, ਇਹ ਕਈ ਵਾਰੀ ਆਪਾਂ ਗੱਲ ਕੀਤੀ ਹੈ ਖੇਤੀ ਨੀਤੀ ਦੀ ਪੰਜਾਬ ਵਿੱਚ ਸਪੈਸ਼ਲੀ, ਔਰ ਜਦ ਵੀ ਗੱਲ ਹੁੰਦੀ ਹੈ ਤਾਂ ਅਸੀਂ ਫੋਕਸ, ਮੇਰਾ ਦੇਖਿਆ ਮੈਂ ਹਰ ਵਾਰ ਹੁੰਦਾ ਹੈ ਕਿ ਬਈ ਡਾਇਵਰਸੀਫਿਕੇਸ਼ਨ ਦੀ ਗੱਲ ਜਿਹੜੀ ਹੁੰਦੀ ਹੈ ਉਹਦੇ ਉੱਪਰ ਜ਼ੋਰ ਦਿੱਤਾ ਜਾਏ, ਪਾਣੀ ਦੇ ਪ੍ਰੋਬਲਮ 'ਤੇ ਜ਼ੋਰ ਦਿੱਤਾ ਜਾਏ, ਸਟਬਲ ਬਰਨਿੰਗ 'ਤੇ ਕਿਸ ਤਰ੍ਹਾਂ ਉਹਨੂੰ ਐਡਰੈਸ ਕਰਨਾ। ਇਹ ਗੱਲਾਂ ਸਾਰੀਆਂ ਅਕਸਰ ਅਸੀਂ ਐਡਰੈਸ ਕਰਦੇ ਆਏ ਹਾਂ ਜਾਂ ਉਹਦੇ ਉੱਪਰ ਫੋਕਸ ਕਰਦੇ ਆਏ ਹਾਂ। ਮੈਨੂੰ ਲੱਗਦਾ ਕਿ ਹੁਣ ਜਿਸ ਸਟੇਜ 'ਤੇ ਅੱਜ ਅਸੀਂ ਆਪਣੀ ਖੇਤੀ ਨੀਤੀ ਦੀ ਗੱਲ ਕਰ ਰਹੇ ਹਾਂ, ਸਭ ਤੋਂ ਅਹਿਮ ਇਸ਼ੂ ਪੰਜਾਬ ਵਾਸਤੇ ਕੀ ਹੈ? ਅੱਜ ਪੰਜਾਬ ਕਿਸਾਨ ਦੀ ਅਗਰ ਤੁਸੀਂ ਇਨਕਮ ਦੇਖੋ, ਐਵਰੇਜ ਇਨਕਮ ਸਾਰੇ ਦੇਸ਼ ਦੇ ਪਰਿਪੇਖ ਵਿੱਚ, ਤਾਂ ਪੰਜਾਬ ਅੱਜ ਨੰਬਰ 2 ਤੇ ਹੈ। ਪਹਿਲੇ ਨੰਬਰ 'ਤੇ ਮੇਘਾਲਿਆ ਹੈ। ਮੇਘਾਲਿਆ ਛੋਟਾ ਸਟੇਟ ਹੈ ਚਲੋ, ਲੇਕਿਨ ਪੰਜਾਬ ਨੰਬਰ 2 ਤੇ ਆਂਦਾ। ਪੰਜਾਬ ਦੀ ਜਿਹੜੀ ਐਵਰੇਜ ਇਨਕਮ ਹੈ ਕਿਸਾਨ ਦੀ, ਉਹ 25,000 ਰੁਪਏ ਹਰ ਮਹੀਨੇ ਦੇ ਆਸ-ਪਾਸ ਹੈ ਜੀ। ਓਕੇ, ਇਹ ਆਫੀਸ਼ੀਅਲ ਡਾਟਾ ਹੈ। 25,000 ਰੁਪਏ ਕਿਸਾਨ ਦੀ ਇਨਕਮ ਹੈ। ਔਰ ਅਸੀਂ ਇੱਕ ਪਰਿਵਾਰ ਦੀ ਅਸੀਂ ਅੱਜ ਲੈ ਕੇ ਆ ਰਹੇ ਹਾਂ ਕਿ ਬਈ ਉਹ ਨੀਤੀ ਕੀ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਨੀਤੀ ਦਾ ਫੋਕਸ ਇੱਕੋ ਹੋਣਾ ਚਾਹੀਦਾ ਕਿ ਇਹ ਇਨਕਮ ਨੂੰ ਕਿਸ ਤਰ੍ਹਾਂ बढ़ाया ਜਾਏ। ਅਸੀਂ ਬਾਕੀ ਗੱਲਾਂ ਜੋ ਮਰਜ਼ੀ ਕਰ ਲਈਏ, ਲੇਕਿਨ ਅਲਟੀਮੇਟਲੀ ਤਾਂ ਐਵਰੀਥਿੰਗ ਬੋਇਲਸ ਡਾਊਨ ਟੂ ਇਨਕਮ ਕਿੰਨੀ ਕਿਸਾਨ ਦੀ बढ़ਦੀ ਹੈ। ਮੇਰਾ ਸਬਮਿਸ਼ਨ ਇਹ ਹੈਗਾ ਕਿ ਪੰਜਾਬ ਨੂੰ ਇਸ ਵਾਰੀ ਐਕਸੈਪਟ ਕਰ ਲੈਣਾ ਚਾਹੀਦਾ ਕਿ ਬਈ ਪੰਜਾਬ ਵਾਸਤੇ ਇੱਕ ਬਹੁਤ ਅਹਿਮ ਜਿਹੜਾ ਸਟੈਪ ਹੋਏਗਾ ਉਹ ਇਹ ਹੋਏਗਾ ਕਿ ਪੰਜਾਬ ਸ਼ੁੱਡ ਕਮ ਅਪ ਵਿਦ ਕਿ ਪੰਜਾਬ ਸਟੇਟ ਫਾਰਮਰਸ ਇਨਕਮ ਕਮਿਸ਼ਨ ਗਠਨ ਕੀਤਾ ਜਾਏ। ਮੇਰਾ ਮਤਲਬ ਜਿਹੜਾ ਪ੍ਰੈਜ਼ੈਂਟ ਕਮਿਸ਼ਨ ਹੈ ਉਹਨੂੰ ਤੁਸੀਂ ਕੋਆਪਟ ਕਰ ਲਓ। ਕੋਆਪਟ ਕਰ ਲਓ ਉਹਨੂੰ ਇਨਕਮ ਕਮਿਸ਼ਨ, ਬਿਕੋਜ਼ ਇੱਕ ਚੈਲੰਜ ਤਾਂ ਹੋਏਗਾ ਨਾ, ਔਰ ਉਹਦਾ ਇੱਕ ਮੈਂਡੇਟ ਜਾਂ ਇੱਕ ਜਿਹੜਾ ਹੋਣਾ ਚਾਹੀਦਾ, ਇੱਕ ਟਾਰਗੇਟ ਹੋਣਾ ਚਾਹੀਦਾ। ਅੱਜ 25,000 ਰੁਪਏ ਇਨਕਮ ਦਾ ਟਾਰਗੇਟ ਹੋਵੇ ਵੀ ਇੰਨਾ ਕਰਨ ਲਈ, ਫਾਰ ਐਗਜ਼ਾਮਪਲ 1 ਲੱਖ ਰੁਪਇਆ ਮਹੀਨਾ ਕਰਨ ਲਈ ਟਾਰਗੇਟ ਫਿਕਸ ਕਰਕੇ ਤੇ ਕੀ ਹੋਣਾ ਚਾਹੀਦਾ? ਮੇਰਾ ਸਬਮਿਸ਼ਨ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਸਬਮਿਸ਼ਨ ਇਹ ਹੈਗਾ ਕਿ ਆਪਾਂ ਇਹ ਕਰੀਏ ਕਿ 25,000 ਰੁਪਏ ਤਾਂ ਸਾਡੀ ਇਨਕਮ ਹੈਗੀ ਹੈ, ਇਸ ਆਫੀਸ਼ੀਅਲੀ ਜਿਹੜੀ ਹੈਗੀ ਹੈ ਇਨਕਮ, ਆਪਾਂ ਇਹ ਸੈੱਟ ਕਰੀਏ ਕਿ ਅਗਲੇ 2 ਸਾਲ ਵਿੱਚ 40,000 ਕਿਸ ਤਰ੍ਹਾਂ ਹੋ ਜਾਏ।
ਠੀਕ ਹੈ ਨਾ ਜੀ, ਉਹਦੇ ਅਗਲੇ 2 ਸਾਲ ਬਾਅਦ ਕਿੰਨਾ ਹੋਏ। ਮੇਰਾ ਮਤਲਬ ਕਹਿੰਦਾ ਕਿ ਅਗਰ ਇਹ ਅਸੀਂ ਮੰਨ ਕੇ ਚੱਲਾਂਗੇ ਕਿ ਸਾਡਾ 2 ਸਾਲ ਵਿੱਚ ਕਿਸਾਨ ਦੀ ਐਵਰੇਜ ਇਨਕਮ 40,000 ਰੁਪਏ ਪਰ ਮੰਥ ਹੋ ਜਾਂਦੀ ਹੈ ਪਰਿਵਾਰ ਦੀ, ਮੈਨੂੰ ਲੱਗਦਾ ਕਿ ਅਸੀਂ ਇੱਕ ਬਹੁਤ ਬੜਾ ਇੱਕ ਸਟੈਪ ਲੈ ਲਿਆ ਹੈਗਾ। ਕਿਉਂਕਿ ਅਲਟੀਮੇਟਲੀ ਜਿਸ ਤਰ੍ਹਾਂ ਆਪਾਂ ਤੁਸੀਂ ਪਹਿਲੇ ਸ਼ੁਰੂਆਤ 'ਚ ਕਿਹਾ ਸੀਗਾ ਕਿ ਆਤਮ ਹੱਤਿਆਵਾਂ ਹੋ ਰਹੀਆਂ, ਖੁਦਕੁਸ਼ੀਆਂ ਵੀ ਹੋ ਰਹੀਆਂ, ਹੋਰ ਡਿਸਟ੍ਰੈਸ ਦੇ ਬੜੇ ਸਿਗਨਲਸ ਹੈਗੇ ਆ ਪੰਜਾਬ ਵਿੱਚ, ਉਹ ਸਾਰਿਆਂ ਨੂੰ ਐਡਰੈਸ ਕਰਨ ਦਾ ਇੱਕੋ ਹੀ ਤਰੀਕਾ ਹੈਗਾ ਕਿ ਇਨਕਮ ਕਿਸਾਨ ਦੀ ਵਧਣੀ ਚਾਹੀਦੀ ਹੈਗੀ ਹੈ। ਪਰ ਸਰ ਤੁਹਾਡੀ ਗੱਲ ਸੁਣ ਕੇ ਮੇਰੀ ਸਮਝ ਤੋਂ ਬਾਹਰ ਹੋ ਰਹੀ ਗੱਲ ਹੈ। ਇੱਕ ਪੰਜਾਬ ਸਰਕਾਰ 'ਚ ਰੈਗੂਲਰ ਪੀਐਨ ਚਪੜਾਸੀ, ਉਹਦੀ ਤਨਖਾਹ ਵੀ 25,000 ਤੋਂ ਵੱਧ ਹੈ, ਜਿਹੜਾ ਥੋੜਾ ਪੁਰਾਣਾ ਹੋਊਗਾ 50,000 ਹੋਊਗੀ ਜੀ। ਇਹਦਾ ਮਤਲਬ ਵੀ ਇੱਕ ਕਿਸਾਨ ਦੀ ਹੈਸੀਅਤ ਪੀਐਨ ਦੇ ਬਰਾਬਰ ਵੀ ਨਹੀਂ। ਇਹੀ ਸਭ ਤੋਂ ਬੜੀ ਵਿਡੰਬਨਾ ਹੈ ਜੀ, ਔਰ ਇसी ਚੀਜ਼ ਨੂੰ ਲੋਕੀ ਐਡਰੈਸ ਨਹੀਂ ਕਰਨਾ ਚਾਹੁੰਦੇ। ਹੁਣ ਦੇਖੋ ਤੁਸੀਂ ਨੀਤੀ ਵੀ ਆਏਗੀ ਤੁਹਾਡੇ ਸਾਹਮਣੇ, ਪਹਿਲੇ ਵੀ ਨੀਤੀਆਂ ਆਈਆਂ ਹੈਗੀਆਂ, ਉਹਨਾਂ ਨੇ ਸਾਰੀ ਗੱਲਾਂ ਕੀਤੀਆਂ। ਮੈਂ ਨਹੀਂ ਕਹਿੰਦਾ ਕਿ ਉਹਨਾਂ 'ਚ ਕੋਈ ਕਮੀਆਂ ਤਾਂ ਹਰ ਜਗ੍ਹਾ ਹੁੰਦੀਆਂ, ਵੀ ਕੈਨ ਆਲਵੇਜ਼ ਕਮ ਅਪ ਵਿਦ ਦਿਸ ਥਿੰਗ, ਲੇਕਿਨ ਉਹਨਾਂ ਨੇ ਕੀਤੀ। ਲੇਕਿਨ ਉਹਨਾਂ ਨੇ ਜਿਹੜੀ ਇਨਕਮ ਦੀ ਗੱਲ ਹੈ ਉਹ ਉਹਨਾਂ ਨੇ ਨਹੀਂ ਕੀਤੀ। ਔਰ ਮੈਨੂੰ ਲੱਗਦਾ ਕਿ ਜਦ ਤੱਕ ਅਸੀਂ ਇਨਕਮ ਤੇ ਫੋਕਸ ਨਹੀਂ ਕਰਾਂਗੇ, ਹੁਣ ਦੇਖੋ ਨਾ 7ਵਾਂ ਵੇਤਨ ਆਯੋਗ ਆਇਆ, ਹਾਂਜੀ ਹੁਣ 8ਵਾਂ ਵੇਤਨ ਆਯੋਗ ਦੀ ਤਿਆਰੀ ਹੋ ਜਾਣੀ ਹੈਗੀ। ਉਹ ਤੋਂ ਪਹਿਲੇ ਕਿੰਨੇ ਸਾਰੇ 7 ਤੋਂ ਹੋਈ ਹੈ ਨਾ, ਜਾਂ ਮੁਲਾਜ਼ਮਾਂ ਦੀ ਗੱਲ ਮੈਂ ਕਰ ਰਿਹਾ ਹੈਗਾ। ਉੱਥੇ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਚਪੜਾਸੀ ਦੀ ਇਨਕਮ ਅਗਰ ਅੱਜ ਪਹਿਲੀ ਜੁਆਇਨ ਕਰਦੇ ਹੀ ਉਹਨੂੰ ਅਗਰ ਇਨਕਮ ਦੇ ਵਿੱਚ ਉਹਨੂੰ ਇਨਕਮ ਟੈਕਸ ਦੇਣਾ ਪੈਂਦਾ ਹੈਗਾ, ਔਰ ਸਾਡੇ ਕਿਸਾਨ ਨੂੰ ਅਸੀਂ 25,000 ਵੀ ਤਾਂ ਬਹੁਤ ਸਾਲਾਂ ਬਾਅਦ ਜਾ ਕੇ ਉਸ ਲੈਵਲ ਤੇ ਅਸੀਂ ਪਹੁੰਚੇ ਹੈਗੇ ਆ। ਕਿਉਂ ਨਹੀਂ ਅਸੀਂ ਇੱਕ ਅਗਰ ਅਸੀਂ EMPLOYEES ਵਾਸਤੇ ਕਰ ਸਕਦੇ ਹੈਗੇ ਆ, ਪ੍ਰੋਫੈਸਰਾਂ ਵਾਸਤੇ ਕਰ ਸਕਦੇ ਹੈਗੇ ਆ, ਸਕੂਲ ਟੀਚਰ ਵਾਸਤੇ ਕਰ ਸਕਦੇ ਹਾਂ, ਤਾਂ ਕਿਉਂ ਨਹੀਂ ਅਸੀਂ ਇੱਕ ਸਟੇਟ ਲੈਵਲ ਤੇ ਹੀ ਇੱਕ ਇਨੀਸ਼ੀਏਟਿਵ ਲੈ ਕੇ ਅਸੀਂ ਇਹ ਕਰੀਏ ਕਿ ਵੀ ਦੇਖੋ ਅਸੀਂ 25,000 ਤੋਂ ਅਸੀਂ 40,000 2 ਸਾਲ ਵਿੱਚ ਕਰ ਦੇਵਾਂਗੇ। ਇਹ ਡਬਲਿੰਗ ਦੀ ਇਨਕਮ ਵਾਲਾ ਸਟੈਪ ਨਾ ਲਈਏ। ਸ਼ਰਮਾ ਜੀ ਸੌਰੀ ਰੋਕ ਰਿਹਾ, ਤੁਹਾਨੂੰ ਜੀ ਨਹੀਂ ਕਰਦਾ ਰੋਕਣ ਨੂੰ। ਕੁਝ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੁਝਾਅ ਦਿੱਤੇ ਸਰਕਾਰ ਨੂੰ ਖੇਤੀ ਕਾਨੂੰਨ ਬਾਰੇ, ਨੀਤੀ ਬਣਾਉਣ ਬਾਰੇ, ਉਹਦੇ ਵਿੱਚ ਕੁਝ ਜਥੇਬੰਦੀਆਂ ਨੇ ਕਿਹਾ ਵੀ ਜਿਹੜਾ ਹਰਾ ਇਨਕਲਾਬ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਸੰਕਟ ਦਾ ਮੁੱਖ ਕਾਰਨ ਬਣਿਆ, ਜੜ ਹੀ ਉਹ ਹੈ। ਉਸੇ ਕਾਰਨ ਹੀ ਕਿਸਾਨ ਕਰਜ਼ਾਈ ਹੈ ਤੇ ਉਸੇ ਕਾਰਨ ਹੀ ਕਿਸਾਨ ਫਾਇਦੇ ਤੇ ਚੜ ਰਿਹਾ। ਇਹਦਾ ਮਤਲਬ 25,000 ਮੁੱਖ ਕਾਰਨ 25,000 ਹੀ ਹੈ। ਸਰ ਦੇਖੋ ਜੀ, ਜੋ ਉਹ ਕਹਿ ਰਹੇ ਹੈਗੇ ਕਿ ਬਈ ਜਿਹੜਾ ਗ੍ਰੀਨ ਰੈਵੋਲੂਸ਼ਨ ਸੀਗਾ, ਮੈਨੂੰ ਯਾਦ ਹੈ ਬਹੁਤ ਸਾਲ ਪਹਿਲੇ ਇੱਕ ਇੰਟਰਨੈਸ਼ਨਲ ਜਰਨਲ ਹੈ ਨਿਊ ਸਾਇੰਟਿਸਟ, ਉਹਦੇ ਵਿੱਚ ਮੈਂ ਇੱਕ ਕਾਲਮ ਲਿਖਿਆ ਸੀਗਾ, ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਗ੍ਰੀਨ ਰੈਵੋਲੂਸ਼ਨ ਹੈਜ਼ ਆਲਰੇਡੀ ਟਰਨਡ ਇਨਟੂ ਅ ਗ੍ਰੇ ਰੈਵੋਲੂਸ਼ਨ। ਮਤਲਬ ਗ੍ਰੇ ਰੈਵੋਲੂਸ਼ਨ ਮਤਲਬ ਹੈ ਕਿ ਦੇਖੋ ਸਾਡੀ ਜ਼ਮੀਨ ਦੀ ਕਿੰਨੇ ਤਹਿਸ ਨਹਿਸ ਹੋ ਚੁੱਕਿਆ, ਪਾਣੀ ਦਾ ਲੈਵਲ ਕਿੱਥੇ ਚਲਾ ਗਿਆ ਹੈ, ਕੰਟੈਮੀਨੇਸ਼ਨ ਜਿਹੜੀ ਪੈਸਟੀਸਾਈਡਸ ਹੈਗੇ ਪੂਰੇ ਫੂਡ ਚੇਨ ਨੂੰ ਕੰਟੈਮੀਨੇਟ ਕਰਤਾ ਹੈਗਾ, ਕੈਂਸਰ ਦੇ ਪੇਸ਼ੈਂਟਸ ਬੜੇ ਹੈਗੇ, ਸਾਰੀ ਗੱਲਾਂ ਮਿਲਾ ਲਈਏ ਤਾਂ ਇਟ ਹੈਜ਼ ਟਰਨਡ ਫਰੋਮ, ਜਿਸ ਤਰ੍ਹਾਂ ਗ੍ਰੀਨ ਰੈਵੋਲੂਸ਼ਨ ਨੂੰ ਨਾਂ ਦਿੱਤਾ ਸੀਗਾ ਸੀ, ਤਾਂ ਇਟ ਹੈਜ਼ ਟਰਨਡ ਇਨਟੂ ਅ ਗ੍ਰੇ ਰੈਵੋਲੂਸ਼ਨ। ਉਹੀ ਗੱਲ ਮੇਰੇ ਖਿਆਲ ਕਿਸਾਨ ਨੇਤਾ ਜੋ ਤੁਸੀਂ ਕਹਿ ਰਹੇ ਹੋ ਕਹਿ ਰਹੇ ਹੈਗੇ, ਵਿਚ ਇਜ਼ ਵੈਰੀ ਐਪਟ ਐਂਡ ਵੈਰੀ ਰਾਈਟ ਆਲਸੋ। ਲੇਕਿਨ ਸਰ ਅਲਟੀਮੇਟਲੀ ਫਿਰ ਇੱਕ ਗੱਲ ਆਉਂਦੀ ਹੈ ਕਿ ਆਫਟਰ ਆਲ ਕਿਆ ਤਰੀਕਾ ਹੈਗਾ ਕਿਸਾਨਾਂ ਦੀ ਇਨਕਮ बढ़ाई जाए। असल से गल तो आप यही करते ना, पैदावार की जिथे गल हैगी वो तो असं बढ़ाई दी है। देखो ना पंजाब का किसान वीट एंड पैडी 2 क्रॉपिंग पैटर्न फॉलो करता, अगर 2 क्रॉप्स लगाता है तो आप जानते हैं कि 11 टन प्रति हैक्टेयर इन्हों की साल की पैदावार हैगी। और दुनिया में अगर तुम देखो ना बाकी फसलों दुनिया के बाकी देशों में उत्थे भी पंजाब टॉप करता या टॉप में हैगा। 11 टन तो तुम ऑलरेडी अचीव कर सकते हो, प्रोडक्टिविटी तो जिन्ना तुम कहते लोगों ने करती है, किसानों ने करती है, मेहनत की है, लेकिन उन्होंने इनकम तो नहीं बढ़ी ना। ਇਹਦਾ ਮਤਲਬ ਰਿਕਾਰਡ ਜਿਹੜੀ ਫਸਲ ਦੀ ਪੈਦਾਵਾਰ ਕੀਤੀ ਹੈ ਜੀ, ਉਹਦੇ ਬਦਲ 'ਚ ਕਿਸਾਨ ਕਰਜ਼ਾਈ ਹੋਇਆ, ਖੁਦਕਸ਼ੀਆਂ ਵੀ ਕੀਤੀਆਂ, ਤੇ ਤੁਹਾਡਾ ਮਤਲਬ ਵੀ ਉਹ ਕੈਂਸਰ ਵੀ ਲੈ ਲਿਆ ਉਹਨੇ ਤੇ ਆਪਣੀ ਜ਼ਮੀਨ ਵੀ ਜ਼ਹਿਰੀਲੀ ਕਰ ਲਈ ਔਰ ਸੋਕਾ ਵੀ ਲਵਾ ਲਿਆ ਨਾ। ਇੱਕ ਤਾਂ ਕਿਸਾਨਾਂ ਦੇ ਆਪਣੇ ਜੋ ਤੁਸੀਂ ਗੱਲ ਕਰ ਰਹੇ ਹੋ ਇੰਡੀਕੇਸ਼ਨ ਹੈ ਕਿ ਵੀ ਉਹਨਾਂ ਨੂੰ ਕਿੰਨਾ ਨੁਕਸਾਨ ਹੋਇਆ, ਲੇਕਿਨ ਦੂਸਰਾ ਇੱਕ ਹੋਰ ਵੀ ਹੈ ਸਰ ਕਿ ਸਾਰੀ ਸਟੇਟ ਦਾ ਜਾਂ ਸਾਰੇ ਸਮਾਜ ਦਾ ਵੀ ਤਾਂ ਨੁਕਸਾਨ ਹੋਇਆ। ਬਿਲਕੁਲ ਅਸੀਂ ਇਹ ਨਾ ਸੋਚੇ ਕਿ ਸਿਰਫ ਕਿਸਾਨ ਦਾ ਨੁਕਸਾਨ ਹੋਇਆ, ਕਿਸੇ ਸਮਾਜ ਦਾ ਵੀ ਨੁਕਸਾਨ ਹੋਇਆ। ਖੇਤੀ ਪ੍ਰਧਾਨ ਸੂਬਾ ਹੈ, ਉਹਦੇ ਤੇ ਖੜਿਆ ਸਭ ਕੁਝ। ਸਰ ਦੂਜਾ ਹੈ ਕਿ ਤੁਹਾਡਾ এনवायरमेंट ਤਾਂ ਡਿਸਟਰੋਏ ਕੀਤਾ ਨਾ ਉਹਨਾਂ ਨੇ, ਔਰ ਇਹ ਤਾਂ ਮੰਨਣਾ ਪਏਗਾ ਕਿ ਡਿਸਟਰੋਏ ਹੋਇਆ ਉਸ ਖੇਤੀ ਪੱਧਤੀ ਤੋਂ। ਲੇਕਿਨ ਮੇਰਾ ਕਹਿਣਾ ਹੈ ਕਿ ਤੁਸੀਂ ਅਗਰ ਇਹ 2 ਚੀਜ਼ਾਂ ਅਗਰ ਕਰਦੇ ਹੋ ਔਰ ਇਸ ਤੁਹਾਡੀ ਇੱਕ ਪਾਲਿਸੀ ਵਿੱਚ ਆਉਂਦੀਆਂ ਹੈਗੀਆਂ, ਇੱਕ ਤਾਂ ਉਹ ਤਾਂ ਹੀ ਹੋ ਸਕਦੀਆਂ ਜੇ ਅਸੀਂ ਪਹਿਲੇ ਇੱਕ ਮੰਨ ਲਈਏ ਕਿ ਵੀ ਇਹ ਜਿਹੜਾ ਇੱਕ ਰੂਟੀਨ ਚੱਲ ਪਿਆ ਨਾ ਸਾਡੇ ਦੇਸ਼ 'ਚ, ਇੱਕ ਪ੍ਰੋਬਲਮ ਛੋਟੀ ਜਿਹੀ ਹੈਗੀ ਹੈ, ਇੱਕ ਜਗ੍ਹਾ ਇੱਕ ਅਨਾਉਂਸਮੈਂਟ ਹੋ ਜਾਂਦੀ, ਸਾਰੇ ਉਹਨੂੰ ਫੋਲੋ ਕਰਦੇ ਆ, ਵਿਚ ਇਜ਼ ਓਕੇ, ਲੇਕਿਨ ਆਈ ਥਿੰਕ ਵੀ ਕੈਨ ਮੋਡੀਫਾਈ ਇਟ, ਅਡੈਪਟ ਇਟ ਟੂ ਆਰ ਕੰਡੀਸ਼ਨ। ਹੁਣ ਤੁਸੀਂ ਦੇਖੋ ਨਾ, ਤੁਸੀਂ ਪੰਜਾਬ ਫਾਰਮਰਸ ਕਮਿਸ਼ਨ ਹੈ, ਤੁਸੀਂ ਪੰਜਾਬ ਫਾਰਮਰ ਐਂਡ ਵਰਕਰਸ ਕਮਿਸ਼ਨ ਕਰਦੇ ਹੋ, ਜੋ ਵੀ ਕਹਤਾ, ਲੇਕਿਨ ਮੇਰਾ ਮਤਲਬ ਹੈ ਕਿ ਉਹਨਾਂ ਨੂੰ ਆਖਿਰਕਾਰ ਜਿਹੜਾ ਰੋਲ ਤਾਂ ਇੱਕ ਟਾਸਕ ਤਾਂ ਹੋਣਾ ਚਾਹੀਦਾ, ਇਟਸ ਅ ਸਟੈਚੂਟਰੀ ਬੋਡੀ, ਉਹਦਾ ਟਾਸਕ ਇਹ ਹੋਣਾ ਚਾਹੀਦਾ ਵੀ ਉਹ 2 ਸਾਲ ਵੀ ਸਾਨੂੰ ਕਰਕੇ ਦਿਖਾਣ ਕਿ ਵੀ 40,000 ਇਨਕਮ ਕਿਸ ਤਰ੍ਹਾਂ ਹੋ ਸਕਦੀ ਹੈ, ਤਾਂ ਕੋਈ ਫਾਇਦਾ ਹੋਇਆ ਨਾ ਉਹਦਾ, ਸੁਧਾਰ ਤਾਂ ਹੀ ਹੋਏਗਾ। ਤਾਂ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਉਹ ਉਹਨਾਂ ਦਾ ਕੰਮ ਹੈਗਾ। ਪਰ ਪਹਿਲੇ ਇਹ ਇੱਕ ਫੋਕਸ ਤਾਂ ਆਏ ਨਾ, ਲੈਟ ਅਸ ਬੀ ਕਲੀਅਰ ਕਿ ਵੀ ਸਾਨੂੰ ਇਹ ਕਰਨਾ ਹੈਗਾ। ਐਂਡ ਪੰਜਾਬ ਦੀ ਇੱਕ ਬੜੀ ਅੱਛੀ ਗੱਲ ਹੈ ਸਰ, ਪੰਜਾਬ ਇਜ਼ ਅ ਲੀਡਰ।
ਪੰਜਾਬ ਨੇ ਅਗਰ ਇਹ ਕਰਤਾ ਨਾ, ਤੁਸੀਂ ਇਹ ਮੰਨੋਗੇ ਕਿ ਸਾਰੇ ਦੇਸ਼ ਵਿੱਚ ਆਸਤੇ ਆਸਤੇ ਬਾਕੀ ਸਟੇਟਸ ਵੀ ਫੋਲੋ ਕਰਨਗੀਆਂ। ਤਾਂ ਵੀ ਆਰ ਏ ਹਾਰਬਿੰਗਰ ਆਫ ਏ ਨਿਊ ਰੈਵੋਲੂਸ਼ਨ। ਤਾਂ ਪੰਜਾਬ ਵਿੱਚ ਤਾਂ ਪਤਾ ਉਹਨਾਂ ਨੂੰ ਕਿ ਜੋ ਅਸੀਂ ਕਰਾਂਗੇ ਦੇਸ਼ ਸਾਨੂੰ ਫੋਲੋ ਕਰੇਗਾ, ਲੇਕਿਨ ਤੁਸੀਂ ਇਹ ਕਿਉਂ ਕਰਦੇ ਹੋ ਕਿ ਜੋ ਦੇਸ਼ ਨੇ ਕੀਤਾ ਤੁਸੀਂ ਉਹਨੂੰ ਫੋਲੋ ਕਰਦੇ ਹੋ। ਮੈਂ ਇਸ ਗੱਲ ਦੇ ਖਿਲਾਫ ਵੀ ਨਹੀਂ ਹੈ, ਪਰ ਆਈ ਥਿੰਕ ਯੂ ਸ਼ੁੱਡ ਸੀ ਕਿ ਸਾਨੂੰ ਕਿੱਥੇ ਬੈਨੀਫਿਟ ਜ਼ਿਆਦਾ ਹੋਏਗਾ ਸਾਡੇ ਵਾਸਤੇ। ਇੱਕ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਕਹਿ ਰਹੇ ਸੀਗੇ ਕਿ ਜਿਹੜਾ ਬੈਕਬੋਨ ਆਫ ਇਕੋਨਮੀ ਹੈ ਪੰਜਾਬ ਦੀ, ਉਹ ਖੇਤੀ ਹੈ, ਉਹਨੂੰ ਕਿਸ ਤਰ੍ਹਾਂ ਦੁਬਾਰਾ ਸੁਦ੍ਰਿੜ ਕੀਤਾ ਜਾਏ। ਪਰ ਸ਼ਰਮਾ ਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਜੇ, ਇੱਕ ਬਹੁਤ ਵੱਡਾ ਸੰਕਟ ਪੰਜਾਬ 'ਚ ਆ ਗਿਆ, ਪਾਣੀ ਦਾ ਸੰਕਟ ਆ ਗਿਆ। ਇੱਕ ਤੇ ਜ਼ਹਿਰੀਲਾ ਹੋ ਗਿਆ, ਇੱਕ ਡੂੰਘਾ ਬਹੁਤ ਹੋ ਗਿਆ, ਤੇ ਖਤਰਨਾਕ ਅੰਕੜੇ ਸਾਹਮਣੇ ਆ ਰਹੇ ਵੀ ਕੁਝ ਸਾਲਾਂ ਬਾਅਦ ਤੇ ਪਾਣੀ ਪੀਣ ਨੂੰ ਨਹੀਂ ਲੱਭਣਾ ਪੰਜਾਬ 'ਚ। ਕਿਵੇਂ ਖੇਤੀ ਹੋਊਗੀ? ਸਰ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਔਰ ਆਪਾਂ ਜਾਣਦੇ ਹਾਂ ਕਿ ਸਾਰੀ ਦੁਨੀਆ ਵਿੱਚ ਇਹਦੇ ਵਿੱਚ ਚਰਚਾ ਹੋ ਰਹੀ ਹੈਗੀ। ਇੰਟਰਸਟਿੰਗ ਗੱਲ ਸੁਣੋ ਹੁਣ ਤੁਸੀਂ ਕਿ ਇੱਕ ਸਾਡਾ ਇੱਕ ਸੋਚ ਜਿਹੜੀ ਹੈ ਨਾ, ਉਹਦੇ ਵਿੱਚ ਵੀ ਇੱਕ ਪ੍ਰੋਬਲਮ ਹੈਗਾ ਸਰ। ਜਦ ਤੱਕ ਉਹ ਗਰੀਬ ਆਦਮੀ ਨਾਲ ਹੋਏਗਾ, ਕਿਸਾਨਾਂ ਨਾਲ ਹੋਏਗਾ, ਤਾਂ ਸਾਡਾ ਸਾਰੀ ਮਾਰ ਉੱਥੇ ਹੁੰਦੀ ਹੈ, ਸਾਰੀ ਫੋਕਸ ਉੱਥੇ ਹੁੰਦੀ ਹੈ ਕਿ ਕਿਸਾਨਾਂ ਨੇ ਬਰਬਾਦ ਕਰਤਾ ਪੰਜਾਬ, ਪਾਣੀ ਦੇ ਸਕ ਦੀ ਵਾਟਰ, ਇਹ ਸਾਰੀ ਗੱਲਾਂ ਆਪਾਂ ਸੁਣਦੇ ਹਾਂ। ਮਾਈਨਿੰਗ ਕਰਦੇ ਹੈਗੇ ਪਾਣੀ ਦੀ, ਲਿਟਰਲੀ ਇਹ ਸਾਰੀ ਗੱਲਾਂ ਹੁੰਦੀਆਂ। ਸਰ ਮੰਨਦਾ ਕਿ ਪੰਜਾਬ ਦਾ ਪਾਣੀ ਜਿਹੜਾ ਹੈਗਾ ਕੁਝ ਸਾਲਾਂ ਵਿੱਚ ਤੁਸੀਂ ਕਹਿ ਰਹੇ ਹੋਗੇ ਕਿ ਵੀ ਜ਼ਿਆਦਾ ਅਸੀਂ ਡਰਾ ਕਰਾਂਗੇ ਸਾਡੇ ਕੋਲ ਪਾਣੀ ਨਹੀਂ ਹੋਏਗਾ। ਇਹ ਤਾਂ ਗੱਲ ਠੀਕ ਹੈ, ਬੜੇ ਸਟੱਡੀਜ਼ ਹੈਗੀਆਂ। ਪਰ ਤੁਸੀਂ ਇੱਕ ਗੱਲ ਹੋਰ ਵੀ ਸੋਚੋ ਕਿ ਸਾਡੇ ਨੈਰੇਟਿਵ ਵਿੱਚ ਇੱਕ ਗੱਲ ਕਿਉਂ ਨਹੀਂ ਆਉਂਦੀ? ਦੁਨੀਆ ਵਿੱਚ ਅੱਜ ਜਿੰਨਾ ਪਾਣੀ ਹੈਗਾ, ਉੱਥੇ ਵੀ ਸੰਕਟ ਹੈ ਨਾ ਸਾਰੀ ਦੁਨੀਆ 'ਚ। ਇੰਟਰਸਟਿੰਗਲੀ ਸਿਰਫ 5 ਕੰਪਨੀਆਂ ਹੈਗੀਆਂ, 5 ਕੰਪਨੀਆਂ ਜਿਹੜਾ ਕਿ ਜਿੰਨਾ ਦੁਨੀਆ 'ਚ ਅੱਜ ਪਾਣੀ ਇਸਤੇਮਾਲ ਹੋ ਰਿਹਾ ਜਾਂ ਕਿਸੇ ਵੀ ਉਸ ਲੈਵਲ ਤੇ, ਉਹ ਉਨਾ ਪਾਣੀ ਉਹਨਾਂ ਕੋਲ ਜਾ ਰਿਹਾ। ਕਦੀ ਤੁਸੀਂ ਸੁਣਿਆ ਕਿਤੇ ਡਿਬੇਟ ਹੋਈ ਹੋਏ ਕਿ ਇਹ 5 ਕੰਪਨੀਆਂ ਨੂੰ ਕੰਟਰੋਲ ਕਰੋ, ਇਹਨਾਂ ਦਾ ਪਾਣੀ ਦੁੱਗਣਾ, ਮਤਲਬ ਜਿੰਨਾ ਪਾਣੀ ਆਲਰੇਡੀ ਅਸੀਂ ਯੂਜ਼ ਕਰ ਰਹੇ ਹਾਂ ਉਹ ਤੋਂ ਉਨਾ ਹੀ ਅਗਰ ਉਹ ਯੂਜ਼ ਕਰ ਰਹੀਆਂ ਸਿਰਫ 5 ਕੰਪਨੀਆਂ। ਮੈਂ ਤਾਂ ਕਿਤੇ ਦੁਨੀਆ 'ਚ ਡਿਬੇਟ ਨਹੀਂ ਦੇਖਦਾ ਕਿ ਵੀ ਉਹਨਾਂ ਕੰਪਨੀਆਂ ਤੇ ਕੋਈ ਕੰਟਰੋਲ ਕੀਤਾ ਜਾਏ। ਬਲਬੀਰ ਰਾਜੇਵਾਲ ਉਹਨਾਂ ਦੀ ਇੱਕ ਗੱਲ ਯਾਦ ਆ ਰਹੀ, ਬਹੁਤ ਚਿਰ ਪਹਿਲਾਂ ਉਹਨਾਂ ਕਿਸੇ ਸੈਮੀਨਾਰ 'ਚ ਕਿਹਾ ਸੀ ਵੀ ਕਿਸਾਨਾਂ ਨੂੰ ਬੜਾ ਭੰਡਿਆ ਜਾਂਦਾ, ਪਾਣੀ ਬਰਬਾਦ ਕਰਦੇ ਆ। ਅਸੀਂ ਕਾਹਦੇ ਲਈ ਕਰਦੇ ਆ? ਝੋਨਾ ਲਾਉਣ ਲਈ, ਕਣਕ ਲਾਉਣ ਲਈ। ਕਣਕ ਜਿਹੜੀ ਆਪਣੀਆਂ ਜੇਬਾਂ 'ਚ ਪਾਉਣੀ ਆ, ਅਸੀਂ ਦੇਸ਼ ਨੂੰ ਦੇਣੀ ਹੈ। ਤੇ ਕਹਿੰਦੇ ਦੂਸਰੇ ਪਾਸੇ ਇੱਕ ਆਮ ਬੰਦਾ ਸਵੇਰੇ ਉੱਠਦਾ, ਦਾਤਨ ਕਰਨ ਲਈ, ਬਰਸ਼ ਕਰਨ ਲਈ ਟੂਟੀ ਖੋਲ ਲੈਂਦਾ, ਬਾਲਟੀ ਭਰ ਪਾਣੀ ਜਿਹੜਾ ਬਰਬਾਦ ਕਰ ਦਿੰਦਾ ਬਰਸ਼ ਕਰਨ ਲਈ, ਜਿਹੜਾ 4 ਚੂੜੀਆਂ ਨਾ ਹੋ ਸਕਦਾ, ਪਰ ਬਦਨਾਮ ਜਿਹੜਾ ਕਿਸਾਨ ਹੁੰਦਾ। ਹੁਣ ਤੁਸੀਂ ਦੇਖੋ ਨਾ, ਮੈਂ ਇੱਕ ਡਿਬੇਟ ਵਿੱਚ ਸੀਗਾ ਜੀ, ਉੱਥੇ ਬੜਾ ਇੰਟਰਸਟਿੰਗ ਸੀਗਾ ਕਿ ਇੱਕ ਬੜੀ ਕੰਪਨੀ ਮਲਟੀਨੈਸ਼ਨਲ ਹਿੰਦੁਸਤਾਨ ਦੀ, ਉਹਨਾਂ ਦੇ ਜਨਰਲ ਮੈਨੇਜਰ ਬੈਠੇ ਸੀਗੇ। ਉਹ ਕੀ ਕਹਿੰਦੇ, ਦੇਖੋ ਪਾਣੀ ਇਜ਼ ਏ ਇਸ਼ੂ, ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਕ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਤਹਿਤ ਅਸੀਂ ਪ੍ਰੋਗਰਾਮ ਲਾਂਚ ਕੀਤਾ ਗੁੜਗਾਉਂ 'ਚ। ਕਹਿੰਦੇ ਗੁੜਗਾਉਂ 'ਚ ਪ੍ਰੋਗਰਾਮ ਇਹ ਹੈ ਕਿ ਜਿਹੜੀ ਕੰਮ ਵਾਲੀਆਂ ਹੈਗੀਆਂ, ਜਿਹੜਾ ਤੁਹਾਡੇ ਹਾਊਸ ਹੈਲਪਰ ਹੈਗੇ ਆ, ਉਹਨਾਂ ਨੂੰ ਬਰਤਨ ਮਾਂਜਦੇ ਹੋਏ ਪਾਣੀ ਕਿਸ ਤਰ੍ਹਾਂ ਬਚਾਇਆ ਜਾਏ, ਅਸੀਂ ਇਹ ਸਿਖਾ ਰਹੇ ਹਾਂ। ਹਾਂਜੀ, ਔਰ ਉਹ ਕੀ ਇੱਕ ਬਾਲਟੀ ਵਿੱਚ ਤੁਸੀਂ ਅਗਰ ਇੱਕ ਮੱਗ ਬਚਾ ਵੀ ਲਿਆ ਤਰਲੋਚਨ ਜੀ, ਤਾਂ ਇਹ ਸੋਚਦੇ ਕਿ ਬਹੁਤ ਬੜੀ ਅਚੀਵਮੈਂਟ ਹੈ। ਲੇਕਿਨ ਜੋ ਤੁਹਾਨੂੰ ਮੈਂ ਦੱਸ ਰਿਹਾ ਕਿ ਕਦੀ ਕਾਰਪੋਰੇਟਸ ਨੇ ਗੱਲ ਕੀਤੀ ਕਿ ਜਿਹੜੀ 5 ਕੰਪਨੀਆਂ ਸਾਰੀ ਦੁਨੀਆ ਦਾ ਜਿੰਨਾ ਬਰਾਬਰ ਪਾਣੀ ਇਸਤੇਮਾਲ ਕਰ ਰਹੀਆਂ, ਉਹਦਾ ਕੁਝ ਕੀਤਾ ਜਾਏ, ਕਦੀ ਨਹੀਂ ਡਿਬੇਟ ਹੁੰਦੀ, ਕਿਤੇ ਚਰਚਾ ਨਹੀਂ ਮੈਂ ਦੇਖਿਆ। ਮੇਰਾ ਸਿਰਫ ਇਹ ਕਹਿਣਾ ਨਹੀਂ ਹੈ ਕਿ ਇਹ ਮਤਲਬ ਨਹੀਂ ਹੈ ਮੇਰਾ ਇਸ ਗੱਲ ਦਾ ਕਿ ਬਈ ਕਿਸਾਨਾਂ ਦਾ ਜਿਹੜੀ ਸੀ ਖੇਤੀ ਦਾ ਪ੍ਰੋਬਲਮ ਹੈਗਾ ਪਾਣੀ ਦਾ, ਉਹਨੂੰ ਅਸੀਂ ਐਡਰੈਸ ਨਾ ਕਰੀਏ। ਮੇਰਾ ਮਤਲਬ ਹੈ ਕਿ ਜਿੱਥੇ ਫੋਕਸ ਹੋਣਾ ਚਾਹੀਦਾ ਉੱਥੇ ਨਹੀਂ ਹੁੰਦਾ। ਤੁਸੀਂ ਦੂਜੀ ਗੱਲ ਦੇਖੋ, ਗੋਲਫ ਕੋਰਸਿਸ ਹੈਗੇ ਪੰਜਾਬ ਕੋਲ, ਕਿੰਨੇ ਗੋਲਫ ਕੋਰਸਿਸ ਹੈਗੇ? ਤੁਸੀਂ ਮੈਨੂੰ ਦੱਸੋ ਕਿਹੜਾ ਗੋਲਫ ਕੋਰਸ ਹੈਗਾ ਜਿਹੜਾ ਕਿ ਪਾਣੀ ਦਾ ਬਚਾਅ ਕਰ ਰਿਹਾ ਹੈਗਾ ਜਾਂ ਪਾਣੀ ਦਾ ਯੂਜ਼ ਜਿਹੜਾ ਹੈਗਾ ਉਹਨੂੰ ਮਿਸਯੂਜ਼ ਨਹੀਂ ਕਰ ਰਿਹਾ, ਜਾਂ ਉਹਨਾਂ ਦੇ ਜਿੰਨਾ ਪਾਣੀ ਦੀ ਰਿਕੁਆਇਰਮੈਂਟ ਹੈ। ਵੀਆਈਪੀ ਜਾਂਦੇ ਨਾ ਉੱਥੇ, ਤੇ ਇਹ ਗੱਲਾਂ ਜਿਹੜੀਆਂ ਮੈਟਰ ਨਹੀਂ ਕਰਦੀਆਂ। ਇੱਕ ਗੋਲਫ ਕੋਰਸ ਜਿਹੜਾ ਹੈਗਾ ਤਕਰੀਬਨ 18,000 ਘਰਾਂ ਦਾ ਪਾਣੀ ਪੀ ਜਾਂਦਾ ਹੈ। ਠੀਕ ਹੈ ਜੀ, ਕਦੀ ਗੱਲ ਹੋਈ ਕਿ ਇਹਨਾਂ ਦੀ ਵਾਟਰ ਹਾਰਵੈਸਟਿੰਗ ਇਹਨਾਂ ਨੂੰ ਕਰਨੀ ਚਾਹੀਦੀ ਹੈ? ਕਿਉਂ ਨਹੀਂ ਗੋਲਫ ਕੋਰਸ ਆਪਣੇ ਵਾਟਰ ਹਾਰਵੈਸਟਿੰਗ ਵਾਸਤੇ ਇੱਕ ਸਮਝ ਦਿਖਾਏ ਦੇਸ਼ ਨੂੰ ਕਿ ਅਸੀਂ ਪਾਣੀ ਆਪਣਾ ਜਿਹੜਾ ਹੈਗਾ ਉਹਨੂੰ ਬਿਲਡ ਅਪ ਕਰਦੇ ਪਏ ਹਾਂ, ਉਹੀ ਅਸੀਂ ਯੂਜ਼ ਕਰਾਂਗੇ। ਇਹ ਕਿਉਂ ਨਹੀਂ ਹੋ ਸਕਦਾ? ਅਸੀਂ ਕਿਸਾਨਾਂ ਨੂੰ ਦੋਸ਼ ਦੇਣਾ ਬੜਾ ਆਸਾਨ ਹੈ, ਹਰ ਚੀਜ਼ ਤੇ ਕਿਸਾਨਾਂ ਨੂੰ ਦੋਸ਼ ਹੈਗਾ। ਸੋ ਪ੍ਰੋਡਕਸ਼ਨ ਬਹੁਤ ਹੁੰਦੀ ਹੈ ਨਾ, ਤਾਂ ਕਰਕੇ ਤਾਂ ਮੈਂ ਤੁਹਾਡੀ ਗੱਲ ਮੰਨਦਾ ਹੈਗਾ ਕਿ ਬਈ ਉਹ ਕਿ ਉਹਨਾਂ ਕੀ ਸਭ ਨੂੰ ਦਿਖ ਰਿਹਾ ਹੈਗਾ, ਬਟ ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਜ਼ ਤੁਸੀਂ ਦੇਖੋ ਨਾ IPL ਦੇ ਮੈਚਿਸ ਹੁੰਦੇ, ਇੱਕ ਮੈਚ ਜਿਹੜਾ ਹੈਗਾ ਉਹ ਤੁਹਾਡਾ ਕਿੰਨਾ ਪਾਣੀ ਪੀ ਜਾਂਦਾ ਹੈਗਾ। ਹਾਂਜੀ, ਕਦੀ ਗੱਲ ਨਹੀਂ ਹੁੰਦੀ। ਹਾਂਜੀ, ਉਹ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਜਦ ਮਹਾਰਾਸ਼ਟਰ ਵਿੱਚ ਸੁੱਕਾ ਪਿਆ ਸੀਗਾ, ਤਾਂ ਗੱਲ ਹੋਈ ਸੀਗੀ ਕਿ ਬੰਬੇ ਦਾ ਜਿਹੜਾ IPL ਮੈਚ ਹੋ ਰਿਹਾ ਹੈ ਉਹ ਕਿੰਨਾ ਪਾਣੀ ਉਹ ਕਰ ਰਿਹਾ ਹੈਗਾ। ਜਿੰਨਾ ਵਿਚਾਰੇ ਕਿਸਾਨਾਂ ਨੂੰ ਪਾਣੀ ਚਾਹੀਦਾ ਸੀ ਉਹ ਤਾਂ ਇੱਕ IPL ਮੈਚ ਹੀ ਖਤਮ ਹੋ ਜਾਂਦਾ। ਇੱਕ ਕਿਸਾਨਾਂ ਨੇ ਜਿਹੜਾ ਸੁਝਾਅ ਦਿੱਤਾ ਉਹਦੇ 'ਚ ਇਹ ਵੀ ਕਿਹਾ ਵੀ ਪੰਜਾਬ ਸਰਕਾਰ ਖਾਸ ਕਰਕੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ, ਭਾਰਤ ਸਰਕਾਰ ਦੀਆਂ ਬੜੀਆਂ ਸਕੀਮਾਂ ਨੇ, ਉਹ ਕਿਸੇ ਨਾ ਕਿਸੇ ਰੂਪ 'ਚ ਨਰੇਗਾ ਕਿਸਾਨਾਂ ਨਾਲ ਜੁੜੀਆਂ ਨੇ, ਪਰ ਪੰਜਾਬ ਸਰਕਾਰ ਉਹਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰ ਸਕੀ, ਭਾਵ ਉਹ ਫੰਡ ਲੈ ਨਹੀਂ ਸਕੀ, ਗਰੰਟਾਂ ਨਹੀਂ ਲੈ ਸਕੀ।
ਸਰ ਇਹ ਤਾਂ ਦੇਖੋ, ਇਹ ਤਾਂ ਤੁਹਾਡੇ ਗਵਰਨੈਂਸ ਦਾ ਇਸ਼ੂ ਹੈ, ਇਹਨੂੰ ਗਵਰਨੈਂਸ ਨੂੰ ਇੰਪਰੂਵ ਕਰਨਾ ਤਾਂ ਕੋਈ ਨੂੰ ਆਬਜੈਕਟ ਨਹੀਂ ਕਰੇਗਾ, ਲੇਕਿਨ ਇੱਕ ਗੱਲ ਹੈ ਕਿ ਗਵਰਨਮੈਂਟ ਦੀ ਸਕੀਮਸ ਨੂੰ ਅਸੀਂ ਕਿਸ ਤਰ੍ਹਾਂ ਇੰਪਰੂਵ ਕਰੀਏ, ਟੇਲਰ ਕਰੀਏ ਕਿ ਸਾਡੇ ਕਿਸਾਨਾਂ ਨੂੰ ਫਾਇਦਾ ਹੋਏ ਉਹਦਾ। ਮੈਂ ਇਸ ਕਰਕੇ ਕਹਿ ਰਿਹਾ, ਤੁਹਾਨੂੰ ਯਾਦ ਹੋਏਗਾ ਇੱਕ ਸਕੀਮ ਜਦ ਸ਼ੁਰੂਆਤ ਹੋਈ ਸੀਗੀ, ਜਿਹਨੂੰ ਆਪਾਂ ਕਹਿੰਦੇ ਕਾਲੀਆ ਸਕੀਮ ਆਈ ਸੀਗੀ ਉੜੀਸਾ ਵਿੱਚ, ਜਾਂ ਫਿਰ ਸਕੀਮ ਆਈ ਸੀਗੀ ਛੱਤੀਸਗੜ੍ਹ 'ਚ ਜਾਂ ਤੇਲੰਗਾਨਾ ਵਗੈਰਾ ਵਿੱਚ, ਜਿੱਥੇ ਉਹਨਾਂ ਨੇ 10,000 12,000 ਰੁਪਏ ਕਿਸਾਨਾਂ ਨੂੰ ਮੰਥਲੀ ਸਪੋਰਟ ਦੇਣੀ ਸ਼ੁਰੂ ਕੀਤੀ ਸੀਗੀ। ਉਹਨਾਂ ਨੇ ਵੀ ਤਾਂ ਸੈਂਟਰ ਤੋਂ ਇਲਾਵਾ ਦਿੱਤਾ ਸੀ ਨਾ। ਮੇਰਾ ਸਿਰਫ ਕਹਿਣਾ ਹੈ ਕਿ ਆਪਾਂ ਸੈਂਟਰ ਤੋਂ ਵੀ ਇਲਾਵਾ ਕੁਝ ਕਰਨਾ ਦੇਖੀਏ ਨਾ, ਕਿ ਵੀ ਵਾਏ ਅਸੀਂ ਇਹ ਕਹੀਏ ਕਿ ਹਰ ਵਾਰੀ ਸੈਂਟਰ ਦੀ ਸਕੀਮਾਂ ਉਹਨਾਂ ਨੂੰ ਬਿਲਕੁਲ ਯੂਟਿਲਾਈਜ਼ ਕਰੋ, ਲੇਕਿਨ ਉਹਦੇ ਇਲਾਵਾ ਆਪਣੀਆਂ ਵੀ ਸਕੀਮਾਂ ਫਾਰਮੂਲੇਟ ਕਰੋ, ਦਿਖਾਓ ਦੇਸ਼ ਨੂੰ ਕਿ ਵੀ ਇਸ ਤਰ੍ਹਾਂ ਖੇਤੀ ਹੋਣੀ ਚਾਹੀਦੀ ਹੈ। ਇੱਕ ਗੱਲ ਤਾਂ ਆਪਾਂ ਜਿਹੜੀ ਕਰ ਰਹੇ ਹਾਂ ਕਿ ਐਗਜ਼ੌਸਟਿਵ ਜਿਹੜੀ ਖੇਤੀ ਹੈਗੀ, ਜਿਹਨੂੰ ਅਸੀਂ ਇੰਟੈਂਸਿਵ ਐਗਰੀਕਲਚਰ, ਲੇਕਿਨ ਸਰ ਦੂਸਰਾ ਇੱਕ ਹੋਰ ਹੈ, ਅੱਜ ਐਗਰੋ ਇਕੋਲੋਜੀ ਦਾ ਸਾਰੀ ਦੁਨੀਆ ਵਿੱਚ ਇੱਕ ਮੈਸੇਜ ਹੈ ਕਿ ਐਗਰੋ ਇਕੋਲੋਜੀ ਤਰਫ ਅਸੀਂ ਸ਼ਿਫਟ ਕਰਨਾ ਹੈ। ਪੰਜਾਬ ਵਿੱਚ ਕਿਤੇ ਸ਼ਿਫਟ ਹੈ? ਬਿਲਕੁਲ ਨਜ਼ਰ ਨਹੀਂ ਆ ਰਹੀ। ਜ਼ਮੀਨ ਸਾਡੀ ਤਹਿਸ ਨਹਿਸ ਹੈ, ਪਾਣੀ ਸਾਡਾ ਦੋਹਨ ਹੋ ਚੁੱਕਿਆ ਹੈਗਾ, ਕੰਟੈਮੀਨੇਸ਼ਨ ਅਸੀਂ ਜਾਣਦੇ ਹਾਂ, ਹੈ ਨਾ, ਸਾਰੀ ਹੋ ਰਹੀ ਹੈ ਪੈਸਟੀਸਾਈਡ ਦੇ ਨਾਲ। ਤੁਸੀਂ ਆਪਣੇ ਆਪ ਕਿਹਾ ਕਿ ਕੈਂਸਰ ਦੀ ਪ੍ਰੋਬਲਮ ਬੜੀ ਹੈਗੀ ਐਂਡ ਸੋ ਔਨ ਐਂਡ ਸੋ ਫੋਰਥ, ਲੇਕਿਨ ਕਿਆ ਅਸੀਂ ਐਗਰੋ ਇਕੋਲੋਜੀ ਦਾ ਰਸਤਾ ਜਿਹੜਾ ਹੈਗਾ ਉਸ ਤਰਫ ਨਹੀਂ ਜਾ ਸਕਦੇ? ਕਿਉਂ ਨਹੀਂ ਪੰਜਾਬ ਵਿੱਚ ਐਫਰਟ ਇੱਕ ਹੁੰਦਾ ਹੈ? ਲਾਜ਼ਮੀ ਹੋ ਗਿਆ, ਬਹੁਤ ਲਾਜ਼ਮੀ ਹੋ ਗਿਆ ਸਰ, ਸਪੈਸ਼ਲੀ ਇਨ ਦੀ ਕੰਟੈਕਸਟ ਆਫ ਕਲਾਈਮੇਟ ਚੇਂਜ। ਹੁਣ ਜਿਸ ਤਰ੍ਹਾਂ ਕਲਾਈਮੇਟ ਦਾ ਬਦਲਾਅ ਆ ਰਿਹਾ ਹੈਗਾ, ਹੁਣ ਤਾਂ ਸਰ ਇੱਕ ਹੋਰ ਚੀਜ਼ ਸਮਝਣੀ ਪਏਗੀ, ਕਿਸਾਨਾਂ ਨੂੰ ਸਮਝਣੀ ਪਏਗੀ ਕਿ ਯੂਰਪ ਦੇ ਕੁਝ ਐਸੇ ਦੇਸ਼ ਹੈਗੇ ਜਿਨ੍ਹਾਂ ਨੇ ਕਲਾਈਮੇਟ ਚੇਂਜ ਦਾ ਨਾਂ ਇਸਤੇਮਾਲ ਕਰਕੇ ਕਿਸਾਨਾਂ ਨੂੰ ਹੁਣ ਖੇਤੀ 'ਚੋਂ ਕੱਢਿਆ ਜਾ ਰਿਹਾ। ਹੁਣ ਦੇਖੋ ਨਾ, ਹਾਲੈਂਡ ਵਿੱਚ 11,000 ਖੇਤ ਹੈਗੇ ਆ, ਜਿਸ 'ਚੋਂ 3,000 ਕਿਸਾਨਾਂ ਨੂੰ ਨੋਟਿਸ ਆ ਗਿਆ ਤੁਸੀਂ ਆਪਣੀ ਖੇਤੀ 'ਚੋਂ ਬਾਹਰ ਨਿਕਲੋ। ਇੰਗਲੈਂਡ 'ਚ ਵੀ ਇਹ ਹੋ ਗਿਆ, ਹਾਂਜੀ, ਨਿਊਜ਼ੀਲੈਂਡ ਵਿੱਚ ਇਹ ਹੋ ਗਿਆ। ਕਹਿਣ ਦਾ ਮਤਲਬ ਹੈ ਕਿ ਦੁਨੀਆ ਵਿੱਚ ਹੁਣ ਕਿਸਾਨ ਕੱਢੇ ਜਾ ਰਹੇ ਹੈਗੇ ਆ, ਔਰ ਸਾਨੂੰ ਸਮਝਣਾ ਚਾਹੀਦਾ ਕਿ ਵੀ ਹੈਵ ਟੂ ਸ਼ਿਫਟ ਟੂ ਐਗਰੋ ਇਕੋਲੋਜੀਕਲ ਸਿਸਟਮ, ਅਗਰ ਅਸੀਂ ਆਪਣੇ ਕਿਸਾਨਾਂ ਨੂੰ ਨਹੀਂ ਕੱਢਣਾ। ਮੈਂ ਬਾਅਦ 'ਚ ਆਉਣਾ ਚਾਹੁੰਦਾ ਸੀ, ਤੁਸੀਂ ਉਹ ਗੱਲ ਕਰ ਦਿੱਤੀ ਇੰਟਰਨੈਸ਼ਨਲ ਲੈਵਲ ਤੇ। ਇੱਕ ਮੈਂ ਅੱਜ ਹੀ ਰਿਪੋਰਟ ਪੜ੍ਹੀ ਹੈ, ਉਹਦੇ 'ਚ ਇਹ ਵੀ ਇਸ ਸਦੀ ਦੇ ਅਖੀਰ ਤੱਕ 56% ਦੁਨੀਆ ਭਰ ਵਿੱਚ ਖੇਤ ਜਿਹੜੇ ਨੇ ਘਟ ਜਾਣਗੇ। ਐਗਜ਼ੈਂਪਲ ਦਿੱਤੀ ਹੈ ਉਹਦੇ 'ਚ ਵੀ ਟੋਟਲ 62 ਕਰੋੜ ਖੇਤ ਨੇ ਦੁਨੀਆ ਵਿੱਚ, ਤੇ ਜੇ 56% ਘਟ ਗਏ ਤੇ ਉਹ 27 ਕਰੋੜ ਰਹਿ ਜਾਣੇ ਨੇ। ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ 16 ਕਰੋੜ ਹੈਕਟੇਅਰ ਤੇ 15 ਕਰੋੜ ਖੇਤ ਨੇ ਜੀ। ਤੇ ਜੇ ਇਹ 56% ਸ਼ਰਮਾ ਜੀ ਘਟ ਗਏ ਤੇ ਇਹ ਤੇ ਰਹਿ ਜਾਣਗੇ 7 ਕਰੋੜ। ਲੇਕਿਨ ਇਹ ਇੱਕ ਖਬਰ ਜਿਹੜੀ ਹੈਗੀ ਹੈ, ਇਹ ਇੱਕ ਮੈਸੇਜ ਸਾਨੂੰ ਦੇ ਰਹੀ ਹੈ, ਲੇਕਿਨ ਇੱਕ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੋਰ ਵੀ ਹੋ ਰਹੀ ਹੈ ਜਿਹੜੀ ਸਾਡੇ ਕਿਸਾਨ ਭਰਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜ਼ਰੂਰ ਦੱਸੋ। ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਹਾਲੈਂਡ 'ਚੋਂ ਲੋਕੀ ਕੱਢੇ ਜਾ ਰਹੇ ਹੈਗੇ ਆ, ਹਾਂਜੀ, ਉਹ ਬਾਕੀ ਦੇਸ਼ਾਂ 'ਚੋਂ ਵੀ ਕੱਢੇ ਜਾ ਰਹੇ ਯੂਰਪ ਦੇ। ਹੁਣ ਇਹ ਹੋ ਗਿਆ ਹੈ ਕਿ ਵੀ ਖੇਤੀ ਕਰਨ ਦੀ ਜ਼ਰੂਰਤ ਨਹੀਂ ਹੈ। ਖਾਵਾਂਗੇ ਕਿੱਥੋਂ? ਮੈਂ ਉਹਦਾ ਜਵਾਬ ਤੁਹਾਨੂੰ ਦੇਣ ਲੱਗਾ। ਹੁਣ ਅਸੀਂ ਦੁਨੀਆ ਵਿੱਚ ਦੇਖੀਏ ਤਾਂ ਉਹਨੂੰ ਕਹਿੰਦੇ ਅਸੀਂ ਐਗਰੀਕਲਚਰ ਰੈਵੋਲੂਸ਼ਨ 4.0 ਦੀ ਤਰਫ ਅਸੀਂ ਵੱਧ ਰਹੇ ਹੈਗੇ। ਸਾਡਾ ਜਿਹੜਾ ਰੈਵੋਲੂਸ਼ਨ ਹੁਣ ਸੀਗਾ ਗ੍ਰੀਨ ਰੈਵੋਲੂਸ਼ਨ, ਉਹ ਐਗਰੀਕਲਚਰ ਰੈਵੋਲੂਸ਼ਨ 3.0 ਸੀਗਾ। ਹੁਣ ਅਸੀਂ 4.0 ਵਿੱਚ ਜਾ ਰਹੇ ਹੈਗੇ। 4.0 ਵਿੱਚ ਟੈਕਨੋਲੋਜੀ ਦਾ ਉਪਯੋਗ ਹੋਏਗਾ। ਟੈਕਨੋਲੋਜੀ ਦਾ ਉਪਯੋਗ ਜਿਹੜਾ ਹੋਏਗਾ ਉਹਦੇ ਵਿੱਚ ਆਰਟੀਫਿਸ਼ੀਅਲ ਜਿਹੜੀ ਇੰਟੈਲੀਜੈਂਸ ਹੈ, ਡਰੋਨ ਹੈ, ਸੈਟਲਾਈਟ ਹੈ, ਡਿਜੀਟਲ ਟੈਕਨੋਲੋਜੀ ਹੈ, ਸਾਰੀ ਕੰਸਨਟਰੇਟ ਹੋ ਕੇ ਇੱਕ ਕੰਪਨੀਆਂ ਦੇ ਹੱਥ ਵਿੱਚ ਆ ਰਹੀ ਹੈਗੀ ਹੈ। ਔਰ ਦੋ ਚੀਜ਼ਾਂ ਹੋ ਰਹੀਆਂ ਸਰ, ਔਰ ਇਹਨੂੰ ਅਸੀਂ ਮਜ਼ਾਕ ਨਾ ਲਈਏ। ਕਿਸਾਨ ਭਰਾਵਾਂ ਨੂੰ ਇਹ ਜਾਣਨਾ ਜ਼ਰੂਰੀ ਹੈ, ਕਿਉਂਕਿ ਜਦ ਤੱਕ ਉਹ ਨਹੀਂ ਸਮਝਣਗੇ ਤਾਂ ਉਹਦੀ ਆਵਾਜ਼ ਵੀ ਨਹੀਂ ਉਠਾ ਪਾਉਣਗੇ, ਜਾਂ ਉਹਨੂੰ ਇੱਕ ਤਰ੍ਹਾਂ ਦਾ ਜਿਹੜਾ ਕਹਿੰਦੇ ਨਾ ਇੱਕ ਡਿਬੇਟ ਜਾਂ ਡੈਲੀਬਰੇਸ਼ਨ ਦਾ ਵੀ ਸਬਜੈਕਟ ਨਹੀਂ ਬਣਾ ਪਾਉਣਗੇ। ਉਹ ਇਹ ਸਮਝਣਾ ਜ਼ਰੂਰੀ ਹੈ ਕਿ ਹਾਲੈਂਡ ਦੇ ਜਿੱਥੇ ਕਿ ਆਪਾਂ ਕਿਹਾ ਨਾ ਕਿ ਵੀ ਕਿਸਾਨਾਂ ਨੂੰ ਕੱਢਿਆ ਗਿਆ 3,000 ਕਿਸਾਨਾਂ ਨੂੰ, ਔਰ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਉੱਥੇ ਪ੍ਰੋਟੈਸਟ ਹੋਇਆ ਸੀ ਕਿਸਾਨਾਂ ਦਾ ਆਪਣੇ ਆਪਣੇ ਪਿੰਡਾਂ ਵਿੱਚ। ਉਹਨਾਂ ਨੇ ਝੰਡਾ ਵੀ ਉਲਟਾ ਲਟਕਾਇਆ ਸੀਗਾ ਇਨ ਪ੍ਰੋਟੈਸਟ, ਔਰ ਉਹ ਪਾਰਟੀ ਬਣਾ ਕੇ ਉਹ ਜਿੱਤ ਕੇ ਵੀ ਆ ਗਏ। ਠੀਕ ਹੈ, ਇੱਕ ਤਾਂ ਇਹ ਹੋਇਆ ਹਾਲੈਂਡ 'ਚ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਉੱਥੇ ਹਾਲੈਂਡ ਦੀ ਸਰਕਾਰ ਕੀ ਕਰ ਰਹੀ ਹੈ, ਉਹ ਇਨਸੈਕਟ ਫਾਰਮਿੰਗ ਨੂੰ ਬੜਾਵਾ ਦੇ ਰਹੀ ਹੈ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਤੁਹਾਨੂੰ ਫੂਡ ਆਏਗਾ, ਪ੍ਰੋਟੀਨ, ਬੇਸਿਕਲੀ ਪ੍ਰੋਟੀਨ ਹੈ ਨਾ, ਉਹ ਪ੍ਰੋਟੀਨ ਹੁਣ ਇਹ ਜੇ ਰਿਸੋਰਸਿਸ ਵਿੱਚੋਂ ਆਏਗਾ, ਇਨਸੈਕਟਸ ਵਗੈਰਾ ਵਿੱਚੋਂ। ਤੁਹਾਨੂੰ ਜ਼ਰੂਰਤ ਹੀ ਨਹੀਂ ਹੈ ਐਗਰੀਕਲਚਰ ਦੀ। ਇੱਕ ਗੱਲ। ਦੂਸਰੀ ਗੱਲ ਸਰ, ਦੁਨੀਆ ਦੀ ਪਹਿਲੀ ਫੂਡ ਫੈਕਟਰੀ ਖੜੀ ਹੋ ਗਈ ਹੈ ਫਿਨਲੈਂਡ ਵਿੱਚ। ਉਹ ਫੂਡ ਫੈਕਟਰੀ ਕੋਈ ਜ਼ਮੀਨ ਨਹੀਂ ਇਸਤੇਮਾਲ ਕਰ ਰਹੀ ਹੈ, ਕੋਈ ਕਿਸਾਨ ਨਹੀਂ ਇਸਤੇਮਾਲ ਕਰ ਰਹੀ ਹੈ। ਉਹ ਸਿਰਫ ਇੱਕ ਆਪਣੇ ਜਿਹੜਾ ਇੱਕ ਇੰਡਸਟਰੀਅਲ ਜਿਹੜਾ ਬਿਲਡਿੰਗ ਹੈ, ਉਹਦੇ ਵਿੱਚ ਉਹ ਹਵਾ ਤੋਂ ਨਿਊਟ੍ਰੀਐਂਟਸ ਲੈ ਕੇ ਬੈਕਟੀਰੀਆ ਦੇ ਨਾਲ ਮਿਲ ਕੇ ਫੂਡ ਪੈਦਾ ਕਰ ਰਹੇ ਹਨ। ਪਹਿਲੀ ਫੈਕਟਰੀ ਬਣ ਚੁੱਕੀ ਹੈ। 270 ਹੋਰ ਏਜੀਆਂ ਇੰਡਸਟਰੀਆਂ ਦੁਨੀਆ ਵਿੱਚ ਲੱਗਣ ਨੂੰ ਤਿਆਰ ਹੈਗੀਆਂ ਜਾਂ ਪ੍ਰੋਸੈਸ ਵਿੱਚ ਹੈਗੀਆਂ। ਇਹਦਾ ਮਤਲਬ ਕੀ ਹੈ ਕਿ ਤੁਸੀਂ ਫੂਡ ਤੋਂ ਹਟ ਕੇ ਤੁਸੀਂ ਕਿਸੇ ਹੋਰ ਤਰਫ ਜਾ ਰਹੇ ਹੋ। ਕਲਟੀਵੇਸ਼ਨ ਜਿਹੜੀ ਅਸੀਂ ਕਰਦੇ ਸੀਗੇ ਉਹ ਤੋਂ ਨਿਕਲ ਕੇ ਤੁਹਾਡਾ ਫੂਡ ਦਾ ਜਿਹੜਾ ਹੈਗਾ ਇੱਕ ਸਿੰਥੈਟਿਕ ਫੂਡ ਜਾਂ ਆਰਟੀਫਿਸ਼ੀਅਲ ਫੂਡ, ਉਹਦੇ ਉੱਪਰ ਹੁਣ ਸਾਰਾ ਜਾ ਜੋ ਕਿ ਕਾਰਪੋਰੇਟ ਕੰਟਰੋਲ ਹੋਏਗਾ। ਇੰਟਰਸਟਿੰਗਲੀ ਸਰ, ਜਿਹੜੀ ਕੰਪਨੀ ਫਿਨਲੈਂਡ ਵਿੱਚ ਬਣੀ ਹੈ ਉਹ ਕੀ ਕਹਿੰਦੀ ਹੈ ਵੀ ਆਰ ਇਨ ਦੀ ਬਿਜ਼ਨਸ ਆਫ ਮੈਨੂਫੈਕਚਰਿੰਗ ਲੈਂਡ। ਯਾਨੀ ਅਸੀਂ ਜਦ ਜ਼ਮੀਨ ਹੀ ਨਹੀਂ ਯੂਜ਼ ਕਰ ਰਹੇ ਤਾਂ ਤੁਹਾਡੀ ਜ਼ਮੀਨ ਤਾਂ ਫਾਲਤੂ ਹੋ ਗਈ।
ਤਾਂ ਅਸੀਂ ਤਾਂ ਮੈਨੂਫੈਕਚਰ ਕੀਤੀ ਤੁਹਾਡੇ ਵਾਸਤੇ ਜ਼ਮੀਨ। ਦੂਜੀ ਗੱਲ ਉਹ ਕਹਿੰਦੇ ਵੀ ਆਰ ਆਲਸੋ ਇਨ ਦੀ ਗੇਮ ਆਫ ਇਨਸ਼ੋਰਿੰਗ ਕਿ ਫਾਰਮਰਸ ਦਾ ਡਿਸਟ੍ਰੈਸ ਜਿਹੜਾ ਹੈਗਾ ਖਤਮ ਹੋ ਜਾਏ, ਕਿਉਂਕਿ ਜੇ ਫਾਰਮਰ ਨਹੀਂ ਰਹੇਗਾ ਤਾਂ ਡਿਸਟ੍ਰੈਸ ਖਤਮ ਹੋ ਹੀ ਗਿਆ ਉਹਦਾ। ਲੁੱਕ ਐਟ ਇਟ, ਤਾਂ ਦੁਨੀਆ ਦੇ ਜਿਹੜੇ ਚੇਂਜਸ ਹੋ ਰਹੀਆਂ ਹੈਗੀਆਂ ਔਰ ਅਸੀਂ ਜਿਸ ਉਹਦੇ ਨਾਲ ਗ੍ਰੈਪਲ ਕਰ ਰਹੇ ਹੈਗੇ ਆ ਪ੍ਰੋਬਲਮਸ ਨਾਲ ਜਾਂ ਇਸ਼ੂਜ਼ ਨਾਲ, ਉਹਨਾਂ 'ਚ ਬੜਾ ਅੰਤਰ ਹੈਗਾ। ਲੇਕਿਨ ਕਦੀ ਇਹ ਨਾ ਹੋਏ ਕਿ ਹੁਣ 3 ਲਾਜ਼ ਦੇ ਖਿਲਾਫ ਕਿਸਾਨ ਖੜੇ ਹੋਏ ਸੀਗੇ, ਹੋ ਸਕਦਾ ਕਿ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਉਹ ਜਿਹੜੇ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਅਸੀਂ ਆਰਟੀਫਿਸ਼ੀਅਲ ਫੂਡ ਦੀ ਤਰਫ ਜਾਵਾਂਗੇ, ਉਹ ਵੀ ਤਾਂ ਸਾਡੇ ਉੱਪਰ ਆਏਗਾ ਨਾ ਆਖਿਰਕਾਰ। ਤੁਸੀਂ ਇਹ ਨਾ ਸੋਚੋ ਕਿ ਅਮੀਰ ਦੇਸ਼ ਕਰ ਰਹੇ ਆ, ਗਰੀਬ ਦੇਸ਼ ਵੀ ਕਰ ਰਹੇ ਆ। ਥਾਈਲੈਂਡ ਇੱਕ ਐਸਾ ਦੇਸ਼ ਹੈ, ਸਾਡੇ ਵਰਗਾ ਡਿਵੈਲਪਿੰਗ ਕੰਟਰੀ ਹੈ। ਥਾਈਲੈਂਡ ਨੇ ਇੱਕ ਗਵਰਨਮੈਂਟ ਸਪਾਂਸਰਡ ਪ੍ਰੋਗਰਾਮ ਸ਼ੁਰੂ ਕੀਤਾ ਹੈ, ਪੂਰਾ ਐਗਰੀਕਲਚਰ ਕਿਸ ਤਰ੍ਹਾਂ ਰੋਬੋਟਿਕਸ 'ਚ ਕੰਮ ਕਰੇਗਾ। ਕਿਸਾਨ ਦੀ ਜ਼ਰੂਰਤ ਹੀ ਨਹੀਂ ਹੈ, ਰੋਬੋਟਸ ਕੰਮ ਕਰ ਰਹੇ ਹੈਗੇ ਕਿਸੇ ਉਥੇ। ਔਰ ਉਹ ਜਦ ਇੱਕ ਵਾਰੀ ਹੋ ਗਿਆ ਇਕਨੋਮਿਕਲੀ, ਤੁਸੀਂ ਤਾਂ ਹੋਰ ਡਰ ਪਾਈ ਜਾਂਦੇ। ਮੈਂ ਡਰ ਨਹੀਂ ਪਾ ਰਿਹਾ, ਮੈਂ ਸਿਰਫ ਸਮਝਾ ਰਿਹਾ ਕਿ ਦੇਖੋ ਵੀ ਅਲਰਟ ਹੋਣਾ ਚਾਹੀਦਾ, ਸੁਚੇਤ ਕਰਨਾ ਜ਼ਰੂਰੀ ਹੈ, ਕਿਉਂਕਿ ਜਦ ਤੱਕ ਸਮਝਾਂਗੇ ਨਹੀਂ ਫਿਰ ਸਾਡੇ ਉੱਪਰ ਜਦ ਮਾਰ ਪੈ ਜਾਂਦੀ ਫਿਰ ਅਸੀਂ ਖੜੇ ਹੋ ਜਾਂਦੇ ਹਾਂ। ਸਾਨੂੰ ਪਹਿਲੇ ਸਮਝਣਾ ਜ਼ਰੂਰੀ ਹੈ ਔਰ ਇਹਨੂੰ ਕੀ ਰੈਗੂਲੇਟ ਕਰਨਾ, ਕਿਸ ਤਰ੍ਹਾਂ ਕਰਨਾ ਹੈਗਾ, ਕਿਸ ਤਰ੍ਹਾਂ ਫਾਰਮਰਸ ਦਾ ਇੰਟਰਸਟ ਬਚਾਉਣਾ ਹੈਗਾ, ਇਹ ਸਾਰੀ ਗੱਲਾਂ ਸਾਨੂੰ ਹੁਣ ਤੋਂ ਸੋਚਣੀਆਂ ਪੈਣਗੀਆਂ। ਇਸ ਕਰਕੇ ਮੈਂ ਤੁਹਾਡੇ ਸਾਹਮਣੇ ਗੱਲਾਂ ਰੱਖ ਰਿਹਾ। ਇੱਕ ਸ਼ਰਮਾ ਜੀ ਹੋਰ ਗੱਲ ਬੜੀ ਚਰਚਾ 'ਚ ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਸੁਝਾਅ ਦਿੱਤਾ ਹੈ ਵੀ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਵਿੱਚ ਜਿਹੜੀ ਫਸਲਾਂ ਨੂੰ ਜ਼ੋਨਾਂ 'ਚ ਵੰਡਣਾ ਚਾਹੀਦਾ, ਵੀ ਫਲਾਣੇ ਜ਼ਿਲ੍ਹੇ 'ਚ ਇਹ ਖੇਤੀ ਹੋਣੀ ਚਾਹੀਦੀ, ਫਲਾਣੇ 'ਚ ਇਹ ਖੇਤੀ ਹੋਣੀ ਚਾਹੀਦੀ। ਨਾਲ ਇਹ ਵੀ ਕਹਿ ਦਿੱਤਾ ਵੀ ਉਹਦੇ ਮੁਤਾਬਕ ਪ੍ਰੋਸੈਸਿੰਗ ਜਿਹੜੇ ਨੇ ਯੂਨਿਟ ਲਾਉਣੇ ਚਾਹੀਦੇ ਨੇ, ਉਹਦੇ ਮੁਤਾਬਕ ਮਸ਼ੀਨਰੀ ਵੀ ਤਿਆਰ ਕਰਨੀ ਚਾਹੀਦੀ। ਸਰ ਜਦ ਮੈਂ ਸਟੂਡੈਂਟ ਹੁੰਦਾ ਸੀ ਨਾ ਐਗਰੀਕਲਚਰ ਦਾ, ਸਾਨੂੰ ਪੜ੍ਹਾਇਆ ਜਾਂਦਾ ਸੀਗਾ ਕਿ ਮੋਨੋਕਲਚਰ ਜਿਹੜੀ ਹੁੰਦੀ ਹੈ ਐਗਰੀਕਲਚਰ ਵਿੱਚ ਉਹ ਬੜੀ ਹਾਨੀਕਾਰਕ ਹੁੰਦੀ ਹੈ। ਸਾਨੂੰ ਪੜ੍ਹਾਇਆ ਜਾਂਦਾ ਸੀਗਾ, ਲੇਕਿਨ ਜਿੰਨੀ ਸਾਡੀ ਪਾਲਿਸੀਜ਼ ਆ ਰਹੀਆਂ ਜਾਂ ਸੋਚ ਆ ਰਹੀ ਆ, ਉਹ ਅਸੀਂ ਹੋਰ ਮੋਨੋਕਲਚਰ ਨੂੰ ਬਿਲਡ ਅਪ ਕਰਦੇ ਹਾਂ। ਤੁਹਾਨੂੰ ਯਾਦ ਹੋਏਗਾ ਕਿ ਇੱਕ ਮਿਡਲ ਆਫ ਦੀ 19th ਸੈਂਚੁਰੀ ਵਿੱਚ ਆਇਰਲੈਂਡ ਵਿੱਚ ਇੱਕ ਫੈਮਿਨ ਆਇਆ ਸੀਗਾ, ਔਰ ਆਇਰਲੈਂਡ ਜਦ ਫੈਮਿਨ ਆਇਆ ਸੀਗਾ ਤਾਂ ਸਿਰਫ ਉਹ ਪੋਟੈਟੋ ਗਰੋ ਕਰਦੇ ਸੀਗੇ। ਪੋਟੈਟੋ ਗਰੋ ਕਰਨ ਦੇ ਨਾਲ ਇੱਕ ਬਿਮਾਰੀ ਆਈ, ਸਾਰਾ ਦੇਸ਼ ਦੀ ਕ੍ਰੌਪ ਖਰਾਬ ਹੋ ਗਈ ਔਰ ਇੰਨਾ ਜ਼ਬਰਦਸਤ ਉਹ ਫੈਮਿਨ ਹੋਇਆ ਸੀਗਾ ਕਿ ਅਗਰ ਹਿੰਦੁਸਤਾਨ ਦਾ ਫੈਮਿਨ ਅਗਰ ਅਸੀਂ ਬੰਗਾਲ ਫੈਮਿਨ ਯਾਦ ਕਰਦੇ ਹਾਂ ਤਾਂ ਆਇਰਲੈਂਡ ਦਾ ਵੀ ਫੈਮਿਨ ਯਾਦ ਕੀਤਾ ਜਾਂਦਾ ਹੈ। ਠੀਕ ਹੈ, ਔਰ ਮੈਂ ਆਇਰਲੈਂਡ ਦੇ ਫੈਮਿਨ ਦੇ 150ਵਾਂ ਸਾਲ ਦੇ ਕਮੈਮੋਰੇਸ਼ਨ ਵਿੱਚ ਮੈਂ ਗਿਆ ਸੀਗਾ ਔਰ ਉੱਥੇ ਮੋਨੋਕਲਚਰ ਦੁਨੀਆ ਨੂੰ ਜਿਹੜਾ ਸਮਝ ਨਹੀਂ ਆਇਆ, ਬੜਾ ਕਲਾਸਿਕ ਐਗਜ਼ਾਮਪਲ ਹੈ ਕਿ ਇੱਕ ਆਲੂ ਨੂੰ ਆ ਗਈ ਸੀ ਬਿਮਾਰੀ। ਔਰ ਆਇਰਲੈਂਡ ਛੋਟਾ ਦੇਸ਼ ਹੈ, ਹਾਲੈਂਡ ਛੋਟਾ ਦੇਸ਼ ਹੈ, ਪੰਜਾਬ ਤੋਂ ਵੀ ਛੋਟਾ ਦੇਸ਼ ਹੈ। ਤੁਸੀਂ ਇਹ ਦੇਖੋ ਕਿ ਸਾਡੇ ਹਿੰਦੁਸਤਾਨ 'ਚ ਤੁਸੀਂ ਜ਼ੋਨ ਬਣਾਓਗੇ, ਚਾਹੇ ਪੰਜਾਬ 'ਚ ਬਣਾਓਗੇ, ਤੁਸੀਂ ਬੇਸਿਕਲੀ ਇੱਕ ਮੋਨੋਕਲਚਰ ਨੂੰ ਹੋਰ ਬੜਾਵਾ ਦੇ ਰਹੇ ਹੋ। ਤਾਂ ਤੁਸੀਂ ਜਿਹੜੇ ਮੋਨੋਕਲਚਰ ਦੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਇਹ ਸਾਰਾ ਸੰਕਟ ਦੁਨੀਆ ਦਾ ਮੋਨੋਕਲਚਰ ਨੂੰ ਜਿੰਨਾ ਬੜਾਵਾ ਦੇ ਰਿਹਾ ਉਹ ਤੇ ਨਾਲ ਆ ਰਿਹਾ, ਤੁਸੀਂ ਫਿਰ ਉੱਥੇ ਗੱਲ ਦੁਬਾਰਾ ਆ ਜਾਂਦੀ ਹੈ ਕਿ ਅਸੀਂ ਮੋਨੋਕਲਚਰ, ਤੁਸੀਂ ਕਹਿੰਦੇ ਹੋ ਕਿ ਇੰਡਸਟਰੀ ਵੀ ਉੱਥੇ ਲੱਗੇ, ਉਹਨਾਂ ਦਾ ਪਹਿਲੇ ਜ਼ੋਨ ਬਣ ਕੇ ਸਪੋਜ਼ ਕਰੋ ਤੁਸੀਂ ਆਲੂ ਦਾ ਜ਼ੋਨ ਬਣਾਤਾ ਪੰਜਾਬ ਵਿੱਚ, ਆਲੂ 'ਚ ਅਗਰ ਉਹੀ ਆਇਰਲੈਂਡ ਵਾਲੀ ਗੱਲ ਹੋ ਜਾਂਦੀ ਹੈ ਤਾਂ ਕੌਣ ਜਵਾਬ ਦੇਗਾ? ਚਾਹੀਦਾ ਸਾਨੂੰ ਹੈ ਕ੍ਰੌਪ ਡਾਈਵਰਸੀਫਿਕੇਸ਼ਨ। ਜੇ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਗੱਲ ਕਰਦੇ ਹਾਂ, ਸਾਨੂੰ ਸਮਝਣਾ ਵੀ ਚਾਹੀਦਾ ਉਹਦਾ ਮਤਲਬ ਕੀ ਹੈਗਾ। ਅੱਜ ਇਹ ਬਿਲਕੁਲ ਗਲਤ ਇਸਟੈਬਲਿਸ਼ ਕੀਤੀ ਗਈ ਹੈ ਇਹ ਜਿਹੜੀ ਇੱਕ ਪਾਲਿਸੀ ਹੈਗੀ ਕਿ ਤੁਸੀਂ ਇੱਕੋ ਮੋਨੋਕਲਚਰ ਜਾਂ ਇੱਕੋ ਐਗਰੀਕਲਚਰ ਨੂੰ ਬੜਾਵਾ ਦਿਓ। ਉਹਦਾ ਕਾਰਨ ਸਰ ਇਹ ਹੈ ਕਿ ਇੱਕ ਸੰਕਟ ਜਿਹੜਾ ਜਿਸ ਟਾਈਮ ਐਸੀ ਉਸ ਸਟੇਜ 'ਤੇ ਆਏਗਾ, ਸਾਡੇ ਕੋਲ ਉਸ ਟਾਈਮ ਸੋਲੂਸ਼ਨ ਨਹੀਂ ਹੁੰਦਾ ਹੈਗਾ ਔਰ ਹਾਹਾਕਾਰ ਮਚਦਾ ਉਸ ਟਾਈਮ। ਬੈਸਟ ਇਹ ਹੈ ਕਿ ਤੁਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਕਰੋ। ਸਾਡੇ ਕੰਟਰੀ ਵਿੱਚ ਮਲਟੀਪਲ ਕ੍ਰੌਪਿੰਗ ਸਿਸਟਮ ਆਪਰੇਟ ਕਰਨਾ। ਤੁਸੀਂ ਇਦਾਂ ਦੀ ਗੁੰਜਾਇਸ਼ ਨਹੀਂ ਸਮਝਦੇ ਤੇ ਵੀ ਮਾਲ ਵਿੱਚ, ਮਾਝੇ ਜਿੱਦਾਂ ਦੁਆਬੇ 'ਚ ਆਪਾਂ ਦੂਰ ਨਾ ਜਾਈਏ, ਵੀ ਇਹਨਾਂ ਤਿੰਨਾਂ ਜ਼ੋਨਾਂ ਵਿੱਚ ਅੱਡ-ਅੱਡ ਤਰ੍ਹਾਂ ਦੀ ਫਸਲ ਗਲਤ ਹੋਏਗਾ? ਬਿਲਕੁਲ ਗਲਤ ਹੋਏਗਾ ਜੇ ਪੰਜਾਬ ਨੇ ਕਰ ਲਿਆ, ਕਿਉਂਕਿ ਫੋਕਸ ਤਾਂ ਮੈਂ ਜਾਣਦਾ ਹਾਂ ਕਿੱਥੋਂ ਪਿੱਛੋਂ ਇੰਡਸਟਰੀ ਦਾ ਪਿੱਛੇ ਆਉਂਦਾ ਹੈ ਫੋਕਸ ਜੀ। ਇਹ ਇੰਡਸਟਰੀ ਨੂੰ ਫਾਇਦਾ ਹੁੰਦਾ। ਜਥੇਬੰਦੀਆਂ ਕੁਝ ਤਾਂ ਜਥੇਬੰਦੀਆਂ ਵੀ ਸਮਝਣਾ ਚਾਹੀਦਾ ਨਾ ਉਹਨਾਂ ਨੂੰ ਕਿ ਬਈ ਇਹ ਜਿਹੜੀ ਚੀਜ਼ ਹੈਗੀ ਕਿ ਸਾਡੇ ਵਾਸਤੇ ਠੀਕ ਹੈ ਕਿ ਗਲਤ ਹੈ। ਮੈਂ ਕਹਿੰਦਾ ਕ੍ਰੌਪ ਡਾਈਵਰਸੀਫਿਕੇਸ਼ਨ ਜਿਹਦੇ ਉੱਪਰ ਅਸੀਂ ਇੰਨੀ ਗੱਲ ਕਰਦੇ ਹਾਂ ਪੰਜਾਬ ਵਿੱਚ, ਸਾਡਾ ਸੋਲੂਸ਼ਨ ਉਹ ਹੈਗਾ। ਉਹ 'ਚ ਮਲਟੀਪਲ ਕ੍ਰੌਪਿੰਗ ਕਰੋ, ਤੁਸੀਂ ਮਿਕਸਡ ਕ੍ਰੌਪਿੰਗ ਕਰੋ। ਇਹ ਸਾਰੀ ਗੱਲਾਂ ਅੱਜ ਦੁਨੀਆ 'ਚ ਗੱਲਾਂ ਹੋ ਰਹੀਆਂ, ਲੇਕਿਨ ਸਾਡੇ ਲੋਕੀ ਹਾਲੇ ਵੀ ਸਾਡੇ ਸੋਚ ਜਿਹਨਾਂ ਦੇ ਆਪਾਂ ਗੱਲ ਕਰ ਰਹੇ ਹੈਗੇ ਆ, ਉਹ ਹਾਲੇ ਵੀ ਉਸ ਤਰਫ ਚਲੇ ਹੋਏ ਕਿ ਬਈ ਇੰਡਸਟਰੀਅਲ ਫਾਰਮਿੰਗ ਆਪਾਂ ਇੰਡਸਟਰੀਅਲ ਫਾਰਮਿੰਗ ਤੋਂ ਹਟਣਾ ਹੈਗਾ। ਗਲੋਬਲ ਵਾਰਮਿੰਗ ਤਾਂ ਇੰਡਸਟਰੀਅਲ ਫਾਰਮਿੰਗ ਕਰਕੇ ਹੋ ਰਹੀ ਹੈ। ਅੱਜ ਦੁਨੀਆ ਵਿੱਚ 34% ਗ੍ਰੀਨ ਹਾਊਸ ਗੈਸ ਐਮਿਸ਼ਨ ਐਗਰੀਕਲਚਰ ਤੋਂ ਆ ਰਿਹਾ ਦੁਨੀਆ ਵਿੱਚ। ਹਾਂਜੀ, 34% ਨੂੰ ਅਸੀਂ ਘੱਟ ਕਰਨਾ ਹੈਗਾ। ਇਸੇ ਕਰਕੇ ਤਾਂ ਹਾਲੈਂਡ ਆਪਣੇ ਕਿਸਾਨਾਂ ਨੂੰ ਕੱਢ ਰਿਹਾ ਹੈਗਾ। ਤਾਂ ਅਗਰ ਅਸੀਂ ਉਸ ਹੋਰ ਜ਼ਿਆਦਾ ਪੁਸ਼ ਕਰਾਂਗੇ ਉਸੇ ਇੰਟੈਂਸਿਵ ਫਾਰਮਿੰਗ ਸਿਸਟਮ ਨੂੰ, ਸਾਡਾ ਗ੍ਰੀਨ ਹਾਊਸ ਗੈਸ ਐਮਿਸ਼ਨ बढ़ेगा ਨਾ, ਤਾਂ ਉਹਨੂੰ ਤਾਂ ਘੱਟ ਕਰਨਾ ਹੈ। ਸੋ ਆਈ ਥਿੰਕ ਲੈਸਨ ਸਾਡੇ ਕੋਲ ਸਾਫ਼ ਹੈਗੇ ਆ। ਉਸ ਸਾਨੂੰ ਸਮਝਣਾ ਹੈਗਾ ਕਿ ਰਿਕੁਆਇਰਮੈਂਟ ਕੀ ਹੈਗੀ ਹੈ, ਅਗਲੀ ਵਿਜ਼ਨ ਕੀ ਹੋਣਾ ਚਾਹੀਦਾ ਤੁਹਾਡਾ ਅਗਲੇ 10 ਸਾਲ ਦਾ, 20 ਸਾਲ ਦਾ। ਉਹ ਕਰਕੇ ਤੁਸੀਂ ਪਾਲਿਸੀ ਤਾਂ ਉਸੇ ਡਾਇਰੈਕਸ਼ਨ ਵਿੱਚ ਹੋਣੀ ਚਾਹੀਦੀ ਹੈ ਨਾ ਜੀ। ਸ਼ਰਮਾ ਜੀ, ਮੈਂ ਵੈਸੇ ਤੇ ਅਖੀਰਲਾ ਇਹ ਸਵਾਲ ਲੈਣਾ ਸੀ, ਪਰ ਮੈਨੂੰ ਲੱਗਦਾ ਵੀ ਬਹੁਤ ਇੰਪੋਰਟੈਂਟ ਲੱਗਦਾ। ਜਿਵੇਂ ਤੁਸੀਂ ਗੱਲ ਕੀਤੀ ਕਿਸਾਨ ਜਥੇਬੰਦੀਆਂ ਪੰਜਾਬ 'ਚ 32-33 ਤੇ ਬਿਲਕੁਲ ਨੌਨ ਨੇ ਵੀ, ਇਹ ਮੈਨੂੰ ਲੱਗਦਾ ਇਹ ਤੋਂ ਵੀ ਵੱਧ ਹੋਣਗੀਆਂ, ਬੜੀਆਂ ਐਕਟਿਵ ਨੇ ਹਰੇਕ ਮੁੱਦੇ ਤੇ। ਭਗਵੰਤ ਸਿੰਘ ਮਾਨ ਹੋਣੀ ਤੇ ਬੜੀ ਰਿਕੁਐਸਟ ਵੀ ਕਰ ਰਹੇ ਵੀ ਤੁਸੀਂ ਧਰਨਿਆਂ ਦੀ ਥਾਂ ਸਾਡੇ ਨਾਲ ਗੱਲਬਾਤ ਕਰੋ। ਚਲੋ ਵੱਖਰੀ ਗੱਲ ਹੈ।
ਇਹ ਕਿਸਾਨ ਜਥੇਬੰਦੀਆਂ ਆ ਜੋ ਕ੍ਰਾਈਸਿਸ ਆਇਆ ਖੇਤੀ ਦਾ, ਘਾਟੇ ਦਾ ਸੌਦਾ ਬਣ ਗਿਆ, ਕਿੰਨੀਆਂ ਕੁ ਜ਼ਿੰਮੇਵਾਰ ਨੇ ਔਰ ਕਿੰਨੀ ਕੁ ਜ਼ਿੰਮੇਵਾਰੀ ਨਾਲ ਇਹਦੇ ਲਈ ਅਵੇਅਰ ਕਰ ਰਹੀਆਂ ਨੇ ਕਿਸਾਨਾਂ ਨੂੰ? ਇੱਕ ਨਾ 2015 ਵਿੱਚ ਤੁਹਾਨੂੰ ਯਾਦ ਹੋਏਗਾ ਅਸੀਂ ਪਹਿਲੀ ਵਾਰੀ ਚੰਡੀਗੜ੍ਹ ਵਿੱਚ ਕਿਸਾਨ ਨੇਤਾ ਬੁਲਾਏ ਸੀਗੇ, ਕਿਸਾਨ ਭਵਨ ਕਿਸਾਨ ਭਵਨ 'ਚ। ਉਹਦੇ ਵਿੱਚ ਦੇਸ਼ ਦੇ 50-60 ਕਿਸਾਨ ਨੇਤਾ ਆਏ ਸੀਗੇ, ਸਭ ਤੋਂ ਬੜੇ ਕਿਸਾਨ ਨੇਤਾ ਜਿਹੜੇ ਆਏ ਸੀਗੇ। 3 ਦਿਨ ਅਸੀਂ ਗੋਸ਼ਟੀ ਕੀਤੀ ਸੀ ਉਹਨਾਂ ਨਾਲ। ਉੱਥੇ ਇੱਕ ਪੁਆਇੰਟ ਉੱਠ ਕੇ ਆਇਆ ਸੀਗਾ ਕਿ ਦੇਖੋ ਜਥੇਬੰਦੀਆਂ ਤਾਂ ਆਪਾਂ ਕਿਹਾ 32-33 ਇੱਥੇ ਹੈਗੀਆਂ, ਹਰਿਆਣੇ 'ਚ ਹੈ, ਯੂਪੀ 'ਚ ਹੈ, ਸਾਰੇ ਦੇਸ਼ ਵਿੱਚ ਹੈਗੀਆਂ, ਸਾਰਿਆਂ ਕੋਲ ਅੱਛੀ ਗੱਡੀਆਂ ਵੀ ਹੈਗੀਆਂ। ਮੈਂ ਦੇਖਦਾ ਹਰ ਇੱਕ ਆਦਮੀ SUV ਚੱਲਦਾ ਹੈ ਨਾ, ਤੁਸੀਂ ਵੀ ਦੇਖਿਆ ਹੋਏਗਾ, ਅੱਛੀ ਗੱਲ ਹੈ, ਚੰਗੇ ਭਲੇ ਹੈਗੇ, ਇਟਸ ਅ ਗੁੱਡ ਇੰਡੀਕੇਸ਼ਨ। ਮੈਂ ਉੱਥੇ ਕਹਿੰਦਾ ਸੀਗਾ ਕਿ ਤੁਹਾਡਾ ਆਪਣਾ ਕਿਸੇ ਵੀ ਜਥੇਬੰਦੀ ਦਾ ਆਪਣਾ ਇੱਕ ਥਿੰਕ ਟੈਂਕ ਹੀ ਨਹੀਂ ਹੈ। ਦੇਖੋ ਨਾ, ਤੁਹਾਡੀ ਆਪਣੀ ਸੋਚ ਕਿੱਥੋਂ ਆਉਂਦੀ ਹੈ? ਤੁਸੀਂ ਇਹ ਦੇਵੇਂਦਰ ਸ਼ਰਮਾ ਤੇ ਜਾਂ ਤਰਲੋਚਨ ਸਿੰਘ ਜੀ ਤੇ ਨਹੀਂ ਸੋਚ ਸਕਦੇ ਕਿ ਇਹਨਾਂ ਨੂੰ ਅਸੀਂ ਫੋਨ ਕਰ ਲਵਾਂਗੇ, ਦੱਸੋ ਜੀ ਸਾਡੀ ਕੀ ਉਹ ਜ਼ਰੂਰਤ ਹੋਣੀ ਚਾਹੀਦੀ ਹੈ। ਤੁਹਾਨੂੰ ਆਪਣੇ ਥਿੰਕ ਟੈਂਕ ਬਣਾਉਣੇ ਚਾਹੀਦੇ ਜਿਹੜੇ ਆਪਣੇ ਐਨਾਲਿਸਿਸ ਕਰਨ, ਤੁਹਾਨੂੰ ਆਪਣਾ ਰਸਤਾ ਦੱਸਣ ਅੱਗੇ ਵਾਸਤੇ। ਮੈਂ ਯੂਰਪ ਜਾਣਾ ਸਰ, ਉੱਥੇ ਨੈਸ਼ਨਲ ਫਾਰਮਰ ਯੂਨੀਅਨ ਜਿਹੜੀ ਹੈਗੀ ਆ ਹਰ ਕੰਟਰੀ ਦੀ, ਉਹਨਾਂ ਦੇ ਆਪਣਾ ਇੱਕ ਥਿੰਕ ਟੈਂਕ ਹੁੰਦਾ। ਸਰਕਾਰ ਕੁਝ ਕਹਿੰਦੀ, ਉਹ ਥਿੰਕ ਟੈਂਕ ਆਪਣਾ ਕਹਿੰਦਾ ਕਿ ਇਹ ਸਾਨੂੰ ਨੂੰ ਫਾਇਦਾ ਹੈ, ਨੁਕਸਾਨ ਹੈ। ਹਾਂਜੀ, ਚਾਹੇ ਉਹ এনवायरमेंट ਦਾ ਹੋਏ, ਚਾਹੇ ਐਗਰੋ ਇਕੋਲੋਜੀ ਦਾ ਹੋਏ, ਚਾਹੇ ਫਾਰਮਿੰਗ ਸਿਸਟਮ ਦਾ ਹੋਏ। ਇਸ ਤਰੀਕੇ ਨਾਲ ਮੈਂ ਆਇਰਲੈਂਡ ਜਾਣਾ, ਈਵਨ ਛੋਟੇ ਜਿਹੇ ਕੰਟਰੀ ਆਇਰਲੈਂਡ, ਉੱਥੇ ਵੀ ਉਹਨਾਂ ਦੀ ਆਪਣੇ ਥਿੰਕ ਟੈਂਕ ਹੈਗੇ। ਸਾਡੇ ਕਿਸਾਨਾਂ ਦੇ ਇੱਥੇ ਕਿਉਂ ਥਿੰਕ ਟੈਂਕ ਨਹੀਂ ਹੈਗੇ? ਮੂਵਮੈਂਟ ਜਿਹੜੀਆਂ 32 ਜਥੇਬੰਦੀਆਂ, ਬਹੁਤਾ ਤਾਂ ਨਹੀਂ ਹੈ, ਆਪਾਂ ਐਲੀਗੇਸ਼ਨ ਲਾਉਂਦੇ, ਕੁਝ ਚੰਗੇ ਵੀ ਨੇ, ਹਾਂ ਚੰਗੇ ਹੈ, ਮੈਂ ਪਰ ਮੋਟੇ ਤੌਰ ਤੇ ਇਹੀ ਦਿਖਦਾ ਹੁੰਦਾ ਬਤੌਰ ਜਰਨਲਿਸਟ ਮੈਨੂੰ ਵੀ ਇਹਨਾਂ ਦੀ ਰੇਸ ਲੱਗੀ ਹੈ। ਮੈਂ ਅੱਗੇ ਨਿਕਲ ਜਾ, ਮੈਂ ਸਰਕਾਰ ਨਾਲ ਜਾਰੀਆਂ ਮੀਟਿੰਗਾਂ ਕਰ ਲਾਂ, ਮੈਂ ਧਰਨੇ ਮਾਰ ਲਾਂ ਤੇ ਮੇਰਾ ਕੇਡਰ ਵਧੇ। ਠੀਕ ਹੈ, ਲੱਗੇ ਇਹ ਵੀ ਮੇਰੀ ਜਥੇਬੰਦੀ ਸਭ ਤੋਂ ਵੱਡੀ, ਲੱਗਦਾ ਨਹੀਂ ਜਿਆਦਾ ਦੌੜ ਇਹ ਹੈ ਇਹਨਾਂ ਦੀ। ਨਹੀਂ, ਇਹ ਤੁਹਾਡੀ ਗੱਲ ਠੀਕ ਹੈ, ਅੱਛੇ ਵੀ ਕਿਸਾਨ ਯੂਨੀਅਨ ਦਾ ਬੜਾ ਰੋਲ ਰਿਹਾ ਹੈਗਾ, ਅਸੀਂ ਸਮਝਦੇ ਹਾਂ ਸਾਰੇ ਲੋਕ, ਲੇਕਿਨ ਉਹਨਾਂ ਦਾ ਜਿਹੜਾ ਗੈਪ ਰਹਿ ਗਿਆ ਹੈਗਾ, ਆਈ ਥਿੰਕ ਉਧਰ ਵੀ ਅਟੈਂਸ਼ਨ ਡਰਾ ਕਰਨ ਦੀ ਜ਼ਰੂਰਤ ਹੈ ਕਿ ਬਈ ਤੁਸੀਂ ਆਪਣੇ ਬਲਾਕ ਲੈਵਲ ਤੇ ਵੀ ਤੁਸੀਂ ਗੱਡੀਆਂ ਦੇ ਸਕਦੇ ਹੋ। ਅਗਰ ਇੰਨਾ ਇਹ ਮਤਲਬ ਪੈਸੇ ਦੀ ਕਮੀ ਨਹੀਂ ਹੈ, ਆਪਾਂ ਕਿਉਂ ਨਹੀਂ ਇੱਕ ਥਿੰਕ ਟੈਂਕ ਬਣਾ ਲਈਏ, ਇੱਕ 2 ਬੰਦੇ ਇੰਪਲੋਏ ਕਰਨੇ, 3 ਬੰਦੇ ਇੰਪਲੋਏ ਕਰਨੇ, ਇਕੋਨੋਮਿਸਟ ਜਾਂ ਜੋ ਵੀ ਤੁਸੀਂ ਕਰੋਗੇ, ਐਂਡ ਲੈਟ them ਵਰਕ ਔਨ ਇਟ ਕਿ ਵੀ ਸਾਡਾ ਕੀ ਨੀਤੀ ਹੋਣੀ ਚਾਹੀਦੀ ਹੈ ਸਾਡੇ ਵਾਸਤੇ, ਕੀ ਐਡਵਾਂਟੇजेस ਹੋਣੇ ਚਾਹੀਦੇ। ਕਿ ਜਥੇਬੰਦੀਆਂ ਵੀ ਤਾਂ ਕਰ ਸਕਦੀਆਂ, ਇਹ ਤਾਂ ਉਹਨਾਂ ਰੋਲ ਹੈਗਾ। ਇਹ ਸਾਡੇ ਜਥੇਬੰਦੀਆਂ ਦਾ ਜੋ ਤੁਸੀਂ ਕਹਿ ਰਹੇ ਹੋ ਕਿ ਬਈ ਧਰਨਾ ਹੀ ਲਾਣਾ ਹੈਗਾ, ਉਹ ਠੀਕ ਹੈ, ਉਹਨਾਂ ਦਾ ਉਹ ਵੀ ਆਬਜੈਕਟਿਵ ਹੋਏਗਾ। ਅਸੀਂ ਉਹਨੂੰ ਅਪੋਜ਼ ਨਹੀਂ ਕਰ ਰਹੇ, ਅਸੀਂ ਅਪੋਜ਼ ਨਹੀਂ ਕਰ ਰਹੇ, ਪਰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਇਹ ਗੱਲ ਆਪਣੀ ਸਟਰੈਂਥਨ ਕਰੋ, ਤਾਕਤ ਤੁਹਾਡੇ ਹੱਥ ਵਿੱਚ ਹੈ। ਅੱਜ ਦੇ ਸਮੇਂ 'ਚ ਜਦੋਂ ਸੰਕਟ ਆਇਆ, ਸਾਰੀ ਦੁਨੀਆ ਵਿੱਚ ਹੈਗਾ ਸੰਕਟ ਸਰ, ਔਰ ਹਰ ਜਗ੍ਹਾ ਤੇ ਲੋਕੀ ਆਪਣੇ ਆਪ ਨੂੰ ਆਪਣੇ ਹੀ ਗਰੁੱਪ ਬਣਾ ਕੇ ਬੈਠੇ ਜਿਹੜੇ ਉਹਨਾਂ ਨੂੰ ਬਿਲਡ ਅਪ ਕਰਦੇ, ਸਪੋਰਟ ਕਰਦੇ ਹੈਗੇ। ਸ਼ਰਮਾ ਜੀ, ਇੱਕ ਹੋਰ ਗੱਲ, ਜਿਵੇਂ ਆਪਾਂ ਡਿਸਕਸ਼ਨ ਕਰ ਰਹੇ, ਮੰਥਨ ਕਰ ਰਹੇ, ਉਹ ਮੁੱਖ ਸਾਡਾ ਮੁੱਦਾ ਇਹੀ ਹੈ ਵੀ ਲੋਕਾਂ ਕੋਲ ਗੱਲ ਜਾਵੇ, ਕਿਸਾਨਾਂ ਕੋਲ ਜਾਵੇ, ਸਰਕਾਰ ਕੋਲ ਜਾਵੇ, ਸੰਕਟ ਤੋਂ ਕਿਸਾਨੀ ਬਾਹਰ ਆਵੇ। ਜੇ ਕਿਤੇ ਇਹੀ ਗੱਲ ਇੱਕ ਪਲੇਟਫਾਰਮ ਤੇ ਬਹਿ ਕੇ ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਪਟਿਆਲਾ, ਡਾਕਟਰ ਦਰਸ਼ਨਪਾਲ, ਇਸੇ ਤਰ੍ਹਾਂ ਬੂਟਾ ਸਿੰਘ, ਜਿੰਨੇ ਵੱਡੇ ਲੀਡਰ ਨੇ, ਕੁਲਵੰਤ ਸਿੰਘ ਸੰਧੂ ਜਾਂ ਜੋਗਿੰਦਰ ਸਿੰਘ ਉਗਰਾਹਾਂ, ਸਾਰੇ ਨੇ, ਅਗਰਾਹਾਂ ਸਾਹਿਬ, ਕੋਕਰੀ ਸਾਹਿਬ, ਜੇ ਕਿਤੇ ਇੱਕ ਸਟੇਜ ਤੇ ਜਾ ਕੇ ਇਹੀ ਅੱਜ ਕਹਿਣ ਵੀ ਇਹੀ ਸਾਡਾ ਮੁੱਦਾ ਹੀ ਇਹੀ ਹੈ ਵੀ ਪਰਾਲੀ ਸਾੜਨ ਦਾ ਕੀ ਨੁਕਸਾਨ ਹੈ, ਜਾਂ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ, ਤੇ ਮੈਨੂੰ ਲੱਗਦਾ ਇਹਦੇ ਨਾਲ ਅੱਧੇ ਮਸਲੇ ਤੇ ਇਹਦੇ ਨਾਲ ਹੱਲ ਹੋ ਸਕਦੇ। ਸਰ, ਮੈਨੂੰ ਉਸ ਮੀਟਿੰਗ ਦਾ ਯਾਦ ਹੈ 2015 ਵਾਲੀ ਵਿੱਚ, ਉਹਦੇ ਵਿੱਚ ਅਜੇ ਵੀਰ ਜਾਖੜ ਵੀ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਐਜ਼ ਏ ਭਾਰਤੀ ਕਿਸਾਨ, ਜਿਹੜਾ ਉਹਨਾਂ ਦੀ ਬੋਡੀ ਹੈਗੀ ਆ, ਜੋ ਵੀ ਭਾਰਤ ਕ੍ਰਿਸ਼ਕ ਸਮਾਜ, ਉਹਨਾਂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਜਗ੍ਹਾ ਦੇਣ ਨੂੰ ਤਿਆਰ ਹਾਂ। ਓਕੇ, ਤੁਸੀਂ ਆਪਣਾ ਜਿਹੜਾ ਕਿਸ ਤਰ੍ਹਾਂ ਆਪਰੇਸ਼ਨਲ ਫੰਡ ਕਿੰਨਾ ਹੋਣਾ ਚਾਹੀਦਾ, ਤੁਸੀਂ ਉਹ ਤਿਆਰ ਕਰ ਲਓ। ਸਰ, ਅਸੀਂ ਇਹੀ ਨਹੀਂ ਕਰ ਪਾਏ, ਜਦ ਕਿ ਮੁਸ਼ਕਿਲ, ਜਦ ਜਗ੍ਹਾ ਤੁਹਾਨੂੰ ਦੇਣ ਨੂੰ ਕੋਈ ਤਿਆਰ ਹੈਗਾ, ਸੋਚ ਹੀ ਨਹੀਂ ਨਾ, ਸੋਚ ਨਹੀਂ ਹੈਗੀ ਸਰ। ਉਸ ਸੋਚ ਨੂੰ ਬਿਲਡ ਅਪ ਕਰਨਾ ਬਹੁਤ ਜ਼ਰੂਰੀ, ਕਿਉਂਕਿ ਜਦ ਤੱਕ ਉਹ ਤੁਹਾਡੀ ਆਪਣੀ ਇੱਕ ਇੰਟੈਲੀਜੈਂਸ ਜਾਂ ਨਹੀਂ ਹੋਏਗੀ, ਜਾਂ ਆਪਣਾ ਤੁਹਾਡਾ ਇੱਕ ਥਿੰਕਿੰਗ ਬੋਡੀ ਨਹੀਂ ਹੋਏਗੀ, ਤੁਸੀਂ ਕਿਸ ਤਰ੍ਹਾਂ ਚੈਲੰਜ ਕਰ ਪਾਓਗੇ, ਕਿਸ ਤਰ੍ਹਾਂ ਅਗਲਾ ਫਿਊਚਰ ਵੀ ਦੱਸ ਪਾਓਗੇ? ਕੋਈ ਹਰੇਕ ਚੀਜ਼ ਤਾਂ ਹਰੇਕ ਦੇ ਅੰਦਰ ਨਹੀਂ ਹੁੰਦੀ ਨਾ। ਤੇ ਲੈਟ ਅਸ ਅਸਿਊਮ ਕਿ ਆਪਾਂ ਇੱਕ ਟੀਮ ਬਣਾ ਕੇ ਰੱਖੀਏ ਕਿ ਵੀ ਇਹ ਕਰਨਗੇ ਸਾਡਾ ਕੰਮ, ਉਹਦੇ ਉੱਪਰ ਅਸੀਂ ਬੈਂਕ ਕਰੀਏ ਕਿ ਸਾਨੂੰ ਕੀ ਸੁਜੈਸਟ ਕਰਦੇ ਆ। ਪੰਜਾਬ ਵਿੱਚ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਵੀ ਹੈ, ਪੋਸੀਬਲ ਵੀ ਹੈ, ਕਿਉਂਕਿ 32-33 ਤਾਂ ਤੁਸੀਂ ਕਹਿ ਰਹੇ ਹੋਗੇ ਕਿ ਬੜੇ ਸਿਆਣੇ ਲੀਡਰ ਹੈਗੇ ਸਰ। ਇੱਕ ਇਹ ਅਗਰ ਇਹ ਕਰ ਦੇਣ ਤਾਂ ਇੱਕ ਨਈ ਲਹਿਰ ਦੇਸ਼ ਵਿੱਚ ਆ ਜਾਏਗੀ ਸਰ, ਨਈ ਲਹਿਰ ਆ ਜਾਏਗੀ। ਔਰ ਯੂ ਆਰ ਮੈਚਿੰਗ ਅਪ ਜਿਹੜਾ ਯੂਰਪ ਔਰ ਅਮਰੀਕਾ ਦਾ ਸਟੈਂਡਰਡ ਹੈਗਾ ਸਰ, ਉਹ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਉਹ ਉੱਥੇ ਜਥੇਬੰਦੀਆਂ ਚੈਲੰਜ ਕਰਦੀਆਂ ਹੈ ਨਾ, ਆਪਣੇ ਐਨਾਲਿਸਿਸ ਰੱਖਦੀਆਂ, ਇਕਨੋਮਿਕ ਐਨਾਲਿਸਿਸ ਰੱਖਦੀਆਂ ਹੈਗੀਆਂ। ਸਾਡੇ ਤੇ ਤਾਂ ਹੈ ਹੀ ਨਹੀਂ ਹੈ ਸਰ ਇਹ ਗੱਲ। ਪਰ ਇਹ ਵੀ ਹੈ ਨਾ ਸ਼ਰਮਾ ਜੀ, ਜਦੋਂ ਟਿੱਕਰੀ ਤੇ ਸਿੰਘੂ ਬਾਰਡਰ ਤੇ ਅੰਦੋਲਨ ਚੱਲ ਰਿਹਾ ਸੀ, ਸਾਰਾ ਪੰਜਾਬ ਜੁੜ ਗਿਆ ਸੀ ਨਾਲ, ਪਰ ਜਦੋਂ ਜਿੱਤ ਕੇ ਆਏ ਕਿਸਾਨ ਲੀਡਰ ਤੇ ਆਉਂਦਿਆਂ ਖਲਾਰਾ ਪਾ ਲਿਆ, ਨਿਰਾਸ਼ ਵੀ ਬਹੁਤ ਕੀਤਾ। ਚਲੋ ਉੱਧਰ ਨਹੀਂ ਜਾਂਦੇ। ਇੱਕ ਇਹ ਵੀ ਪ੍ਰਪੋਜ਼ਲ ਆਈ ਹੈ ਸਰਕਾਰ ਕੋਲ ਖੇਤੀ ਨੀਤੀ ਲਈ ਵੀ ਜਿਹੜਾ ਨਰੇਗਾ ਦਾ ਸਿਸਟਮ ਹੈ ਸਾਰਾ, ਕਿੰਨਾ ਪੈਸਾ ਸਰਮਾਇਆ ਕੇਂਦਰ ਵੱਲੋਂ ਆਉਂਦਾ ਹੈ, ਉਹਨੂੰ ਵੀ ਕਿਉਂਕਿ ਸਾਰਾ ਖੇਤੀਬਾੜੀ ਦੇ ਨਾਲ ਹੀ ਜੁੜਿਆ,
ਉਹਨੂੰ ਵਧੀਆ ਢੰਗ ਨਾਲ ਮੈਨੇਜ ਕਰ ਲਿਆ ਜਾਵੇ ਤੇ ਕਈ ਮਸਲੇ ਹੱਲ ਹੋ ਸਕਦੇ। ਬਿਲਕੁਲ ਠੀਕ ਹੈ ਜੀ। ਔਰ ਤੁਸੀਂ ਆਪਣੇ ਪਹਿਲੇ ਸਾਥੀ ਨਾਲ ਜਿੰਨਾ ਤੁਸੀਂ ਕਹਿ ਰਹੇ ਹੋ ਗੱਲ ਕੀਤੀ ਸੀਗੀ, ਇੰਜੀਨੀਅਰ ਤਰਜਿੰਦਰ ਸਿੰਘ ਹਾਂ, ਉਹਨਾਂ ਨੇ ਦੱਸਿਆ ਵੀ ਹੋਏਗਾ ਤੁਹਾਨੂੰ ਕਿ ਕਿੰਨਾ ਸਾਡੇ ਕੋਲ ਪੈਸਾ ਆਉਂਦਾ ਹੈ ਔਰ ਸਰਪਲਸ ਰਹਿ ਜਾਂਦਾ ਹੈ, ਡਿਟੇਲ ਸਾਰਾ ਕੁਝ ਉਹਨਾਂ ਕੋਲ ਹੈਗੀ ਹੈ। ਬਿਲਕੁਲ ਉਹਨਾਂ ਦੀ ਗੱਲ ਬਿਲਕੁਲ ਠੀਕ ਹੈਗੀ ਹੈ। ਔਰ ਸਾਨੂੰ ਚਾਹੀਦਾ ਕਿ ਇਨਸਟੈਡ ਆਫ ਮਸ਼ੀਨ ਤੇ ਮਸ਼ੀਨ ਜਿਹੜਾ ਲੱਦੀ ਜਾਂਦੇ ਆ ਪੰਜਾਬ ਨੂੰ, ਸਾਨੂੰ ਚਾਹੀਦਾ ਕਿ ਉਹ ਤਾਂ ਲੇਬਰ ਦਾ ਕਿਸ ਤਰ੍ਹਾਂ ਅਸੀਂ ਇਸਤੇਮਾਲ ਕਰਕੇ ਉਸ ਐਗਰੀਕਲਚਰ ਨੂੰ, ਕਿਉਂਕਿ ਮਸ਼ੀਨਰੀ ਨੇ ਲੇਬਰ ਜਿਹੜੀ ਹੈ ਬੇਰੁਜ਼ਗਾਰ ਵੀ ਬਹੁਤ ਕਰਤੀ ਹੈ ਸਰ। ਇੱਕ ਤਾਂ ਉਹ ਹੋ ਗਈ ਬੇਰੁਜ਼ਗਾਰ, ਦੂਸਰੀ ਗੱਲ ਇੱਕ ਹੋਰ ਹੈ ਕਿ ਅਸੀਂ ਪੰਜਾਬ ਨੂੰ ਇੱਕ ਜੰਕਯਾਰਡ ਬਣਾ ਰਹੇ ਹਾਂ ਮਸ਼ੀਨਾਂ ਦਾ। ਅੱਜ ਤਾਂ ਪ੍ਰੋਬਲਮ ਤੁਹਾਡੇ ਕੋਲ ਸਟਬਲ ਬਰਨਿੰਗ ਦੀ ਤੁਸੀਂ ਅਗਰ ਕਹਿ ਲਓ ਇੱਕ এনवायरमेंटਲ ਇਸ਼ੂ ਹੈ। ਤੁਸੀਂ ਇਹ ਸੋਚੋ ਜਿੱਥੇ ਮਸ਼ੀਨਾਂ ਖੜੀਆਂ ਹੈਗੀਆਂ ਜਿਨ੍ਹਾਂ ਦਾ ਯੋਗਦਾਨ ਸਿਰਫ 1 ਮਹੀਨਾ ਜਾਂ 15 ਦਿਨ ਦਾ ਹੈਗਾ, ਉਹ ਜੰਕਯਾਰਡ ਨਹੀਂ ਬਣੇਗਾ। ਕਿਉਂ ਅਸੀਂ ਇਨਵੈਸਟਮੈਂਟ ਕਿੰਨੀ ਗਈ ਹੈ, ਉਹ ਜੰਕਯਾਰਡ ਬਣਾ ਰਹੇ ਹਾਂ ਅਸੀਂ। ਸਾਨੂੰ ਉਸ ਸੋਚ ਤੋਂ ਬਾਹਰ ਨਿਕਲਣਾ ਹੈਗਾ। ਪਰ ਪ੍ਰੋਬਲਮ ਸਰ ਇਹ ਹੈਗਾ ਕਿ ਲੌਬੀਜ਼ ਇੰਨਾ ਸਟਰੋਂਗ ਕੰਮ ਕਰਦੀਆਂ ਹੈਗੀਆਂ ਕਿ ਸਾਰੇ ਇਨਫਲੂਐਂਸ ਵਿੱਚ ਆ ਜਾਂਦੇ ਹੈ ਸਰ। ਹੁਣ ਇਹਦਾ ਕੀ ਕਰ ਸਕਦੇ ਆ? ਆਈ ਥਿੰਕ ਦੀ ਇੰਪੋਰਟੈਂਟ ਪਾਰਟ ਇਜ਼ ਕਿ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਅਗਰ ਪੰਜਾਬ ਫਾਰਮਰਸ ਇਨਕਮ ਕਮਿਸ਼ਨ ਹੋਏ, ਉਹਨੂੰ ਇਹ ਸੋਚਣਾ ਚਾਹੀਦਾ ਕਿ ਬਈ ਇਨਕਮ ਜਿਹੜੀ ਹੈਗੀ ਕਿਸ ਤਰੀਕੇ ਨਾਲ ਬਚ ਸਕਦੀ ਹੈਗੀ ਆ। ਕਿਉਂਕਿ ਆਫਟਰ ਅਸੀਂ ਕਹਿੰਦੇ ਨੇ ਮਨੀ ਸੇਵਡ ਇਜ਼ ਮਨੀ ਅਰਨਡ। ਤੇ ਜੇ ਤੁਸੀਂ ਇਹ ਫਾਲਤੂ ਦੀ ਮਸ਼ੀਨਾਂ ਤੇ ਪੈਸਾ ਨਹੀਂ ਖਰਚੋਗੇ, ਉਹਨੂੰ ਤੁਸੀਂ ਇੱਕ ਤਰ੍ਹਾਂ ਦਾ ਯੂਟਿਲਾਈਜੇਸ਼ਨ ਇਸ ਤਰੀਕੇ ਨਾਲ ਕਰੋ ਕਿ ਵੀ ਤੁਹਾਨੂੰ ਲੇਬਰ ਦੀ ਵੀ ਹੋਏ, ਹਿਊਮਨ ਜਿਹੜੀ ਆਪਣੀ ਕੈਪੈਸਿਟੀ ਹੈ ਉਹ ਵੀ ਯੂਟਿਲਾਈਜ਼ ਹੋਏ, ਇਹ ਸਾਰੀ ਗੱਲਾਂ ਹੋਣ ਤਾਂ ਆਈ ਥਿੰਕ ਵੀ ਕੈਨ ਰੀਬਿਲਡ ਪੰਜਾਬ। ਔਰ ਐਗਰੀਕਲਚਰ ਪੰਜਾਬ ਦਾ ਸਿਰਫ ਸਾਡੇ ਦੇਸ਼ ਵਾਸਤੇ ਨਹੀਂ, ਦੁਨੀਆ ਵਾਸਤੇ ਇੱਕ ਤਰ੍ਹਾਂ ਦਾ ਰੋਲ ਮਾਡਲ ਹੋ ਸਕਦਾ ਹੈਗਾ। ਪਰ ਆਈ ਥਿੰਕ ਥੋੜੀ ਜਿਹੀ ਸਾਨੂੰ ਪ੍ਰਯਾਸ ਉਸ ਤਰਫ ਕਰਨਾ ਪਏਗਾ। ਐਂਡ ਐਸੀ ਗੱਲ ਨਹੀਂ ਹੈ, ਸੋਚ ਹੈ ਕਿਤੇ ਨਾ ਕਿਤੇ ਉਹ ਉਭਰ ਕੇ ਨਹੀਂ ਆ ਰਹੀ ਹੈ। ਪਰ ਮੈਨੂੰ ਲੱਗਦਾ ਲੈਟਸ ਬਿਲਡ ਆਨ ਦੈਟ। ਇੱਥੇ ਸੈਦਪੁਰ ਹੈ ਮੋਹਾਲੀ ਚ ਪਿੰਡ, ਉੱਥੇ ਇੱਕ ਬਾਗ ਦੇਖ ਕੇ ਆ, ਉਹ ਵੀ ਇੰਜੀਨੀਅਰ ਤਰਜਿੰਦਰ ਸਿੰਘ ਉਹਨਾਂ ਦਾ ਹੀ ਸੀ। ਤੇ ਉੱਥੇ ਜਾ ਕੇ ਮੈਂ ਹੈਰਾਨ ਰਹਿ ਗਿਆ। 7 ਏਕੜ 'ਚ ਉਹਨਾਂ ਨੇ ਆੜੂ, ਲੀਚੀ, ਹੋਰ ਅੰਬ ਵਗੈਰਾ ਲਾਏ ਤੇ ਅੱਧੇ ਇੰਚ ਦੇ ਬੋਰ ਨਾਲ ਕਹਿੰਦੇ ਮੈਂ ਸਿੰਚਾਈ ਕਰਦਾ ਤੇ ਇੰਨਾ ਕੁ ਖਡਾਉਣਾ ਸੀ ਟਰੈਕਟਰ ਉਹਨਾਂ ਦਾ, ਕਹਿੰਦੇ ਇਹਦੇ ਨਾਲ ਮੈਂ ਸਾਰਾ ਕੁਝ ਕਰਦਾ। ਇਹ ਬਾਗਬਾਨੀ, ਕਿਉਂਕਿ ਕਿਸਾਨਾਂ ਨੇ ਵੀ ਬੜਾ ਇਹ ਸੁਜੈਸਟ ਕੀਤਾ, ਬਾਗਬਾਨੀ ਤੇ ਡੇਅਰੀ ਇਹਨੂੰ ਪ੍ਰਫੁੱਲਤ ਕਰਨ ਨਾਲ ਹੀ ਕਹਿੰਦੇ ਕਿਸਾਨੀ ਬਚੂਗੀ ਪੰਜਾਬ ਦੀ। ਦੇਖੋ ਜੀ, ਜਦ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਇਨਕਮ ਕਮਿਸ਼ਨ ਹੋਏ ਜਿਹਦਾ ਟਾਰਗੇਟ ਇਹ ਹੋਏ ਕਿ 40,000 ਰੁਪਏ ਅਸੀਂ ਇਨਕਮ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਉਹਦੇ ਵਿੱਚ ਇਹ ਹੈ ਕਿ ਤੁਸੀਂ ਇੰਟੈਗਰੇਟ ਕਰੋਗੇ ਡੇਰੀ ਨੂੰ, ਤੁਸੀਂ ਇੰਟੈਗਰੇਟ ਕਰੋਗੇ ਹਾਰਟੀਕਲਚਰ ਨੂੰ। ਜਦ ਤੱਕ ਤੁਸੀਂ ਉਹਨੂੰ ਐਗਰੀਕਲਚਰ ਨਾਲ ਇੰਟੈਗਰੇਟ ਨਹੀਂ ਕਰੋਗੇ ਔਰ ਉਸ ਤਰੀਕੇ ਬੜਾਵਾ ਨਹੀਂ ਮਿਲੇਗਾ, ਉਹ ਇਨਕਮ ਤੁਹਾਡੀ ਨਹੀਂ ਵਧੇਗੀ। ਇੱਕ ਗੱਲ ਤੁਸੀਂ ਬੜੀ ਅੱਛੀ ਗੱਲ ਦੱਸੀ ਕਿ ਤੁਸੀਂ ਛੋਟੇ 7 ਏਕੜ ਦੇ ਉੱਚ ਫਾਰਮ 'ਚ ਗਏ ਸੀਗੇ। ਮੈਂ ਸਰ 3 ਦਿਨ ਪਹਿਲੇ ਕੇਰਲ ਵਿੱਚੋਂ ਆ ਰਿਹਾ ਹੈਗਾ ਔਰ ਮੈਂ ਕੇਰਲ ਨੀਲਗਿਰੀ ਹਿਲਸ ਵਿੱਚ ਗਿਆ। ਉੱਥੇ ਇੱਕ ਕਿਸਾਨ ਨੇ 5 ਏਕੜ ਦਾ ਉਹਦੇ ਕੋਲ ਟੀ ਪਲਾਂਟੇਸ਼ਨ ਹੈਗੀ, ਚਾਹ ਦਾ ਬਗੀਚਾ ਹੈਗਾ। ਅਸੀਂ ਕਦੀ ਮੰਨ ਹੀ ਨਹੀਂ ਸਕਦੇ ਕਿ ਛੋਟਾ ਕਿਸਾਨ 5 ਏਕੜ ਦਾ ਉਹ ਕਿਸਾਨ ਇੰਨਾ ਅੱਛਾ ਕੰਮ ਕਰਦਾ ਹੋਏਗਾ। ਮੈਂ ਉਹਦੇ ਖੇਤ ਵਿੱਚ ਗਿਆ, ਉਹ ਜ਼ੀਰੋ ਬਜਟ ਨੈਚੁਰਲ ਫਾਰਮਿੰਗ ਜਿਹਨੂੰ ਕਿ ਲੋਕੀ ਕਹਿੰਦੇ ਕੰਮ ਦੀ ਨਹੀਂ ਹੈ, ਉਹ ਨਹੀਂ ਹੈਗੀ ਹੈ, ਉਹ 12 ਸਾਲ ਤੋਂ ਕਰ ਰਿਹਾ ਸਰ। ਔਰ ਅੱਜ ਉਹ ਦੁਨੀਆ 'ਚ 15 ਕੰਟਰੀ ਵਿੱਚ ਐਕਸਪੋਰਟ ਕਰ ਰਿਹਾ। ਉਹਨੇ ਆਪਣੀ ਛੋਟੀ ਮਿਲ ਵੀ ਲਗਾਤੀ ਹੈ, ਛੋਟੀ ਮਿਲ ਲਗਾ ਕੇ ਉਹਦੇ ਵਿੱਚ ਆਪਣਾ ਬ੍ਰਾਂਡ, ਕੈਨ ਯੂ ਇਮੇਜਿਨ 5 ਏਕੜ ਦਾ ਕਿਸਾਨ ਆਪਣਾ ਬ੍ਰਾਂਡ ਵੇਚੇ। ਉਹਨੇ ਪੀਕੇ ਨੈਚੁਰਲ ਫਾਰਮਸ ਕਰਕੇ ਇੱਕ ਬ੍ਰਾਂਡ ਬਣਾਇਆ, ਉਹਦਾ ਪੀਕੇ ਨਾਂ ਹੈਗਾ ਔਰ ਉਹ ਬ੍ਰਾਂਡ ਜਿਹੜਾ ਹੈਗਾ ਉਹ ਐਕਸਪੋਰਟ ਵੀ ਕਰਦਾ, ਇੰਡੀਆ 'ਚ ਸਪਲਾਈ ਕਰਦਾ। 5 ਏਕੜ ਦਾ ਕਿਸਾਨ, ਮਤਲਬ ਕਹਿੰਦਾ ਕਿ ਛੋਟਾ ਏਕਰੇਜ ਜਿਹੜੀ ਹੈਗੀ ਆ ਉਹ ਅਸੀਂ ਇਹ ਨਾ ਸੋਚੀਏ ਕਿ ਲੋਕਾਂ ਨੂੰ ਕੱਢਣਾ ਹੈਗਾ। ਛੋਟੇ ਏਕੜ ਨੂੰ ਅਸੀਂ ਕਿਸ ਤਰ੍ਹਾਂ ਉਹਨੂੰ ਪ੍ਰੋਡਕਟਿਵ ਬਣਾਈਏ ਔਰ ਇਸ ਤਰ੍ਹਾਂ ਦਾ ਉਹਨੂੰ ਇਕਨੋਮਿਕਲੀ ਵਾਇਬਲ ਬਣਾਈਏ। ਢਾਂਚੇ ਸਾਡੇ ਕੋਲ ਸਾਰੇ ਹੈਗੇ ਜੀ, ਸਿਰਫ ਸੋਚ ਉਹਨੂੰ ਕਿਸ ਤਰ੍ਹਾਂ ਇਨਕੋਰਪੋਰੇਟ ਕਰਨਾ ਹੈਗਾ ਉਸ ਡਿਜ਼ਾਈਨ ਵਿੱਚ। ਇਹ ਸਾਡਾ ਮੈਨੂੰ ਲੱਗਦਾ ਕਿ ਇੱਕ ਬਹੁਤ ਬੜਾ ਟਾਸਕ ਹੋਣਾ ਚਾਹੀਦਾ। ਫੂਡ ਪ੍ਰੋਸੈਸਿੰਗ ਯੂਨਿਟਾਂ ਤੋਂ ਬਿਨਾਂ ਪੰਜਾਬ ਨੂੰ ਖੇਤੀ ਸੰਕਟ ਚੋਂ ਕੱਢਿਆ ਜਾ ਸਕਦਾ? ਸਰ, ਫੂਡ ਪ੍ਰੋਸੈਸਿੰਗ ਦੇ ਉੱਪਰ ਇੱਕ ਡਿਬੇਟ ਹੋਣੀ ਚਾਹੀਦੀ ਹੈ। ਪਹਿਲੇ ਸਾਡੀ ਕੰਟਰੀ ਵਿੱਚ ਨਹੀਂ ਹੋ ਰਹੀ ਹੈ। ਕੰਟਰੀ ਦੀ ਡਿਬੇਟ ਇਹ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਇੱਕ ਸੋਚ ਵਿੱਚ ਹੈਗਾ। ਆਮ ਆਦਮੀ ਨੂੰ ਤੁਸੀਂ ਬੋਲੋ ਨਾ ਕਿ ਐਗਰੀਕਲਚਰ ਦਾ ਕ੍ਰਾਈਸਿਸ, ਉਹ ਕਹਿੰਦਾ ਜੀ ਪ੍ਰੋਸੈਸਿੰਗ ਯੂਨਿਟ ਲਗਾ ਦਿਓ। ਹੁਣ ਤੁਸੀਂ ਦੇਖੋ ਪੰਜਾਬ ਦੀ ਆਪਾਂ ਕੰਡੀਸ਼ਨ ਦੇਖੀਏ। ਪੰਜਾਬ ਦੁਨੀਆ ਨੂੰ ਜਾਂ ਦੇਸ਼ ਨੂੰ ਕਣਕ ਐਕਸਪੋਰਟ ਕਰਦਾ ਹੈ, ਠੀਕ ਹੈ। 48% ਇਸ ਬਾਰੇ ਦਾ ਡਾਟਾ ਜਿਹੜਾ ਕਹਿ ਰਿਹਾ ਇਸ ਤਰੀਕੇ ਨਾਲ ਹੈ ਕਿ 48% ਪੰਜਾਬ ਤੋਂ ਆ ਰਿਹਾ ਜਿਹੜਾ ਸਰਪਲਸ ਹੈਗਾ ਵੀਟ। ਸਰ, ਇੰਟਰਸਟਿੰਗਲੀ ਜਿਹੜਾ ਸਾਡਾ ਆਟਾ ਹੈ ਉਹ ਤਾਂ ਮੱਧ ਪ੍ਰਦੇਸ਼ ਤੋਂ ਆ ਰਿਹਾ। ਆਉਣ ਲੱਗਾ ਸੀ ਉੱਥੇ, ਬਹੁਤ ਵੱਡਾ ਸਵਾਲ ਹੈ। ਬੜਾ ਸਵਾਲ ਹੈ। ਅੱਛਾ, ਉਹ ਉੱਥੋਂ ਆ ਰਿਹਾ। ਔਰ ਮੈਂ 5 ਸਾਲ ਪਹਿਲੇ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਇੱਕ ਅਖਬਾਰ 'ਚ, ਮੋਤੀਆਂ ਵਰਗਾ ਦਾਣਾ ਜੀ ਕਣਕ ਦਾ। ਹਾਂਜੀ, ਉਹ ਉੱਥੋਂ ਆ ਰਿਹਾ। ਜੇ ਸਾਡੀ ਪ੍ਰੋਸੈਸਿੰਗ ਤੁਸੀਂ ਆਪਣੀ ਤਾਂ ਕੀਤੀ ਨਹੀਂ, ਜਿਹੜੀ ਆਟੇ ਦੀ ਇੱਥੇ ਜ਼ਰੂਰ ਸੀਗੀ। ਤੁਹਾਡੇ ਕੋਲ ਆਟਾ ਬਹੁਤ ਪੈਦਾ ਮਤਲਬ ਕਣਕ ਬਹੁਤ ਪੈਦਾ ਹੁੰਦੀ ਹੈ, ਤੁਸੀਂ ਆਟੇ ਦੀ ਇੱਥੇ ਚੰਗੀ ਖਾਸੀ ਇੱਕ ਇੰਡਸਟਰੀ ਲਗਾ ਸਕਦੇ ਸੀਗੇ। ਜੇ ਤੁਸੀਂ ਕਹਿੰਦੇ ਹੋ ਕਿ ਲੋਕੀ ਬਾਹਰੋਂ ਜਿਹੜਾ ਆ ਰਿਹਾ ਸ਼ਰਬਤੀ ਆਟਾ ਆ ਰਿਹਾ, ਉਹ ਸ਼ਰਬਤੀ ਦਾ ਜਿਹੜਾ ਆਟਾ ਹੈਗਾ ਮੱਧ ਪ੍ਰਦੇਸ਼ ਤੋਂ ਜਾਂ ਰਾਜਸਥਾਨ ਤੋਂ, ਅਸੀਂ ਕਹਿੰਦੇ ਹਾਂ ਕਿ ਉਹ ਸੇਫ ਹੈ, ਪੈਸਟੀਸਾਈਡ ਨਹੀਂ ਯੂਜ਼ ਹੁੰਦੇ। ਤੁਸੀਂ ਵੀ ਇੱਥੇ ਸ਼ੁਰੂ ਕਰ ਦਿਓ। ਤੁਸੀਂ ਇੱਥੇ ਕਿਉਂ ਨਹੀਂ ਕਰਦੇ ਕਿ ਲੋਕ, ਜਦ ਮਾਰਕੀਟ ਹੈ, ਮੇਰੇ ਹਰ ਪੜੋਸੀ, ਤੁਸੀਂ ਦੇਖ ਤੁਹਾਡੇ ਵੀ ਪੜੋਸੀ ਜਿਹੜੇ ਹੋਣਗੇ, ਦੂਸਰਾ ਤੀਸਰਾ ਪੜੋਸੀ ਸਭ ਆਟਾ ਲੈਂਦੇ ਮੱਧ ਪ੍ਰਦੇਸ਼ ਦਾ। ਹਾਂਜੀ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਉਹਦੇ ਐਡਵਾਂਟੇਜਸ ਪਤਾ ਹੈਗੇ, ਉਹਨੂੰ ਯੂਜ਼ ਕਰਨਾ ਚਾਹੁੰਦੇ। ਸਾਡਾ ਪ੍ਰਦੇਸ਼ ਕਿਉਂ ਨਹੀਂ ਕਰ ਸਕਦਾ? ਮੈਂ ਤਾਂ ਕੁਝ ਸ਼ਬਦ ਕਹੂੰਗਾ ਵੀ ਇਹ ਪੰਜਾਬ ਦੇ ਸਰਕਾਰੀ ਸਿਸਟਮ ਲਈ ਲਾਹਨਤ ਹੈ ਵੀ ਖੇਤੀ ਪ੍ਰਧਾਨ ਸੂਬਾ ਜਿਹੜਾ ਜੀ, ਉਹਦੇ ਈਵਨ ਕਿਸਾਨ ਵੀ ਜਿਹੜੇ ਨੇ, ਪੰਜਾਬੀ ਜਿਹੜੇ ਨੇ,
ਉਹ ਬਾਹਰ ਦੇ ਸੂਬਿਆਂ ਦਾ ਆਟਾ ਖਾ ਕੇ ਖੁਸ਼ ਨੇ। ਇਸ ਤੋਂ ਲਾਹਨਤ ਨਹੀਂ ਕੋਈ ਹੋ ਸਕਦੀ, ਨਹੀਂ ਹੋ ਸਕਦੀ ਨਾ। ਅੱਛਾ, ਇਹ ਸੋਚ ਵਿੱਚ ਨਹੀਂ ਆਉਂਦਾ ਇੱਥੇ ਕਦੀ। ਆਪਾਂ ਕਹਿੰਦੇ ਪ੍ਰੋਸੈਸਿੰਗ ਲਗਾਈ ਹੈ ਸਰ, ਪ੍ਰੋਸੈਸਿੰਗ ਦੇ ਕੋਈ ਖਿਲਾਫ ਨਹੀਂ ਹੈ, ਪਰ ਆਪਾਂ ਇੱਕ ਦੋ ਤਿੰਨ ਚੀਜ਼ਾਂ ਪਹਿਲੇ ਸਮਝ ਲਈਏ। ਅਮਰੀਕਾ ਵਿੱਚ ਅੱਜ 78% ਜਿਹੜਾ ਫੂਡ ਆ ਰਿਹਾ ਉਹ ਅਲਟਰਾ ਪ੍ਰੋਸੈਸਡ ਹੈ। ਹੁਣ ਅਲਟਰਾ ਪ੍ਰੋਸੈਸ ਕੀ ਹੁੰਦਾ, ਸਾਡੇ ਦੇਸ਼ 'ਚ ਨਹੀਂ ਗੱਲ ਹੁੰਦੀ। ਇੰਗਲੈਂਡ ਦਾ 60% ਫੂਡ ਜਿਹੜਾ ਹੈਗਾ, ਜਿਹੜਾ ਲੋਕੀ ਮਾਰਕੀਟ 'ਚੋਂ ਖਰੀਦਦੇ ਹੈਗੇ ਆ, ਉਹ ਅਲਟਰਾ ਪ੍ਰੋਸੈਸਡ ਹੈ। ਅਲਟਰਾ ਪ੍ਰੋਸੈਸ ਇਜ਼ ਉਹਦਾ ਲਿੰਕ ਜਿਹੜਾ ਹੈਗਾ ਕੈਂਸਰ ਨਾਲ ਜਾਂ ਹੋਰ ਡਿਜ਼ੀਜ਼ਸ ਨਾਲ ਹੈਗਾ। ਤੁਸੀਂ ਜਿੰਨਾ ਅਲਟਰਾ ਪ੍ਰੋਸੈਸ ਫੂਡ ਪੈਦਾ ਕਰੋਗੇ ਆਪਣੇ ਦੇਸ਼ ਵਿੱਚ, ਤੁਸੀਂ ਆਪਣੀ ਤਰਫੋਂ ਸੋਚ ਲਿਆ ਕਿ ਜੇ ਕਿਉਂਕਿ ਬਿਜ਼ਨਸ ਨੂੰ ਫਾਇਦਾ ਹੋ ਗਿਆ ਤਾਂ ਸਾਨੂੰ ਵੀ ਫਾਇਦਾ ਹੋ ਗਿਆ, ਅਸੀਂ ਸੋਚ ਲੈਂਦੇ ਨਹੀਂ। ਆਈ ਥਿੰਕ ਆਪਾਂ ਦੇਖੀਏ ਕਿ ਉਹ ਅਲਟਰਾ ਪ੍ਰੋਸੈਸ ਫੂਡ ਚਾਹੀਦਾ ਸਾਨੂੰ, ਕਿ ਸਾਨੂੰ ਨੋਰਮਲ ਫੂਡ ਚਾਹੀਦਾ ਹੈਗਾ। ਸਰ ਆਪਾਂ ਅਗਰ ਸਾਡੇ ਚੀਫ ਮਿਨਿਸਟਰ ਜਾਂ ਸਾਡੇ ਪ੍ਰਾਈਮ ਮਿਨਿਸਟਰ ਦੇਸ਼ ਦੇ ਅਗਰ ਇਹ ਕਹਿ ਸਕਦੇ ਆ ਕਿ ਵੀ ਦੇਸ਼ ਨੂੰ ਪੈਟਰੋਲ ਦੀ ਬਹੁਤ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਯੂ ਕੈਨ ਪੇ ਮੋਰ, ਤਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਵੀ ਦੇਸ਼ ਨੂੰ ਆਪਣੀ ਹੈਲਥ ਵਾਸਤੇ ਜਾਂ ਪਰਿਆਵਰਣ ਵਾਸਤੇ ਪ੍ਰੋਸੈਸ ਫੂਡ ਨਾ ਖਾਓ, ਤੁਸੀਂ ਆਪਣਾ ਨੈਚੁਰਲ ਫੂਡ ਖਾਓ, ਆਪਣਾ ਤਿਆਰ ਕਰਕੇ ਕੁੱਕ ਕਰਕੇ ਉਹਨੂੰ ਬਿਲਡ ਅਪ ਕਰੋ। ਇਹ ਲੋਕਾਂ ਨੂੰ ਇੱਕ ਮੈਸੇਜ ਕਿਉਂ ਨਹੀਂ ਦਿੱਤਾ ਜਾ ਸਕਦਾ ਸਰ? ਹਾਂਜੀ, ਸਾਨੂੰ ਪ੍ਰੋਸੈਸ ਦੀ ਤਰਫ ਨਹੀਂ बढ़ना ਹੈਗਾ, ਮੇਰਾ ਇੱਕ ਸਬਮਿਸ਼ਨ ਹੈਗਾ। ਹਾਲਾਂਕਿ ਇਸ ਗੱਲ ਤੇ ਬਹੁਤ ਲੋਕੀ ਮੇਰੇ ਖਿਲਾਫ ਹੋਣਗੇ, ਲੇਕਿਨ ਤੁਹਾਨੂੰ ਮੈਂ ਦੱਸ ਰਿਹਾ ਕਿ ਦੁਨੀਆ ਵਿੱਚ ਅੱਜ ਇਹ ਪਾਇਆ ਗਿਆ ਹੈ ਕਿ ਪ੍ਰੋਸੈਸ ਫੂਡ, ਸਪੈਸ਼ਲੀ ਅਲਟਰਾ ਪ੍ਰੋਸੈਸ ਫੂਡ ਜਿਹੜਾ ਹੈਗਾ ਉਹ ਕਿੰਨਾ ਹਾਨੀਕਾਰਕ ਹੈਗਾ ਸਾਡੀ ਸਿਹਤ ਵਾਸਤੇ ਜਾਂ ਸਾਡੀ ਹੈਲਥ ਵਾਸਤੇ। ਹਾਂਜੀ, ਕਿਆ ਅਸੀਂ ਉਹ ਤੋਂ ਨਿਕਲਣਾ ਚਾਹੁੰਦੇ ਕਿ ਅਸੀਂ ਹੋਰ ਲੋਕਾਂ ਨੂੰ ਦਵਾਈਆਂ ਤੇ ਚਾਹੁੰਦੇ? ਚਿੰਤਾ ਸਵਾਲ ਮੈਨੂੰ ਲਾਲਚ ਹੈ ਤੁਹਾਡੇ ਕੋਲ ਵੱਖ-ਵੱਖ ਮੁੱਦਿਆਂ ਤੇ ਗੱਲ ਸਮ ਅਪ ਕਰ ਲਈਏ। ਇੱਕ ਪੰਜਾਬ ਦੀ ਮਿੱਟੀ ਪਲੀਤ ਹੋ ਗਈ, ਕੌੜੀ ਹੋ ਗਈ, ਜ਼ਹਿਰੀਲੀ ਹੋ ਗਈ, ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਗਿਆ। ਇੱਕ ਵਿਭਾਗ ਵੀ ਹੈਗਾ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ, ਜਿਹਨੂੰ ਕਹਿੰਦੇ ਆ ਭੂਮੀ ਸੁਧਾਰ ਵਿਭਾਗ। ਕਿਤੇ ਦਿਸਿਆ ਨਹੀਂਗਾ, ਇੰਨਾ ਵੱਡਾ ਕ੍ਰਾਈਸਿਸ ਹੈ। ਕਿਸੇ ਵੀ ਸਰਕਾਰ ਨੇ ਇਹ ਦੋ ਮੁੱਦਿਆਂ ਤੇ ਕੋਈ ਵੱਡੀ ਮੁਹਿੰਮ ਕਦੀ ਨਹੀਂ ਚਲਾਈ। ਸਰ ਇਹਦਾ ਕਾਰਨ ਹੈ ਇੱਕ ਬੜਾ ਸਪਸ਼ਟ ਤਰਲੋਚਨ ਜੀ, ਉਹ ਇਹ ਹੈਗਾ ਕਿ ਇਹ ਜਿਹੜਾ ਸੋਇਲ ਦਾ ਇਸ਼ੂ ਹੈਗਾ ਇਹ ਪਿਛਲੇ 25 ਸਾਲਾਂ ਤੋਂ ਗੱਲ ਹੋ ਰਹੀ ਹੈਗੀ ਹੈ। ਇਹ ਨਹੀਂ ਕਿ ਪੰਜਾਬ 'ਚ ਨਹੀਂ ਹੋ ਰਹੀ, ਸਾਰੀ ਦੁਨੀਆ ਵਿੱਚ ਹੋ ਰਹੀ ਹੈਗੀ ਹੈ। ਲੇਕਿਨ ਫੋਕਸ ਨਹੀਂ ਕਿਉਂ ਗਿਆ? ਆਪਾਂ ਸੋਇਲ ਨੂੰ ਆਪਾਂ ਇੱਕ ਜਾਂ ਜਿਹਨੂੰ ਆਪਾਂ ਗਰਾਊਂਡ ਕਹਿ ਲਈ ਜੀ, ਆਪਣੀ ਜ਼ਮੀਨ ਜਿਹੜੀ ਹੈਗੀ ਆਪਾਂ ਉਹਨੂੰ ਮੰਨਦੇ ਹਾਂ ਕਿ ਫ੍ਰੀ ਰਿਸੋਰਸ ਹੈ। ਫ੍ਰੀ ਰਿਸੋਰਸ ਹੈ, ਇਸ ਕਰਕੇ ਸਾਨੂੰ ਖਤਰਾ ਨਹੀਂ ਲੱਗਦਾ ਕੋਈ ਇਹਦਾ ਕੁਝ ਹੋ ਰਿਹਾ। ਲੇਕਿਨ ਸਰ ਸਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ, ਪੰਜਾਬ ਦਾ ਜਿਹੜਾ ਜ਼ਮੀਨ ਹੈਗੀ ਆ ਅੱਜ, ਉਹਦਾ ਅਗਰ ਤੁਸੀਂ ਆਰਗੈਨਿਕ ਮੈਟਰ ਦੇਖੋ, ਉਹਦਾ 1% ਤੋਂ ਘੱਟ 0.1% ਤੋਂ ਘੱਟ ਰਹਿ ਗਿਆ। ਬਹੁਤ ਚਿੰਤਾ ਦਾ ਵਿਸ਼ਾ। 0.1% ਤੋਂ ਘੱਟ ਰਹਿ ਗਿਆ ਹੈਗਾ। ਇਹਦਾ ਮਤਲਬ ਹੈ ਕਿ ਜਦ ਤੱਕ ਤੁਸੀਂ ਕੈਮੀਕਲ ਫਰਟੀਲਾਈਜ਼ਰ ਨਹੀਂ ਪਾਓਗੇ ਤਾਂ ਪੈਦਾਵਾਰ ਹੀ ਨਹੀਂ ਹੋਏਗੀ। ਇਸ ਲੈਵਲ ਤੇ ਅਸੀਂ ਆ ਚੁੱਕੇ ਹੈਗੇ ਆ, ਗੁਲਾਮ ਹੋ ਗਏ। ਹਾਂਜੀ, ਲੇਕਿਨ ਤੁਸੀਂ ਇਹ ਦੇਖੋ ਨਾ ਕਿ ਇੰਨੇ ਸਾਲਾਂ ਤੋਂ ਸਾਡੇ ਕੋਲ ਯੂਨੀਵਰਸਿਟੀ ਹੈਗੇ, ਸਾਡੇ ਕੋਲ ਬੈਸਟ ਸਾਇੰਟਿਸਟ ਹੈਗੇ, ਇੰਸਟੀਚਿਊਟਸ ਹੈਗੇ, ਡਿਪਾਰਟਮੈਂਟ ਹੈਗੇ। ਕਦੀ ਸੋਇਲ ਦੇ ਉੱਪਰ ਫੋਕਸ ਕੀਤਾ ਗਿਆ ਕਿ ਇੱਕ ਸੋਇਲ ਦੀ ਮੁਹਿੰਮ ਵੀ ਇਸ ਤਰੀਕੇ ਨਾਲ ਹੋਏ ਜਿਸ ਤਰ੍ਹਾਂ ਪ੍ਰੋਜੈਕਟ ਟਾਈਗਰ ਦੀ ਸੀਗੀ? ਸਰ ਜਦ ਪ੍ਰੋਜੈਕਟ ਟਾਈਗਰ ਸੀਗਾ, ਤੁਹਾਨੂੰ ਯਾਦ ਹੋਏਗਾ ਜੇ ਇੰਦਰਾ ਗਾਂਧੀ ਜੀ ਦੇ ਟਾਈਮ ਤੇ ਜਦੋਂ ਸ਼ੁਰੂਆਤ ਹੋਈ ਸੀਗੀ, ਉਸ ਟਾਈਮ ਕਿੰਨੇ ਟਾਈਗਰ ਸਾਡੇ ਕੋਲ 'ਚ ਇੱਕ ਬੜਾ ਖਤਰਾ ਹੁੰਦਾ ਸੀ, ਖਤਮ ਹੋ ਗਏ ਹਿੰਦੁਸਤਾਨ 'ਚੋਂ ਟਾਈਗਰ। ਅੱਜ ਸਾਡੇ ਕੋਲ ਸਰਪਲਸ ਹੈਗੇ ਜਿੰਨੇ ਸਾਡੇ ਕੋਲ ਹੋਣੇ ਚਾਹੀਦੇ ਸੀਗੇ, ਹਾਂਜੀ, ਉਹ ਤੋਂ ਜ਼ਿਆਦਾ ਵੱਧ ਗਏ ਹੈਗੇ। ਉਹ ਪ੍ਰੋਜੈਕਟ ਟਾਈਗਰ ਦਾ ਜਿਹੜਾ ਇੱਕ ਸੋਚ ਲੈ ਕੇ ਆਏ ਜਾਂ ਉਹਨੂੰ ਜਿਹੜਾ ਅਸੀਂ ਜਿਸ ਤਰ੍ਹਾਂ ਬਿਲਡਅਪ ਕੀਤਾ, ਅਸੀਂ ਪ੍ਰੋਜੈਕਟ ਸੋਇਲ ਕਿਉਂ ਨਹੀਂ ਕਰ ਸਕਦੇ? ਸਭ ਤੋਂ ਜ਼ਿਆਦਾ ਅਹਿਮ ਇਸ਼ੂ ਜਿਹੜਾ ਹੈਗਾ ਸੋਇਲ ਹੈ ਜੀ। ਸੋਇਲ ਅਗਰ ਤੁਹਾਡੀ ਪ੍ਰੋਡਕਟਿਵ ਹੈ ਜਾਂ ਉਹਦੇ ਵਿੱਚ ਕੈਪੈਸਿਟੀ ਹੈ ਤਾਂ ਹੀ ਜ਼ਿੰਦਗੀ ਬਚੇਗੀ ਨਾ। ਜੋ ਤੁਸੀਂ ਕਹਿ ਰਹੇ ਸੀ ਨਾ ਕਿ ਜਿਹੜੀ ਇੰਟਰਨੈਸ਼ਨਲ ਤੁਸੀਂ ਸਟੱਡੀ ਦੱਸੀ ਸੀਗੀ, ਉਹਦੇ ਵਿੱਚ ਵੀ ਅਸਲੀ ਕਾਰਨ ਇਹ ਹੈਗਾ ਕਿ ਉਹਨਾਂ ਨੂੰ ਪਤਾ ਹੈ ਕਿ ਸੋਇਲ ਦੀ ਡਿਪਲੀਸ਼ਨ ਜਿਹੜੀ ਹੋ ਰਹੀ ਹੈ। ਅੱਜ ਤੁਸੀਂ ਅਗਰ ਯੂਨਾਈਟਿਡ ਨੇਸ਼ਨ ਦਾ ਡਾਟਾ ਦੇਖੋ ਸਰ, ਉਹ ਕਹਿੰਦਾ ਕਿ ਹਰ ਮਿੰਟ ਵਿੱਚ ਇੱਕ ਫੁੱਟਬਾਲ ਜਿੰਨਾ ਗਰਾਊਂਡ ਦਾ ਏਰੀਆ ਜਿਹੜਾ ਹੈਗਾ ਉਹ ਡੈਜ਼ਰਟੀਫਿਕੇਸ਼ਨ ਦੇ ਥੱਲੇ ਆ ਰਿਹਾ। ਤੁਸੀਂ ਦੇਖੋ ਸੀ ਕਿਸ ਤਰੀਕੇ ਨਾਲ ਵੱਧ ਰਿਹਾ ਹੈਗਾ, ਡੈਜ਼ਰਟ ਜਾਂ ਰੇਗਿਸਤਾਨ ਵੱਧ ਰਿਹਾ ਹੈਗਾ ਕਿ 1 ਮਿੰਟ ਵਿੱਚ ਫੁੱਟਬਾਲ ਦਾ ਗਰਾਊਂਡ ਇੱਕ ਹੋਰ ਕ੍ਰੀਏਟ ਹੋ ਜਾਂਦਾ ਹੈ। ਹਾਂਜੀ, ਕਿਆ ਸਾਡੇ ਇੱਥੇ ਕਿਤੇ ਸੋਚ ਵੀ ਹੈ ਇਸ ਗੱਲ ਦੀ ਕਿ ਆਪਾਂ ਨੂੰ ਸੋਇਲ ਦਾ ਕਿੰਨਾ ਇੰਪੋਰਟੈਂਸ ਹੈਗਾ? ਅਗਰ ਸੋਇਲ ਠੀਕ ਹੈ ਤਾਂ ਹੀ ਅਸੀਂ ਵੀ ਠੀਕ ਹਾਂ ਜੀ, ਐਜ਼ ਏ ਸੋਸਾਇਟੀ ਔਰ ਐਜ਼ ਏ ਹਿਊਮੈਨਿਟੀ। ਵਰਨਾ ਸੋਇਲ ਗਈ ਤਾਂ ਅਸੀਂ ਵੀ ਗਏ, ਕਿਉਂਕਿ ਇਹ ਹੁੰਦਾ ਕਿ ਯੂ ਆਰ ਵਟ ਯੂ ਈਟ। ਅਗਰ ਤੁਹਾਡੀ ਸੋਇਲ ਸਟਰੋਂਗ ਹੈ ਤਾਂ ਹੀ ਤੁਹਾਡੀ ਬਾਡੀ ਵੀ ਸਟਰੋਂਗ ਹੋਏਗੀ, ਤੁਹਾਡੀ ਹੈਲਥ ਵੀ ਸਟਰੋਂਗ ਹੋਏਗੀ। ਸਰ ਵੈਸੇ ਸਵਾਲ ਤੇ ਉਹ ਆ ਹੀ ਗਿਆ ਸੀ, ਇਹ ਵੀ ਗੱਲ ਆਈ ਸੀ ਵੀ ਵਾਟਰ ਬਜਟ ਵੀ ਇਹ ਜਿਹੜਾ ਬਣਨਾ ਚਾਹੀਦਾ। ਜੇ ਹਰ ਸਾਲ ਤੁਸੀਂ ਬਜਟ ਸੈਸ਼ਨ ਸਾਦੇ ਜੇ ਵਾਟਰ ਬਜਟ ਵੀ ਹੋਣਾ ਚਾਹੀਦਾ ਪੰਜਾਬ ਦਾ, ਵੀ ਸਾਲ 'ਚ ਕਿੰਨਾ ਪਾਣੀ ਚਾਹੀਦਾ ਤੇ ਕਿੰਨਾ ਸਾਡੇ ਪੱਲੇ। ਸਰ ਇਹ ਇੱਥੇ ਵੀ ਇੱਕ ਬੜਾ ਮੈਂ ਐਗਰੀ ਕਰਦਾ ਕਿ ਬਜਟ ਹੋਣਾ ਚਾਹੀਦਾ, ਲੇਕਿਨ ਇੱਕ ਬੜਾ ਇੰਟਰਸਟਿੰਗ ਪੁਆਇੰਟ ਹੋਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇੱਕ ਫਿਗਰ ਤੁਸੀਂ ਦੇਖੀ ਹੋਏਗੀ, ਟੌਸ ਹੁੰਦੀ ਹੈ ਕਿ ਸਾਹਿਬ 40% ਫੂਡ ਵੇਸਟ ਹੁੰਦਾ ਹੈ। ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ। ਸਰ ਮੈਂ ਜਦ ਸਟੂਡੈਂਟ ਸੀਗਾ ਤਾਂ ਵੀ ਉਹ, ਔਰ 40 ਸਾਲ ਪਹਿਲੇ ਦੀ ਗੱਲ ਕਰ ਰਿਹਾ, ਤਾਂ ਮੇਰੇ ਸਟੂਡੈਂਟ ਟਾਈਮ ਤੇ ਵੀ ਆਉਂਦਾ ਸੀਗਾ ਕਿ 40% ਫੂਡ ਵੇਸਟ ਹੁੰਦਾ ਹੈ। ਅੱਜ ਵੀ ਇਹ ਫਿਗਰ ਕੋਟ ਹੁੰਦੀ 40% ਫੂਡ ਵੇਸਟ ਹੁੰਦਾ ਹੈ। ਮੈਂ ਉਸ ਟਾਈਮ ਵੀ ਆਪਣੇ ਪ੍ਰੋਫੈਸਰਾਂ ਨੂੰ ਪੁੱਛਦਾ ਸੀਗਾ ਕਿ ਸਟੱਡੀ ਕਿਹਨੇ ਕੀਤੀ ਹੈ, ਕਿਸੇ ਨੂੰ ਨਹੀਂ ਪਤਾ। ਅੱਜ ਵੀ ਅਸੀਂ ਕਹਿੰਦੇ 40% ਫੂਡ ਵੇਸਟ ਹੁੰਦਾ ਹੈ, ਇਹ ਵੀ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਈ ਹੈ ਫਿਗਰ। ਲੇਕਿਨ ਸਾਰੇ ਇਸ ਗੱਲ ਨੂੰ ਦੁਹਰਾਉਂਦੇ ਜਾਂਦੇ। ਹੁਣ ਜਿਹੜੀ ਇੱਕ ਲੁਧਿਆਣੇ ਤੋਂ ਇੱਕ ਸਟੱਡੀ ਆਈ ਹੈ ਕਿ ਕਿੰਨਾ ਫੂਡ ਵੇਸਟ ਹੁੰਦਾ, ਉਹਦੇ 40% ਤਾਂ ਹੈ ਹੀ ਨਹੀਂ।
ਓਕੇ ਹਾਂਜੀ ਇਹਦਾ ਮਤਲਬ ਸਾਨੂੰ ਇੱਕ ਜਿਹੜਾ ਇੱਕ ਕ੍ਰੀਏਟ ਕੀਤਾ ਜਾਂਦਾ ਨਾ ਇੱਕ ਨੈਰੇਟਿਵ ਜਿਹਾ, ਉਹ ਕਿਸੇ ਨੂੰ ਪਤਾ ਹੀ ਨਹੀਂ ਕਿੱਥੋਂ ਬਿਲਡਅਪ ਹੋਇਆ। ਹੁਣ ਇਹ ਕਿਹਾ ਜਾਂਦਾ ਕਿ ਪੰਜਾਬ ਦਾ ਜਿਹੜਾ 92% ਜਿਹੜਾ ਪਾਣੀ ਹੈ, ਮੈਂ ਪੜ੍ਹ ਰਿਹਾ ਸੀਗਾ, ਉਹ ਖੇਤੀ ਵਿੱਚ ਯੂਜ਼ ਹੁੰਦਾ। ਸਰ ਇਹ ਸਟੱਡੀ ਕਿੱਥੋਂ ਆਈ ਹੈ? ਤੁਹਾਡਾ ਬਿਲਕੁਲ ਗਲਤ ਹੈ। ਮੈਂ ਦਿੱਲੀ ਪੁੱਛਿਆ, ਅੱਛਾ ਲੋਕਾਂ ਨੂੰ ਅਸੀਂ ਪੁੱਛਿਆ, ਉਹਨਾਂ ਨੇ ਪਹਿਲੇ ਸਰਕਾਰ ਦੇ ਡਿਪਾਰਟਮੈਂਟ ਨੇ ਪੁੱਛਿਆ, ਉਹਨੇ ਇੱਕ ਦੂਜੇ ਨੂੰ ਰੈਫਰ ਕਰਤਾ, ਦੂਜੇ ਨੇ ਤੀਜੇ ਨੂੰ ਰੈਫਰ ਕਰਤਾ, ਤੀਜੇ ਨੇ ਚੌਥੇ ਨੂੰ ਰੈਫਰ ਕਰਤਾ। ਅਲਟੀਮੇਟਲੀ ਕਿਸੇ ਨੂੰ ਨਹੀਂ ਪਤਾ ਕਿ ਇਹ 92% ਦੇ ਫਿਗਰ ਕਿੱਥੋਂ ਆਈ ਹੈਗੀ ਹੈ। ਤੁਸੀਂ ਦੇਖੋ ਕਿ ਪੰਜਾਬ ਵਿੱਚ ਅੱਜ ਕਿਹਾ ਜਾਂਦਾ ਕਿ 14 ਲੱਖ ਟਿਊਬਵੈਲ ਹੈਗੇ ਜਿਹੜਾ ਕਿ ਪਾਣੀ ਖਿੱਚ ਰਹੇ ਹੈਗੇ। ਆਪਾਂ ਇਹੀ ਸੁਣਦੇ ਹਾਂ ਪਾਣੀ ਦੋਹਨ ਹੋ ਰਿਹਾ। ਕਦੀ ਇਹ ਸੋਚਿਆ ਕਿ ਸ਼ਹਿਰਾਂ ਵਿੱਚ ਕਿੰਨੇ ਟਿਊਬਵੈਲ ਹੈਗੇ? ਇੱਕ ਅਖਬਾਰ ਨੇ ਲਿਖਿਆ ਕਿ 20 ਲੱਖ ਟਿਊਬਵੈਲ ਤਾਂ ਸ਼ਹਿਰਾਂ ਵਿੱਚ ਹੈਗੇ। ਮੈਂ ਮੰਨਦਾ ਕਿ ਸਮਰਸੀਬਲ ਨਹੀਂ ਹੈਗੇ, ਪਾਣੀ ਤਾਂ ਖਿੱਚ ਰਹੇ ਨਾ, ਫਿਰ ਵੀ ਉਹਨਾਂ ਦੀ ਕਦੀ ਆਪਾਂ ਅਗਰ ਐਸਟੀਮੇਟ ਕਰ ਲਈਏ ਤਾਂ ਸਾਨੂੰ ਨਜ਼ਰ ਆਏਗਾ ਕਿ ਇੰਨਾ ਪਾਣੀ ਐਗਰੀਕਲਚਰ ਵਿੱਚ ਨਹੀਂ ਯੂਜ਼ ਹੁੰਦਾ ਜਿੰਨਾ ਕਿ ਦੱਸਿਆ ਜਾਂਦਾ। ਉਹੀ ਗੱਲ ਪਹਿਲੇ ਵਾਲੀ ਆਪਾਂ ਜਿਹੜੀ ਕਰ ਰਹੇ ਸੀਗੇ ਕਿ ਸਭ ਜਿਹੜਾ ਗਰੀਬ ਆਦਮੀ ਨੂੰ ਜਾਂ ਕਿਸਾਨ ਨੂੰ ਸਾਰਾ ਦੋਸ਼ ਉਹਦੇ ਸਿਰ ਤੇ ਤੁਸੀਂ ਪਾ ਦਿੰਦੇ ਹੋ ਕਿ ਤੁਸੀਂ ਰਿਸਪੌਂਸਿਬਲ ਹੋ ਕ੍ਰਾਈਸਿਸ ਵਾਸਤੇ। ਮੇਰਾ ਮੰਨਣਾ ਕਿ ਐਸਾ ਨਹੀਂ ਹੈ, ਸਾਨੂੰ ਬਜਟਿੰਗ ਕਰਨੀ ਚਾਹੀਦੀ ਹੈ। ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ। ਲੈਟ ਅਸ ਰੀ ਬਜਟ ਕਿ ਐਗਰੀਕਲਚਰ ਕਿੰਨਾ ਪਾਣੀ ਦਾ ਉਪਯੋਗ ਕਰ ਰਿਹਾ ਹੈਗਾ, ਇੰਡਸਟਰੀ ਕਿੰਨਾ ਕਰ ਰਹੀ ਹੈ, ਸ਼ਹਿਰ ਕਿੰਨੇ ਕਰ ਰਹੇ ਹੈ। ਜਦ ਤੱਕ ਸਾਨੂੰ ਇਹ ਨਹੀਂ ਪਤਾ ਚੱਲੇਗਾ, ਮੇਰਾ ਨਹੀਂ ਮੰਨਣਾ ਕਿ ਐਗਰੀਕਲਚਰ ਦੀ ਜਿਹੜੀ ਪਾਪੂਲੇਸ਼ਨ ਹੈ ਵੱਧ ਗਈ ਹੈਗੀ ਆ ਪੰਜਾਬ ਵਿੱਚ, ਪਾਪੂਲੇਸ਼ਨ ਤਾਂ ਸ਼ਹਿਰਾਂ ਦੀ ਬੜੀ ਹੈਗੀ, ਤਾਂ ਉੱਥੇ ਤਾਂ ਪਾਣੀ ਯੂਜ਼ ਹੀ ਨਹੀਂ ਵੱਧ ਹੀ ਨਹੀਂ ਰਿਹਾ ਯੂਸੇਜ। ਤੁਸੀਂ ਅਗਰ ਫਿਗਰ ਦੇਖ ਲਓ ਆਪਣੇ ਆਫੀਸ਼ੀਅਲ, ਕਿਤੇ ਨਾ ਕਿਤੇ ਗੜਬੜ ਹੈਗੀ ਹੈ। ਤਾਂ ਯੈਸ ਵਾਟਰ ਬਜਟਿੰਗ ਇਜ਼ ਵੈਰੀ ਇੰਪੋਰਟੈਂਟ। ਉਹਦੇ ਨਾਲ ਹੀ ਘੱਟ ਤੋਂ ਘੱਟ ਇਹ ਤਾਂ ਪਤਾ ਚੱਲੇ ਨਾ ਕਿ ਪਾਣੀ ਜਾ ਕਿੱਥੇ ਰਿਹਾ ਹੈਗਾ, ਇੱਕ ਗੱਲ। ਦੂਜੀ ਗੱਲ ਜੋ ਤੁਹਾਨੂੰ ਦੱਸ ਰਿਹਾ ਸੀਗਾ ਕਿ ਬਈ ਅਗਰ ਤੁਸੀਂ ਮੋਹਾਲੀ ਦਾ ਕ੍ਰਿਕਟ ਸਟੇਡੀਅਮ ਔਰ ਚੰਡੀਗੜ੍ਹ ਦੇ ਕ੍ਰਿਕਟ ਸਟੇਡੀਅਮ ਔਰ ਗੋਲਫ ਕੋਰਸਿਸ ਔਰ ਇਹ ਤੁਸੀਂ ਇਹਨਾਂ ਦੀ ਕਾਸਟਿੰਗ ਨਹੀਂ ਕਰੋਗੇ ਜਾਂ ਇਹਨਾਂ ਦੇ ਵਰਕਆਊਟ ਨਹੀਂ ਕਰੋਗੇ ਤਾਂ ਕਿਸ ਤਰ੍ਹਾਂ ਪਤਾ ਚੱਲੇਗਾ? ਤੀਸਰੀ ਗੱਲ ਸਭ ਤੋਂ ਇੰਪੋਰਟੈਂਟ ਸਰ, ਪਾਣੀ ਤੁਸੀਂ ਪਹਿਲੇ ਵੀ ਕਿਹਾ ਸੀਗਾ ਕਿ ਬਹੁਤ ਇੰਪੋਰਟੈਂਟ ਇਸ਼ੂ ਹੈ। ਜਦ ਅਸੀਂ ਐਕਸਪੋਰਟ ਕਰਦੇ ਹਾਂ ਤਾਂ ਪਾਣੀ ਐਕਸਪੋਰਟ ਕਰਦੇ ਹਾਂ। ਡਾਕਟਰ ਜੌਲ ਨੇ ਬਹੁਤ ਵਾਰੀ ਇਸ ਗੱਲ ਤੇ ਸ਼ੁਰੂਆਤ ਕਹੀ ਸੀ, ਸ਼ੁਰੂ 'ਚ ਕਹਿਣਾ ਸ਼ੁਰੂ ਕੀਤਾ ਸੀਗਾ। ਮਾਨ ਸਾਹਿਬ ਬਾਰ-ਬਾਰ ਇਹ ਗੱਲ ਕਰਦੇ ਆ ਸਰ, 1 ਕਿਲੋ ਝੋਨੇ ਨਾਲ ਕਿੰਨਾ ਪਾਣੀ। ਲੇਕਿਨ ਸਰ ਉਹਦਾ ਇੱਕ ਸੋਲੂਸ਼ਨ ਇੱਕ ਹੈਗਾ ਕਿ ਅਸੀਂ ਇਕੋਸਿਸਟਮ ਸਰਵਿਸਿਜ਼ ਨਾਲ ਜਾਂ ਨੈਚੁਰਲ ਕੈਪੀਟਲ ਨਾਲ ਅੱਜ ਕਾਸਟਿੰਗ ਕਰੀਏ। ਉਹ ਨੈਚੁਰਲ ਕੈਪੀਟਲ ਦਾ ਸਾਰਾ ਸਿਸਟਮ ਆ ਚੁੱਕਾ ਹੈ। ਹਾਂਜੀ, ਅਸੀਂ ਉਹਨੂੰ ਕਰਨਾ ਨਹੀਂ ਚਾਹੁੰਦੇ ਕਿਉਂਕਿ ਸਾਡੇ ਲੋਕਾਂ ਨੂੰ, ਸਾਡੇ ਬਿਊਰੋਕਰੈਟਸ ਨੂੰ ਜਾਂ ਸਾਡੇ ਪਾਲਿਸੀ ਮੇਕਰਸ ਨੂੰ ਪਤਾ ਹੀ ਨਹੀਂ ਹੈ ਕਿ ਨੈਚੁਰਲ ਅਕਾਊਂਟਿੰਗ ਵੀ ਕੁਝ ਹੁੰਦੀ ਹੈ ਸਰ। ਨੈਚੁਰਲ ਅਕਾਊਂਟਿੰਗ ਮਤਲਬ ਹੈ ਕਿ ਤੁਸੀਂ ਉਹਦੇ ਜਿੰਨਾ ਵੀ ਤੁਹਾਡੇ ਇਕੋਸਿਸਟਮ ਸਰਵਿਸਿਜ਼ ਨੇਚਰ ਪ੍ਰੋਵਾਈਡ ਕਰਦਾ, ਜਿਹਦੇ ਵਿੱਚ ਪਾਣੀ ਵੀ ਹੈ, ਜਿਹਦੇ ਵਿੱਚ ਹਵਾ ਦੀ ਪੋਲੂਸ਼ਨ ਵੀ ਹੈ, ਇਹ ਸਾਰਾ ਕੁਝ ਹੈ, ਉਹਦੇ ਹਿਸਾਬ ਨਾਲ ਕਾਸਟਿੰਗ ਹੁੰਦੀ ਹੈ ਸਰ। ਜੇ ਆਪਾਂ ਉਹਦੇ ਨਾਲ ਹਿਸਾਬ ਨਾਲ ਕਾਸਟਿੰਗ ਕਰੀਏ, ਸਾਨੂੰ ਪਾਣੀ ਬਚਾਉਣ ਵਾਸਤੇ ਲੋਕਾਂ ਨੂੰ ਜ਼ਿਆਦਾ ਇੱਕ ਇਨਸੈਂਟਿਵ ਦੇਣਾ ਚਾਹੀਦਾ। ਅਗਰ ਕਣਕ ਝੋਨਾ ਅਗਰ ਲਗਾ ਰਹੇ ਅਸੀਂ ਔਰ ਇੱਕ ਬੰਦਾ ਪਾਣੀ ਖਿੱਚੀ ਜਾਂਦਾ ਹੈ ਔਰ ਦੂਜਾ ਬੰਦਾ ਇੱਕ ਐਗਰੋ ਇਕੋਲੋਜੀਕਲ ਬਜਟ ਨਾਲ ਜਾਂ ਨੈਚੁਰਲ ਫਾਰਮਿੰਗ ਜਾਂ ਆਰਗੈਨਿਕ ਫਾਰਮਿੰਗ ਨਾਲ ਕਰਦਾ ਹੈਗਾ, ਸਾਨੂੰ ਜਿਹੜਾ ਆਰਗੈਨਿਕ ਫਾਰਮਿੰਗ ਉਹਦਾ ਪ੍ਰਾਈਸ ਅਲੱਗ ਹੋਣਾ ਚਾਹੀਦਾ ਹੈਗਾ ਕੰਪੇਅਰ ਟੂ ਦੀ ਜਿਹੜਾ ਐਗਜ਼ੌਸਟ ਕਰ ਰਿਹਾ এনवायरमेंट ਨੂੰ। ਸੋ ਇਕੋਸਿਸਟਮ ਸਰਵਿਸਿਜ਼ ਦੀ ਅਪਰੋਚ ਫੋਲੋ ਕਰਨੀ ਪਏਗੀ। ਔਰ ਮੈਨੂੰ ਲੱਗਦਾ ਇਸ ਕੀ ਪ੍ਰੋਬਲਮ ਕੀ ਹੈ ਕਿ ਪੰਜਾਬ ਸਰਕਾਰ ਅਗਰ ਕਹੇ ਕਿ ਅਸੀਂ ਇੱਕ ਪਾਇਲਟ ਪ੍ਰੋਜੈਕਟ ਇੱਥੇ ਸ਼ੁਰੂ ਕਰ ਰਹੇ ਹੈਗੇ, ਆਈ ਥਿੰਕ ਦੈਟ ਇਜ਼ ਅ ਲਰਨਿੰਗ ਪ੍ਰੋਸੈਸ। ਮੈਂ ਨਹੀਂ ਕਹਿੰਦਾ ਸਾਰਾ ਪ੍ਰਦੇਸ਼ ਬਦਲ ਦਿਓ, ਪਰ ਇੱਕ ਜਗ੍ਹਾ ਕਿਤੇ ਸ਼ੁਰੂਆਤ ਤਾਂ ਕਰੋ। ਮੈਂ ਤਾਂ ਹੀ ਕਹਿ ਰਿਹਾ ਕਿ ਪੰਜਾਬ ਇਜ਼ ਅ ਲੀਡਰ। ਪੰਜਾਬ ਕੈਨ ਬੀ ਅ ਹਾਰਬਿੰਗਰ ਆਫ ਅ ਨਿਊ ਰੈਵੋਲੂਸ਼ਨ ਸਰ। ਔਰ ਪੰਜਾਬ ਨੂੰ ਦਿਖਾਉਣਾ ਪਏਗਾ ਕਿ ਉਹਨਾਂ ਵਿੱਚ ਉਹ ਟੈਲੈਂਟ ਹੈ ਜਿਹੜਾ ਕਿ ਨਿਆ ਰੈਵੋਲੂਸ਼ਨ ਲਿਆ ਸਕਦਾ ਹੈ। ਜਿਹੜੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਜੀ ਸਰ, ਦੋਸ਼ ਤੇ ਨਹੀਂ ਸਵਾਲ ਹੈ ਵੀ ਜਿਹੜਾ ਵਰਕ ਕਲਚਰ ਪੰਜਾਬੀਆਂ 'ਚ ਖਤਮ ਹੋ ਗਿਆ। ਕਿਸਾਨ ਇਹ ਕਹਿੰਦਾ ਮਹੀਨਾ ਕੰਮ ਕਰਾਂ ਤੇ ਠੀਕ ਹੈ, ਕਣਕ ਝੋਨੇ ਨਾਲ ਸਾਰੀ ਜਾਈਏ ਕੰਮ। ਕਿਸਾਨ ਬੰਬੀਆਂ ਦੀ ਥਾਂ ਤੇ ਬੰਬੀਆਂ ਤੇ ਕੋਠਿਆਂ ਦੀ ਥਾਂ ਤੇ ਕੋਠੀਆਂ ਬਣਾ ਰਿਹਾ। ਚੰਗੀ ਗੱਲ ਹੈ, ਮਿਹਨਤ ਕਰਨੀ ਚਾਹੀਦੀ, ਬਣਾਉਣੇ ਚਾਹੀਦੇ, ਖੁਸ਼ਹਾਲ ਹੋਣਾ ਚਾਹੀਦਾ। ਪਰ ਕਿਹਾ ਇਹੀ ਜਾਂਦਾ ਵੀ ਕਿਸਾਨ ਮਸ਼ੀਨਰੀ ਦਾ ਗੁਲਾਮ ਹੋ ਗਿਆ, ਹੱਥੀਂ ਕੰਮ ਤੋਂ ਪਰੇ ਹੋ ਗਿਆ, ਜਿਹਦੇ ਕਰਕੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਸਰ ਮੈਂ ਥੋੜਾ ਡਿਫਰ ਕਰਦਾ ਇਹ ਜਾਣ ਬੂਝ ਕਰ ਉਹੀ ਪੁਰਾਣੀ ਗੱਲ ਹੈਗੀ ਕਿ ਆਪਾਂ ਹਰ ਚੀਜ਼ ਕਿਸਾਨ ਦੇ ਸਿਰ ਤੇ ਠਿਕਰਾ ਫੋੜ ਦਿੰਦੇ ਆ ਔਰ ਇਹ ਕਹਿੰਦੇ ਕਿ ਸਾਰੀ ਗਲਤੀਆਂ ਵਾਸਤੇ ਜਾਂ ਜੋ ਸੋਸਾਇਟੀ ਵਿੱਚ ਪ੍ਰੋਬਲਮਸ ਆ ਰਹੇ ਹੈ ਇਹੀ ਰਿਸਪੌਂਸਿਬਲ ਹੈਗੇ ਹੈ ਨਾ, ਚਾਹੇ ਉਹ ਸਟਬਲ ਬਰਨਿੰਗ ਹੋਏ, ਚਾਹੇ ਪਾਣੀ ਹੋਏ, ਜੋ ਵੀ ਆਪਾਂ ਗੱਲ ਕਰਨਾ ਚਾਹੁੰਦੇ ਹਾਂ, ਇਹੀ ਉਸ ਸੋਚ ਦਾ ਹਿੱਸਾ ਹੈ ਜੀ। ਇੱਥੇ ਵੀ ਸਾਡੇ ਕੁਝ ਐਕਸਪਰਟਸ ਪੰਜਾਬ 'ਚ ਕਹਿੰਦੇ ਸੀਗੇ ਕਿ ਪੰਜਾਬ ਦੇ ਕਿਸਾਨ ਸ਼ਰਾਬ ਬਹੁਤ ਪੀਂਦੇ। ਜੇ ਸ਼ਰਾਬ ਨਾਲ ਲੋਕੀ ਮਰਦੇ ਤਾਂ ਬਿਊਰੋਕਰੇਟਸ ਆਦੇ ਮਰ ਜਾਣੇ ਚਾਹੀਦੇ ਸੀ ਹਾਲ ਤੱਕ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਕਿਹਾ ਤਗੜੇ ਹੋ ਜਾਂਦੇ ਆ। ਦੂਜੀ ਗੱਲ ਇਹ ਕਿਹਾ ਜਾਂਦਾ ਕਿ ਸਭ ਇਹ ਖਰਚਾ ਬੜਾ ਕਰਦੇ ਆ। ਹੁਣ ਦੇਖੋ ਨਾ, ਜਿਸ ਸਮਾਜ 'ਚ ਅਸੀਂ ਰਹਿੰਦੇ ਹੈਗੇ ਉੱਥੇ ਹਰ ਇੱਕ ਦੀ ਐਸਪਾਇਰੇਸ਼ਨ ਹੈ। ਇੱਕ ਪੰਜਾਬੀ ਦਾ ਗਾਣਾ ਹੈ ਸਰ, ਮੈਨੂੰ ਪੂਰੇ ਸ਼ਬਦ ਤਾਂ ਨਹੀਂ ਆਉਂਦੇ, ਉਹ ਕਹਿੰਦਾ ਕਿ ਵੀ ਤੇਰੇ ਪਿਤਾ ਜੀ ਤਾਂ ਕਰ ਸਕਦੇ, ਮੇਰਾ ਪਿਤਾ ਤਾਂ ਕਿਸ ਜ਼ਮੀਂਦਾਰ ਹੈ, ਉਹ ਕਾਰ ਨਹੀਂ ਲੈ ਸਕਦਾ। ਇੱਕ ਗਾਣੇ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ। ਸਰ ਕਿਸਾਨ ਦੀ ਇਨਕਮ ਅਗਰ ਤੁਸੀਂ ਲੋ ਲੈਵਲ ਤੇ ਰੱਖੋਗੇ ਫਿਰ ਤੁਸੀਂ ਕਹੋਗੇ ਕਿ ਉਹ ਖਰਚਾ ਬਿਲਕੁਲ ਨਾ ਕਰੇ। ਅਸੀਂ ਕਿਹੜੀ ਦੁਨੀਆ 'ਚ ਰਹਿੰਦੇ ਹਾਂ? ਨਵੇਂ ਯੁੱਗ ਦਾ ਹਾਨ ਦਾ ਬਣ ਲਈ ਤੇ ਹਰੇਕ ਦਾ ਜੀ ਕਰਦਾ, ਬਿਲਕੁਲ ਕਰਦਾ ਔਰ ਹੋਣਾ ਵੀ ਚਾਹੀਦਾ ਸਰ। ਅਸੀਂ ਅੱਜ ਤੱਕ ਡਿਸਪੈਰਿਟੀ ਦਿਖਾਈ ਹੈ ਕਿਸਾਨ ਤਰਫ। ਸਾਨੂੰ ਚਾਹੀਦਾ ਕਿ ਉਹਨੂੰ ਅਸੀਂ ਇੱਕ ਲੈਵਲ ਤੇ ਲੈ ਕੇ, ਇਕੁਇਟੀ ਦੇ ਲੈਵਲ ਤੇ ਲੈ ਕੇ ਆਈਏ, ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਹੈਗੀਆਂ ਉਸ ਲੈਵਲ ਤੇ ਤਾਂ ਲੈ ਕੇ ਆਈਏ। ਹਾਂਜੀ, ਉਹ ਮੈਨੂੰ ਤਾਂ ਲੱਗਦਾ ਕਿ ਉਹ ਹੋਣਾ ਚਾਹੀਦਾ। ਤੁਸੀਂ ਇੱਥੇ ਕਹਿੰਦੇ ਹੋ ਕਿ ਸਰ ਹਾਂਜੀ,
ਫਿਰ ਵੀ ਉਹਦੇ ਤੇ ਸਵਾਲ ਚੱਕੇ ਜਾਂਦੇ। ਤੁਸੀਂ ਸੋਚੋ ਨਾ, ਅਗਰ ਇੱਕ ਆਈਐਸ ਅਫਸਰ ਹੈਗਾ, ਐਡੀਸ਼ਨਲ ਕੀ ਹੈਗਾ, ਚੀਫ ਸੈਕਟਰੀ ਸਾਹਿਬ, ਅਗਰ ਤੁਸੀਂ ਉਹਨੂੰ ਅੰਡਰ ਸੈਕਟਰੀ ਤਨਖਾਹ ਦਿਓਗੇ, ਅੱਧੇ ਨੌਕਰੀ ਛੱਡ ਜਾਣਗੇ। ਤੁਸੀਂ ਜਿਹੜੇ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਇਨਕਮ, ਸੁਸਾਈਡ ਕਰ ਲੈਣਗੇ। ਹਾਂ ਕਰ ਲੈਣਗੇ ਸਭ। ਇਹ ਤੁਸੀਂ ਅਗਰ ਇਨਕਮ ਦੇਖੋ ਕਿਸਾਨ ਨੂੰ ਜਿਹੜੀ ਮਿਲਣੀ ਚਾਹੀਦੀ ਹੈ, ਜਿਹੜਾ ਹੱਕ ਬਣਦਾ ਹੈ, ਉਹਦੇ ਹਿਸਾਬ ਨਾਲ ਤਾਂ ਕਿਸਾਨ ਨੂੰ ਇੰਨਾ ਦਬਾਇਆ ਗਿਆ ਹੈਗਾ ਕਿ ਸੋਸਾਇਟੀ ਜਾਂ ਓਵਰ ਟਾਈਮ। ਇਹ ਤੁਸੀਂ ਦੇਖੋ, ਇੱਕ ਸਟੱਡੀ ਮੈਂ ਐਂਡ 'ਚ ਕੰਕਲੂਡ ਕਰਨਾ ਚਾਹੁੰਦਾ, ਤੁਸੀਂ ਜੋ ਕਹਿ ਰਹੇ ਹੋ, ਇੱਕ ਸਟੱਡੀ ਆਈ ਸੀ 2016 ਦੇ ਵਿੱਚ, ਔਰ ਇਹ ਆਈ ਸੀਗੀ OECD ਦੀ। OECD ਇਜ਼ ਦੀ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਜਿਹੜਾ ਕਿ ਦੁਨੀਆ ਦਾ ਸਭ ਤੋਂ ਰਿਚੈਸਟ ਬਲਾਕ ਹੈ। ਉਹਨਾਂ ਦੀ ਇੱਕ ਦਿੱਲੀ ਦੇ NGO ਨਾਲ ਉਹਨਾਂ ਨੇ ਮਿਲ ਕੇ ਇੱਕ ਸਟੱਡੀ ਕੀਤੀ। ਉਹ ਕਹਿੰਦੀ ਹੈ ਕਿ ਕਿਸਾਨਾਂ ਨੂੰ 2000 ਔਰ 2016 ਵਿੱਚ 16 ਪੀਰੀਅਡ ਦੇ ਵਿੱਚ, 16 ਸਾਲ ਦੇ ਪੀਰੀਅਡ ਵਿੱਚ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਤੁਸੀਂ ਦੇਖਿਆ ਕਿਤੇ ਡਿਬੇਟ ਹੋਈ? 45 ਲੱਖ ਕਰੋੜ ਰੁਪਏ ਦਾ 16 ਸਾਲਾਂ 'ਚ ਨੁਕਸਾਨ ਹੋਇਆ। ਫਿਰ ਤੁਸੀਂ ਕਹਿੰਦੇ ਹੋ ਸਰ ਇਹ ਕਾਰ ਕਿਉਂ ਲੈ ਰਹੇ ਹੈਗੇ ਆ, ਇਹ ਪੀਜ਼ਾ ਕਿਉਂ ਖਾ ਰਹੇ ਹੈਗੇ ਆ? ਹਾਂਜੀ, ਇਹ ਜੀ ਗੱਲਾਂ ਹੁੰਦੀਆਂ। ਤੁਸੀਂ ਜਿਹੜਾ ਉਹਨਾਂ ਨੂੰ 45 ਲੱਖ ਕਰੋੜ ਦਾ ਨੁਕਸਾਨ ਹੋਇਆ, ਜੇ ਕਿਤੇ ਕਾਰਪੋਰੇਟ ਦਾ 5 ਲੱਖ ਕਰੋੜ ਦਾ ਵੀ ਨੁਕਸਾਨ ਹੁੰਦਾ, ਸਾਰੇ ਦੇਸ਼ ਹਾਹਾਕਾਰ ਹੋ ਜਾਣਾ ਸੀਗਾ ਕਿ ਸਭ ਇਕਨੋਮਿਕ ਸਟਿਮੂਲਸ ਪੈਕੇਜ ਦਿਓ, ਪਾਲਿਸੀ ਪੈਰਾਲਿਸਿਸ ਹੋ ਰਿਹਾ। ਕਿਆ ਇਹ ਪਾਲਿਸੀ ਪੈਰਾਲਿਸਿਸ ਨਹੀਂ ਹੈ? ਕਿਆ ਸਾਡੀ ਆਪਣੀ ਪੰਜਾਬ ਦੇ ਸਟੇਟ ਦੇ ਬਿਊਰੋਕਰੈਟਸ ਕਿਆ ਇਹ ਨਹੀਂ ਸੋਚ ਸਕਦੇ ਕਿ ਉਹ ਆਪਣੀ ਤਰਫੋਂ ਸੈਕਰੀਫਾਈਸ ਕਰਨ ਕਿ ਕਿਸਾਨ ਦੀ ਇਨਕਮ बढ़े? ਤੁਸੀਂ ਦੇਖੋ ਗੋਲਫ ਕੋਰਸ 'ਤੇ ਬੈਠੇ ਹੁੰਦੇ ਸਾਰੇ ਰਿਟਾਇਰਮੈਂਟ ਤੋਂ ਬਾਅਦ। ਹਾਂਜੀ, ਤੁਸੀਂ ਜਾਓਗੇ, ਜਾਂ ਤਾਂ ਆਰਮੀ ਅਫਸਰ ਹੁੰਦੇ ਜਾਂ ਮੋਸਟਲੀ ਬਿਊਰੋਕਰੈਟਸ। ਨਵਾਂ ਸ਼ੌਕ ਪੈ ਗਿਆ। ਹਾਂ, ਨਵਾਂ ਸ਼ੌਕ ਪੈ ਗਿਆ ਜੀ। ਹੁਣ ਤੇ ਇਲੈਕਸ਼ਨ ਲੜ ਕੇ ਤਾਂ ਹੀ ਪੈ ਰਿਹਾ ਨਾ ਕਿ ਤੁਹਾਨੂੰ ਪੈਨਸ਼ਨਾਂ ਇੰਨੀ ਮਿਲਦੀਆਂ, ਵਿਧਾਨ ਸਭਾ 'ਚ ਬੈਠਦੇ ਨੇ। ਹਾਂਜੀ, ਨਹੀਂ ਪੈਨਸ਼ਨਾਂ ਤੁਹਾਨੂੰ ਇੰਨੀ ਮਿਲਦੀਆਂ ਕਿ ਤੁਸੀਂ ਅਫੋਰਡ ਕਰ ਸਕਦੇ ਹੋ। ਕਿਸਾਨ ਨਹੀਂ ਅਫੋਰਡ ਕਰ ਸਕਦਾ, ਤੇ ਕਿਸਾਨ ਨੂੰ ਇਸ ਕਰਕੇ ਅਫੋਰਡ ਨਹੀਂ ਕਰ ਸਕਦਾ ਕਿ ਪੈਦਾਵਾਰ ਉਹਨੇ ਕੀਤੀ ਹੈ, ਲੇਕਿਨ ਉਹਨੂੰ ਤੁਸੀਂ ਜੋ ਉਹਨੂੰ ਦੇਣਾ ਚਾਹੀਦਾ ਹੈਗਾ, ਉਹਦਾ ਹੱਕ ਜਿਹੜਾ ਬੰਦਾ, ਤੁਸੀਂ ਨਹੀਂ ਦਿੱਤਾ। ਸੋ ਆਈ ਥਿੰਕ ਟਾਈਮ ਆ ਗਿਆ ਕਿ ਕਿਸਾਨਾਂ ਨੂੰ ਉਹਦਾ ਹੱਕ ਦਿੱਤਾ ਜਾਏ ਸਰ। ਔਰ ਇਹ ਨਾ ਭੁੱਲੀਏ ਕਿ ਕਿਸਾਨ ਨੇ ਪੇ ਕੀਤਾ ਹੈ, ਸਮਾਜ ਨੂੰ ਉਹਨੇ ਸਬਸਿਡਾਈਜ਼ ਕੀਤਾ ਹੈ। ਤਾਂ ਹੀ ਦੇਖੋ ਨਾ, 45 ਲੱਖ ਕਰੋੜ ਰੁਪਏ ਨੁਕਸਾਨ ਸਹਿ ਕੇ ਵੀ ਕਿਸਾਨ ਖੜਾ ਹੈ ਹਲੇ ਵੀ। ਸੋ ਇਹਦਾ ਮਤਲਬ ਸਾਫ਼ ਹੈ ਕਿ ਅਸੀਂ ਉਹਨੂੰ ਕਿੰਨਾ ਅਸੀਂ ਜਿਹਨੂੰ ਕਹਿੰਦੇ ਨਾ ਡੈਲੀਬਰੇਟਲੀ ਵੀ ਕੈਪਟ ਹਿਮ ਇੰਪੋਵਰਿਸ਼। ਸੋ ਉਹ ਤੋਂ ਕੱਢਣਾ ਹੈਗਾ ਸਰ। ਸ਼ਰਮਾ ਜੀ, ਗੱਲ ਤੋੜਨ ਨੂੰ ਜੀ ਨਹੀਂ ਕਰਦਾ, ਪਰ ਫਿਰ ਜਲਦੀ ਮਿਲਾਂਗੇ। ਸੋ ਤੁਸੀਂ ਦਵਿੰਦਰ ਸ਼ਰਮਾ ਜੀ ਨੂੰ ਸੁਣਿਆ, ਕਿਉਂਕਿ ਖੇਤੀ ਨੀਤੀ ਬਣ ਰਹੀ ਪੰਜਾਬ ਦੀ, ਔਰ ਉਸ ਵੇਲੇ ਇਹ ਚਰਚਾ ਕਰਨੀ ਬਹੁਤ ਜ਼ਰੂਰੀ ਸੀ। ਆਸ ਹੈ ਚਰਚਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਵਿੱਚ ਜਾਏਗੀ।